ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਹਮਦਰ ਟੀਵੀ। ਮੈਂ ਬਰਾੜ ਸੂਬੇ ਵਾਲਾ ਲੈ ਕੇ ਹਾਜ਼ਰ ਹਾਂ। ਪ੍ਰੋਗਰਾਮ ਸੁਣ ਲੈ ਸਰਕਾਰੇ ਨਾਲ ਵਜੀਦ ਜੀ ਨਿੱਘਾ ਸਵਾਗਤ। ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੱਲਾਂ ਬਾਤਾਂ ਕਰਾਂਗੇ ਜੀ। ਇੱਕ ਤਾਂ WHO ਦੇ ਜਿਹੜੇ ਮੁਖੀ ਹੈਗੇ ਟੈਡਰੋਸ ਸਾਹਿਬ, ਉਹਨਾਂ ਨੇ ਕਿਹਾ ਕਿ ਜੇ ਓਲੰਪਿਕ ਖੇਡਾਂ ਹੁੰਦੀਆਂ ਤਾਂ ਇਹਨਾਂ ਦੇ ਵਿੱਚ 1 ਲੱਖ ਲੋਕਾਂ ਦੀ ਮੌਤ ਕਰੋਨਾ ਕਰਕੇ ਹੋ ਸਕਦੀ ਹੈ। ਸੋ ਜਿੰਨਾ ਬਚਿਆ ਜਾ ਸਕਦਾ ਬਚੋ ਜੀ। ਅਮਰੀਕਾ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਆਪਣੇ ਨਾਗਰਿਕਾਂ ਲਈ, ਔਰ ਨਾਗਰਿਕ ਜਿਹੜੇ ਖਾਸ ਤੌਰ 'ਤੇ ਭਾਰਤ ਦੇ ਵਿੱਚ ਆਏ ਹੋਏ ਹੈ, ਉਹਨਾਂ ਨੇ ਕਿਹਾ ਹੈ ਕਿ ਦਿੱਲੀ ਦੇ ਵਿੱਚ ਥੋੜ੍ਹਾ ਜਿਹਾ ਸੁਰੱਖਿਆ ਨੂੰ ਲੈ ਕੇ ਅਲਰਟ ਉਹਨਾਂ ਨੇ ਜਾਰੀ ਕੀਤਾ ਹੈ ਵੀ ਜਿੱਥੇ ਬੰਦੇ ਹੈਗੇ ਆ ਸਾਡੇ ਘੁੰਮਣ ਫਿਰਨ ਵਾਸਤੇ ਆਏ ਆ, ਜ਼ਿਆਦਾ ਤਵੱਜੋ ਇੱਕ ਤਾਂ ਸਾਫ਼ ਸੁਥਰੀਆਂ ਥਾਵਾਂ ਨੂੰ ਦਿੱਤੀ ਜਾਵੇ। ਖਾਸ ਤੌਰ 'ਤੇ ਜਿਹੜੇ ਭੀੜ ਭੜਾਕੇ ਹੈਗੇ ਆ, ਜਿੱਥੇ ਜ਼ਿਆਦਾ ਭੀੜ ਆ, ਉਹਨਾਂ ਥਾਵਾਂ 'ਤੇ ਬਿਲਕੁਲ ਨਾ ਜਾਇਆ ਜਾਵੇ। ਤਾਂ 10 ਕੁ ਦਿਨ ਦਾ ਉਹਨਾਂ ਨੇ ਕਿਹਾ ਕਿ ਜਿਹੜਾ ਸੈਸ਼ਨ ਚੱਲ ਰਿਹਾ, ਕਿਉਂਕਿ ਕਿਸਾਨਾਂ ਦਾ ਅੰਦੋਲਨ ਵੀ ਦਿੱਲੀ ਦੇ ਵਿੱਚ ਚੱਲ ਰਿਹਾ, ਇਹਨੂੰ ਲੈ ਕੇ ਇੱਕ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਹੋਰ ਵੀ 2-3 ਗੱਲਾਂ ਕਹੀਆਂ, ਉਹਦੇ 'ਤੇ ਵੀ ਆਪਾਂ ਖਾਸ ਤੌਰ 'ਤੇ ਗੱਲ ਕਰ ਲਾਂਗੇ। ਕੱਲ੍ਹ ਮੁਸਲਮਾਨਾਂ ਦਾ ਤਿਉਹਾਰ ਜਿਹੜਾ ਹੈਗਾ ਜੀ ਬਕਰੀਦ, ਉਹ ਮਨਾਇਆ ਗਿਆ, ਅਤੇ ਇਹਦੇ ਉੱਪਰ ਜਿਹੜਾ ਹੁਣ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ 'ਤੇ ਜਿਹੜੇ ਆਰਮੀ ਦੇ ਜਵਾਨ ਹੈ, ਉਹਨਾਂ ਨੇ ਇੱਕ ਦੂਜੇ ਨੂੰ ਮਠਿਆਈਆਂ ਦਿੱਤੀਆਂ। ਬਹੁਤ ਸੋਹਣੀਆਂ ਤਸਵੀਰਾਂ, ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ। ਓਨਟਾਰੀਓ ਦੇ ਵਿੱਚ 25 ਲੱਖ ਲੋਕਾਂ ਨੇ ਟੀਕਾ ਹਜੇ ਤੱਕ ਨਹੀਂ ਲਵਾਇਆ। ਬਹੁਤ ਵੱਡਾ ਇੱਕ ਅੰਕੜਾ ਹੈਗਾ। ਤੇ ਹੋਰ ਬਹੁਤ ਸਾਰੀਆਂ ਖਬਰਾਂ ਹੈਗੀਆਂ ਜੀ। ਬਲਦੇਵ ਸਿੰਘ ਸਿਰਸਾ ਆਗੂ ਹੈਗੇ ਆ ਜਿਹੜੇ ਜੀ, ਉਹ ਮਰਨ ਵਰਤ 'ਤੇ ਬੈਠ ਚੁੱਕੇ ਹੈ, ਅਤੇ ਕਿਸਾਨਾਂ ਨੂੰ ਜੰਤਰ ਮੰਤਰ 'ਤੇ ਹੁਣ ਆਪਣਾ ਜਿਹੜਾ ਪ੍ਰਦਰਸ਼ਨ ਰੋਜ਼ ਮੁਜ਼ਾਹਰਾ ਕਰਨ ਦਾ ਜਿਹੜਾ ਉਹ ਥੋੜ੍ਹੀ ਇਜਾਜ਼ਤ ਦੇ ਦਿੱਤੀ ਗਈ ਹੈ। ਅਤੇ ਇੱਕ ਖਾਸ ਤੌਰ 'ਤੇ ਜਿਹੜੀ ਖਬਰ ਹੈਗੀ ਹੈ ਉਹ ਫਿਰ ਸਿੱਧੂ ਸਾਹਿਬ ਦੀ ਹੈਗੀ ਹੈ। ਹੁਣ ਕਹਿੰਦੇ ਆ ਵੀ ਬਿਲਕੁਲ ਬਾਜੀ ਪਲਟਣ 'ਤੇ ਆਈ ਪਈ ਹੈ। ਹਾਈ ਕਮਾਂਡ ਵੀ ਕਿਤੇ ਨਾ ਕਿਤੇ ਹੁਣ ਇੱਕ ਧਿਰ ਵੱਲ ਝੁਕਦਾ ਨਜ਼ਰ ਆ ਰਿਹਾ। ਪਤਾ ਨਹੀਂ ਤਾਂ ਤਸਵੀਰਾਂ ਹੀ ਹੁਣ ਉਹੋ ਜਿਹੀਆਂ ਨਿਕਲ ਕੇ ਸਾਹਮਣੇ ਸੋਸ਼ਲ ਮੀਡੀਆ 'ਤੇ ਜਿਹੜੇ ਕੈਪਟਨ ਸਾਹਿਬ ਵੀ ਪਾ ਰਹੇ ਆ, ਨਵਜੋਤ ਸਿੰਘ ਸਿੱਧੂ ਵੀ ਪਾ ਰਿਹਾ। ਪਰ ਕੱਲ੍ਹ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ, ਕਹਿੰਦੇ ਵੀ 60 ਤੇ 2 62 ਵਿਧਾਇਕ ਜਿਹੜੇ MLA ਹੈਗੇ ਆ, ਉਹ ਨਵਜੋਤ ਸਿੰਘ ਸਿੱਧੂ ਦੇ ਘਰੇ ਪਹੁੰਚ ਗਏ, ਅਤੇ ਉੱਥੇ ਐਂ ਲੱਗ ਰਿਹਾ ਸੀਗਾ ਕਿ ਹੁਣ ਬਸ ਅਗਲਾ ਇਹੀ ਹੋ ਸਕਦਾ। ਕੀ ਹੋ ਸਕਦਾ, ਆਪਾਂ ਸਾਰੀਆਂ ਚੀਜ਼ਾਂ 'ਤੇ ਗੱਲਬਾਤ ਕਰਾਂਗੇ ਵਾਰੀ-ਵਾਰੀ। ਜੀ ਬਿਲਕੁਲ, ਸ਼ੁਰੂਆਤ ਉਸੇ ਗੱਲ ਤੋਂ ਕਰ ਲੈਂਦੇ ਹਾਂ ਜੀ, ਕਿਉਂਕਿ ਕੋਰੋਨਾ ਮਹਾਮਾਰੀ ਹਲੇ ਤੱਕ ਖਤਮ ਨਹੀਂ ਕੀਤੀ ਜਾ ਸਕੀ। ਔਰ ਜਿਵੇਂ ਕਿ ਤੁਸੀਂ ਬਰਾੜ ਸਾਹਿਬ ਜ਼ਿਕਰ ਕੀਤਾ, ਓਲੰਪਿਕਸ ਖੇਡਾਂ ਸ਼ੁਰੂ ਕਰਨ ਵਾਸਤੇ ਜਾਂ ਓਲੰਪਿਕਸ ਖੇਡਾਂ ਦਾ ਆਯੋਜਨ ਕਰਨ ਵਾਸਤੇ ਜਾਪਾਨ ਵਜਿੱਦ ਹੈ, ਪਰ ਟੈਡਰੋਸ ਗੈਬ੍ਰਾਇਸਸ ਦੀ ਚੇਤਾਵਨੀ ਬਿਲਕੁਲ ਜਾਇਜ਼ ਹੈ ਜੀ, ਕਿਉਂਕਿ ਇਹ ਇੱਕ ਅਜਿਹਾ ਖੇਡ ਟੂਰਨਾਮੈਂਟ ਹੁੰਦਾ ਜਿਹਦੇ ਵਿੱਚ ਦੁਨੀਆ ਦਾ ਹਰ ਮੁਲਕ ਹਿੱਸਾ ਲੈਂਦਾ ਹੈ। ਕੋਈ ਛੋਟੇ ਮੋਟੇ ਛੱਡ ਦਿੱਤੇ ਜਾਣ ਤਾਂ ਤਕਰੀਬਨ ਦੁਨੀਆ ਦਾ ਹਰ ਮੁਲਕ ਹਿੱਸਾ ਲੈਂਦਾ ਹੈ, ਪਰ ਵੈਕਸੀਨੇਸ਼ਨ ਦੀ ਰਫ਼ਤਾਰ ਹੈ ਜਿਹੜੀ ਉਹ 94 ਮੁਲਕਾਂ ਦੇ ਵਿੱਚ ਹੀ ਹੈ। ਈਵਨ ਕਿ ਇੰਡੀਆ ਦੇ ਵਿੱਚ ਵੀ ਹਲੇ ਅੱਧੀ ਆਬਾਦੀ ਨੂੰ ਟੀਕੇ ਨਹੀਂ ਲੱਗ ਸਕੇ। ਇਹ ਤੁਸੀਂ ਜੇ ਆਪਾਂ ਸਭ ਤੋਂ ਵੱਧ ਆਬਾਦੀ ਵਾਲੇ ਜਾਂ ਵਿਕਸਿਤ ਮੁਲਕਾਂ ਦੀ ਵੀ ਗੱਲ ਕਰ ਲਈਏ, ਉਧਰ ਜੇ ਆਪਾਂ ਗੱਲ ਕਰ ਲਈਏ ਅਮਰੀਕਾ ਦੀ ਜਾਂ ਯੂਰਪੀ ਕੰਟਰੀਜ਼ ਦੀ, ਜੇ 10-15 ਮੁਲਕ ਜਾਂ 20 ਮੁਲਕਾਂ ਦੇ, ਜਾਂ ਆਪਾਂ 50 ਵੀ ਮੰਨ ਕੇ ਚੱਲੀਏ, 50 ਮੁਲਕਾਂ ਦੇ ਵਿੱਚ 80% ਲੋਕਾਂ ਨੂੰ ਟੀਕੇ ਲੱਗ ਚੁੱਕੇ ਨੇ। ਪਰ ਜਿਹੜੇ ਪਿੱਛੋਂ 100 ਹੋਰ ਆਉਣਗੇ ਮੁਲਕਾਂ ਦੇ ਐਥਲੀਟ, ਉਹ ਵੈਕਸੀਨੇਟਡ ਹੈਗੇ ਨੇ ਜਾਂ ਨਹੀਂ ਹੈਗੇ ਨੇ, ਉਹਨਾਂ ਦਾ ਸਟਾਫ ਵੈਕਸੀਨੇਟਡ ਹੈਗਾ ਜਾਂ ਨਹੀਂ ਹੈਗਾ, ਉਹ ਦੇਖਣ ਵਾਲੀ ਗੱਲ ਹੈ। ਕਿਉਂਕਿ ਹੁਣ ਤੱਕ ਕੱਲ ਤੱਕ ਦੀ ਜਿਹੜੀ ਇੰਡੀਆ ਦੇ ਸਮੇਂ ਮੁਤਾਬਕ ਕੱਲ ਸ਼ਾਮ ਤੱਕ ਦੀ ਰਿਪੋਰਟ ਇਹ ਕਹਿੰਦੀ ਹੈ ਕਿ 70 ਕੇਸ ਓਲੰਪਿਕ ਪਿੰਡ ਨਾਲ ਸੰਬੰਧਿਤ, ਜਿਹੜਾ ਓਲੰਪਿਕ ਵਿਲੇਜ ਵਸਾਇਆ ਜਾਂਦਾ ਖਿਡਾਰੀਆਂ ਦੇ ਰਹਿਣ ਸਹਿਣ ਵਾਸਤੇ ਜੋ ਪ੍ਰਬੰਧ ਕੀਤੇ ਜਾਂਦੇ ਨੇ, ਉੱਥੇ 70 ਕੇਸ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਜਿੱਦਣ ਦੀ ਇਹ ਗਹਿਮਾ ਗਹਿਮੀ ਸਰਗਰਮੀਆਂ ਸ਼ੁਰੂ ਹੋਈਆਂ ਨੇ। ਤੇ ਇਹ ਚਿੰਤਾ ਦਾ ਵਿਸ਼ਾ ਹੈ ਬਿਲਕੁਲ। ਇਹ ਖੇਡ ਟੂਰਨਾਮੈਂਟ ਵੱਲ ਹੁਣ ਪੂਰੀ ਕੌਮਾਂਤਰੀ ਭਾਈਚਾਰੇ ਨੂੰ ਹੀ ਸੋਚਣਾ ਹੋਊਗਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਾਪਾਨ ਨੇ ਅਰਬਾਂ ਡਾਲਰ ਖਰਚ ਕੀਤੇ ਨੇ। ਪਿਛਲੇ ਸਾਲ ਹੋਣੀਆਂ ਸੀ ਇਹ ਖੇਡਾਂ, ਪਰ ਉਸ ਵੇਲੇ ਬਹੁਤ ਜ਼ਿਆਦਾ ਆਪਾਂ ਕਹਾਂਗੇ ਕਰੋਨਾ ਦੀ ਮਾਰ ਸੀਗੀ। ਉਸ ਵੇਲੇ ਲੋਕਾਂ ਨੂੰ ਜਾਂ ਦੁਨੀਆ ਨੂੰ ਪਤਾ ਵੀ ਨਹੀਂ ਸੀ ਕਿ ਕਰੋਨਾ ਕਿਸ ਤਰੀਕੇ ਨਾਲ ਕਹਿਰ ਢਾਉਂਦਾ। ਉਹ ਜਿਹੜਾ ਖੌਫ ਦਾ ਮਾਹੌਲ ਸੀ, ਉਹ ਉਸ ਕਰਕੇ ਇਹ ਰੱਦ ਕਰ ਦਿੱਤੀਆਂ ਗਈਆਂ। ਪਰ ਹਾਲਾਤ ਹੁਣ ਵੀ ਨਹੀਂ ਸੁਧਰੇ। ਵੈਕਸੀਨੇਸ਼ਨ ਹਾਲਾਂਕਿ ਚੱਲ ਰਹੀ ਹੈ, ਇਸ ਕਰਕੇ ਇਸ ਪਾਸੇ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ ਕਿ ਹਾਲਾਤ ਬਹੁਤ ਜ਼ਿਆਦਾ ਬਿਹਤਰ ਨਹੀਂ ਹੋਏ। ਜਦੋਂ 70 ਕੇਸ ਹਲੇ ਖੇਡਾਂ ਸ਼ੁਰੂ ਨਹੀਂ ਹੋਈਆਂ, ਉਦੋਂ ਤੁਸੀਂ ਉਸ ਓਲੰਪਿਕ ਵਿਲੇਜ ਦੇ ਨਾਲ ਤੁਸੀਂ ਜੋੜ ਰਹੇ ਹੋ। ਬਕਾਇਦਾ ਤੌਰ ਤੇ ਐਲਾਨ ਹੋ ਰਿਹਾ ਹੈ, ਬਕਾਇਦਾ ਤੌਰ ਤੇ ਅੰਕੜੇ ਗਿਣਤੀ ਸਾਹਮਣੇ ਆ ਰਹੀ ਹੈ। ਤਾਂ ਜਦੋਂ ਉੱਥੇ ਖਿਡਾਰੀ ਪਹੁੰਚਣਗੇ 150 ਪਲੱਸ ਮੁਲਕਾਂ ਤੋਂ, ਤਾਂ ਉੱਥੇ ਕੀ ਹਾਲਾਤ ਬਣਨਗੇ।
ਹੁਣ ਇਹ ਹਾਲਾਂਕਿ ਕੁਝ ਦਿਨ ਪਹਿਲਾਂ ਹੀ ਟੋਕੀਓ ਦੇ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ ਜਿਹੜੀਆਂ ਬੰਦਿਸ਼ਾਂ ਨੇ ਘਟਾਈਆਂ ਜਾ ਰਹੀਆਂ ਨੇ ਹੌਲੀ ਹੌਲੀ, ਪਰ ਇਸ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਖੇਡ ਟੂਰਨਾਮੈਂਟ ਨਹੀਂ ਕਿਹਾ ਜਾ ਸਕਦਾ। ਇਸ ਨੂੰ ਆਪਾਂ ਕਹਾਂਗੇ ਕਿ 500 700 ਖਿਡਾਰੀ ਜਿਹੜੇ ਆਉਣਗੇ ਇੱਥੇ ਹਰ ਮੁਲਕ ਤੋਂ, ਉਹ ਇੱਕ ਤਰੀਕੇ ਦੇ ਨਾਲ ਜਿਹੜਾ ਇਕੱਠ ਕਰਕੇ ਜਾਣਗੇ ਤੇ ਉਹ ਆਪਣੇ ਮੁਲਕ ਨਵਾਂ ਇਨਫੈਕਸ਼ਨ ਲੈ ਕੇ ਜਾ ਸਕਦੇ ਨੇ, ਕਿਉਂਕਿ ਜਾਪਾਨ ਦਾ ਵੀ ਇੱਕ ਵੱਖਰਾ ਵੇਰੀਐਂਟ ਹੈ ਜਿਵੇਂ ਬ੍ਰਾਜ਼ੀਲ ਦਾ ਜਾਂ ਇੰਡੀਆ ਦਾ, ਜਾਂ ਹਾਲਾਂਕਿ ਨਾਮ ਦੇ ਦਿੱਤੇ ਗਏ ਨੇ ਡੈਲਟਾ ਵੇਰੀਐਂਟ, ਅਲਫਾ ਵੇਰੀਐਂਟ ਜਾਂ ਜੋ ਵੀ ਹੈ, ਉਹਨਾਂ ਦੇ ਵਿੱਚ ਜਾਪਾਨ ਦਾ ਵੀ ਇੱਕ ਵੇਰੀਐਂਟ ਸ਼ਾਮਲ ਹੈ ਜਿਹੜਾ ਕਾਫੀ ਖਤਰਨਾਕ ਮੰਨਿਆ ਜਾਂਦਾ। ਇਸ ਕਰਕੇ ਇਸ ਪਾਸੇ ਕੌਮਾਂਤਰੀ ਭਾਈਚਾਰੇ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਹਾਲਾਂਕਿ ਚਲੋ ਖੇਡਾਂ ਦਾ ਬਹੁਤ ਵਧੀਆ ਗੱਲ ਹੈ, ਖੇਡਾਂ ਹੋਣੀਆਂ ਚਾਹੀਦੀਆਂ ਨੇ, ਸਰੀਰਕ ਤੇ ਮਾਨਸਿਕ ਤੌਰ ਤੇ ਬੰਦੇ ਨੂੰ ਮਜ਼ਬੂਤ ਬਣਾਉਂਦੀਆਂ ਨੇ, ਪਰ ਮੌਜੂਦਾ ਹਾਲਾਤ ਬਿਲਕੁਲ ਅਲਾਉ ਨਹੀਂ ਕਰ ਰਹੇ। ਇਸ ਪਾਸੇ ਜਿਹੜਾ ਟੈਡਰੋਸ ਗੈਬਰਾਈਸਿਸ ਨੇ ਚਿੰਤਾ ਜ਼ਾਹਰ ਕੀਤੀ ਹੈ, ਬਿਲਕੁਲ ਜਾਇਜ਼ ਹੈ। ਇਸ ਪਾਸੇ ਦੁਬਾਰਾ ਸੋਚਣਾ ਹੋਊਗਾ, ਇਹ ਨਾ ਹੋਵੇ ਕਿਤੇ ਜਿਹੜੀ ਇਨਫੈਕਸ਼ਨ ਦੀ ਦਰ ਹੈ, ਇਨਫੈਕਸ਼ਨ ਰੇਟ ਹੈ, ਉਹ ਵਧੇ, ਕਿਉਂਕਿ ਇੰਡੀਆ ਦੇ ਵਿੱਚ ਹਲੇ ਕੱਲ੍ਹ ਹੀ ਪਹਿਲਾ ਮਾਮਲਾ ਸਾਹਮਣੇ ਆਇਆ। ਅਸਾਮ ਦੇ ਵਿੱਚ ਇੱਕ ਡਾਕਟਰ ਜਿਹੜੀ ਪੂਰੀ ਤਰ੍ਹਾਂ ਆਪਾਂ ਕਹਾਂਗੇ ਫੁੱਲੀ ਵੈਕਸੀਨੇਟਡ ਸੀ, ਦੋਵੇਂ ਟੀਕੇ ਲੱਗੇ ਹੋਏ ਸੀ, ਉਹਨੂੰ 2 ਵੇਰੀਐਂਟਸ ਦੇ ਨਾਲ, ਵੱਖ-ਵੱਖ ਕਰੋਨਾ ਦੇ 2 ਵੇਰੀਐਂਟਸ ਦੇ ਨਾਲ ਇਨਫੈਕਟਡ ਹੋ ਗਈ। ਹੁਣ ਇਸ ਮਾਮਲੇ ਦੇ ਵਿੱਚ ਹਾਲਾਂਕਿ ਹਲੇ ਇਹ ਪਹਿਲਾ ਮਾਮਲਾ ਇੰਡੀਆ ਦਾ ਮੰਨਿਆ ਜਾ ਰਿਹਾ ਹੈ ਵੀ 2 ਖਤਰਨਾਕ ਵੇਰੀਐਂਟਸ ਦਾ ਇੱਕ ਸ਼ਖਸ ਤੇ ਹਮਲਾ ਹੋਇਆ, ਉਹ ਪੂਰੀ ਤਰ੍ਹਾਂ ਵੈਕਸੀਨੇਟਡ ਹੈ, ਦੋਵੇਂ ਟੀਕੇ ਲੱਗੇ ਹੋਏ ਨੇ, ਪਰ ਨਤੀਜਾ ਸਿੱਟਾ ਕੀ ਨਿਕਲੂਗਾ, ਕੀ ਅਸਰ ਹੋਊਗਾ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਬਿਲਕੁਲ ਜੀ। ਗੱਲ ਆਪਾਂ ਹੁਣ ਨਾਲ ਲੱਗਦੀ ਚੀਨ ਦੀ ਵੀ ਕਰ ਲੈਂਦੇ ਹਾਂ। ਅਭਿਜੀਤ ਜੀ ਕਹਿੰਦੇ ਚੀਨ ਦੇ ਉੱਤੇ ਕੁਦਰਤ ਦੀ ਮਾਰ ਇੱਕ ਵਾਰ ਫੇਰ ਦੇਖਣ ਨੂੰ ਮਿਲੀ ਹੈ, ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਆਪਾਂ ਯੂਰਪ ਦੀ ਗੱਲ ਕਰਦੇ ਹੁੰਦੇ ਸੀਗੇ ਕਿ ਉੱਥੇ ਫਲੱਡ ਜਿਹੜੇ ਆਏ ਆ ਬਹੁਤ ਜ਼ਿਆਦਾ, ਜਾਣੀ ਕਿ ਨੁਕਸਾਨ ਤਾਂ ਜਿਹੜਾ ਫਾਈਨੈਂਸ਼ੀਅਲ ਨੁਕਸਾਨ ਵੀ ਹੋਇਆ, ਲੋਕਾਂ ਦੇ ਘਰਾਂ ਦਾ ਵੀ ਹੋਇਆ, ਪਰ ਚੀਨ ਦੇ ਇੱਕ ਸ਼ਹਿਰ ਦੀਆਂ ਤਸਵੀਰਾਂ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ। ਦਰਸ਼ਕੋ ਦੱਸੋ ਜੀ ਅਭਿਜੀਤ ਜੀ, ਕਿਹੜੇ ਸ਼ਹਿਰ ਦੇ ਵਿੱਚ ਹੈ? ਦੱਸਿਆ ਜਾ ਰਿਹਾ ਕਿ ਇੱਕ ਮੋਬਾਈਲਾਂ ਦਾ ਸ਼ਹਿਰ ਹੈ ਜੀ, ਬਹੁਤ ਮਹਿੰਗੇ ਜਿਹੜੇ ਮੋਬਾਈਲ ਹੈਗੇ ਆ, ਤੇ ਉੱਥੇ ਪਾਣੀ ਬਹੁਤ ਜ਼ਿਆਦਾ ਮੀਂਹ ਦਾ ਆ ਗਿਆ ਜੀ। ਹਾਂ ਬਿਲਕੁਲ ਜੀ, ਦੇਖੋ ਹੜ੍ਹ, ਕੁਦਰਤੀ ਕਰੋਪੀ ਇਸ ਪਿਛਲੇ ਸਾਲ ਤੋਂ ਹੀ ਸ਼ੁਰੂ ਹੋਇਆ ਕੰਮ। ਕਰੋਨਾ ਦੀ ਜਦੋਂ ਮਹਾਮਾਰੀ ਸ਼ੁਰੂ ਹੋਈ ਸੀ, ਉਸ ਤੋਂ ਬਾਅਦ ਲਗਾਤਾਰ ਕੁਦਰਤੀ ਆਫਤਾਂ ਨੇ ਜਿਹੜੀਆਂ ਵੱਖ-ਵੱਖ ਤਰੀਕੇ ਨਾਲ ਮਨੁੱਖਤਾ ਤੇ ਕਹਿਰ ਢਾ ਰਹੀਆਂ ਨੇ। ਤੇ ਹੁਣ ਯੂਰਪ ਦੀ ਆਪਾਂ ਗੱਲ ਕੀਤੀ ਸੀ, ਕੈਨੇਡਾ ਅਮਰੀਕਾ ਦੇ ਵਿੱਚ ਜੰਗਲਾਂ ਦੀ ਅੱਗ ਦੀ ਗੱਲ ਕੀਤੀ ਸੀ, ਤੇ ਹੁਣ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਿਰਫ 24 ਘੰਟੇ ਦੇ ਅੰਦਰ 18 ਇੰਚ ਬਾਰਿਸ਼, 1.5 ਫੁੱਟ ਬਾਰਿਸ਼ 24 ਘੰਟੇ ਦੇ ਅੰਦਰ ਇਹ ਸਿਰਫ ਇੱਕ ਬੰਦਾ ਜੇ ਸੁੱਕੀ ਸੜਕ ਤੇ ਖੜਾ ਹੈ ਤਾਂ ਇਹ ਮੈਟਰੋ ਦਾ ਹਾਲ ਹੈ। ਤੁਸੀਂ ਦੇਖੋ ਵੀ ਪਾਣੀ ਸਾਬਵੇ ਦੇ ਅੰਦਰ ਪਾਣੀ ਦਾਖਲ ਹੋ ਗਿਆ, ਔਰ ਜਿਹੜੇ ਐਮਰਜੈਂਸੀ ਕਾਮਿਆਂ ਨੂੰ ਬੁਲਾਉਣਾ ਪਿਆ ਮੁਸਾਫਰਾਂ ਨੂੰ, ਯਾਤਰੀਆਂ ਨੂੰ ਬਚਾਉਣ ਵਾਸਤੇ। ਸਾਬਵੇ ਦੇ ਅੰਦਰ ਇੰਨੀ ਜ਼ਿਆਦਾ ਮਾਰ ਪਾਣੀ ਦੀ ਪਈ ਹੈ। ਜਦੋਂ 24 ਘੰਟੇ ਦੇ ਅੰਦਰ ਆਪਾਂ ਉੱਥੇ ਜਰਮਨੀ ਦੀ ਗੱਲ ਕੀਤੀ ਸੀ, ਉੱਥੇ 6 ਤੋਂ 8 ਘੰਟੇ ਦੇ ਅੰਦਰ ਤਕਰੀਬਨ 8 ਇੰਚ ਪਲੱਸ ਬਾਰਿਸ਼ ਹੋਈ ਸੀ, ਔਰ ਹਾਲਾਤ ਦੇਖੇ ਸੀ ਕਿਵੇਂ ਵਿਗੜ ਚੁੱਕੇ ਸੀ। ਇੱਥੇ 18 ਇੰਚ ਬਾਰਿਸ਼ ਹੋਈ ਹੈ। ਜਦੋਂ 18 ਇੰਚ ਬਾਰਿਸ਼ ਦਾ ਮਤਲਬ ਹੁੰਦਾ 1.5 ਫੁੱਟ ਪਾਣੀ ਇੱਕ ਸੁੱਕੀ ਸੜਕ ਤੇ ਖੜਾ ਹੋ ਜਾਣਾ, ਪਰ ਉਹ ਕੱਲਾ ਪਾਣੀ ਬਾਰਿਸ਼ ਦਾ ਨਹੀਂ ਹੁੰਦਾ, ਤੇ ਆਸੇ ਪਾਸਿਆਂ ਤੋਂ ਰੁੜ ਕੇ ਵੀ ਆਉਂਦਾ। ਉੱਚੀਆਂ ਥਾਵਾਂ ਤੋਂ ਜਦੋਂ ਰੁੜ ਕੇ ਨਿਵਾਣ ਵੱਲ ਆਉਂਦਾ ਤਾਂ ਉਹ ਹੜ੍ਹਾਂ ਦਾ ਰੂਪ ਧਾਰਨ ਕਰ ਜਾਂਦਾ। ਇਹ ਹਾਲਾਤ ਆਪਾਂ ਦੇਖ ਹੀ ਰਹੇ ਹਾਂ ਕਿ ਕਿਸ ਤਰੀਕੇ ਨਾਲ ਸਾਬਵੇਜ਼ ਬੰਦ ਹੋ ਗਏ, ਇੱਕ ਟ੍ਰੇਨ ਫਸ ਗਈ, ਮੈਟਰੋ ਕਹਿ ਲਓ ਉਹਨੂੰ, ਜੋ ਮਰਜ਼ੀ, ਉਹਦੇ ਵਿੱਚ ਮੁਸਾਫਰਾਂ ਨੂੰ ਕੱਢਣ ਲਈ ਹੱਥਾਂ ਪੈਰਾਂ ਦੀ ਪੈ ਗਈ ਪ੍ਰਬੰਧਕਾਂ ਨੂੰ ਕਿ ਕਿਤੇ ਪਾਣੀ ਜ਼ਿਆਦਾ ਉੱਪਰ ਚੜ ਜਾਂਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ, ਕਿਉਂਕਿ ਭੱਜਣ ਵਾਸਤੇ ਕੋਈ ਰਾਹ ਹੀ ਨਹੀਂ ਹੈਗਾ। ਜਿੱਧਰ ਮਰਜ਼ੀ ਚਲੇ ਜਾਓ ਪਾਣੀ ਹੀ ਪਾਣੀ, ਔਰ ਆਸੇ-ਪਾਸੇ ਕੰਧਾਂ, ਤੇ ਇੱਕ ਟ੍ਰੇਨ ਦੇ ਵਿੱਚ ਫਸੇ ਮੁਸਾਫਰਾਂ ਨੂੰ ਕਿਵੇਂ। ਇੱਥੇ ਤਾਂ ਪਾਣੀ ਜੀ ਲੱਖ ਤੱਕ ਆਇਆ ਹੋਇਆ ਜੀ, ਇੱਥੇ ਜ਼ਿਆਦਾ ਨਹੀਂ ਲੱਗ ਰਿਹਾ ਜੀ, 1.5 ਫੁੱਟ ਕਿੱਥੇ ਬਣਦਾ। ਇਲਾਕਿਆਂ ਦੇ ਹਿਸਾਬ ਨਾਲ ਆ ਜੀ, ਹੁਣ ਕਈ ਇਲਾਕੇ ਉੱਚੀਆਂ ਥਾਵਾਂ ਤੇ ਨੇ, ਕਈ ਇਲਾਕੇ ਨੀਵੀਆਂ ਥਾਵਾਂ ਤੇ ਨੇ, ਕਈ ਇਲਾਕੇ ਜਿਹੜੇ ਦਰਿਆਵਾਂ ਦੇ ਕਿਨਾਰੇ ਨੇ ਉਹ, ਜਾਂ ਕਈ ਦੂਰ ਨੇ, ਉਹ ਫਰਕ ਹੈਗਾ। ਇਹ ਪੂਰਾ ਸੂਬਾ ਹੀ ਜਿਹੜਾ ਚੀਨ ਦਾ ਹੈਨਾਨ ਸੂਬਾ ਹੈ, ਜਿੱਥੇ ਇਹ ਰਿਕਾਰਡ ਤੋੜ ਬਾਰਿਸ਼ ਹੋਈ ਹੈ, 457.5 ਮਿਲੀਲੀਟਰ, 18 ਇੰਚ ਮਤਲਬ ਤਕਰੀਬਨ ਬਣਦਾ ਇਹ। ਤੇ ਉੱਥੋਂ ਦੇ ਰਾਸ਼ਟਰਪਤੀ ਨੇ ਵੀ ਇਸ ਹੜ੍ਹਾਂ ਦੀ ਜਿਹੜੀ ਸਥਿਤੀ ਹੈ, ਹੜ੍ਹਾਂ ਦੇ ਹਾਲਾਤ ਨੇ ਬੇਹੱਦ ਗੰਭੀਰ ਕਰਾਰ ਦਿੱਤਾ ਹੈ ਕਿ ਤੇ ਜੇ ਆਪਾਂ ਸਟੇਟ ਮੀਡੀਆ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਦੱਸਿਆ ਕਿ ਕੁਝ ਬੰਨ ਵੀ ਟੁੱਟ ਗਏ ਨੇ। ਹਾਲਾਂਕਿ ਕੋਈ ਵੱਡਾ ਬੰਨ ਨਹੀਂ ਟੁੱਟਿਆ, ਪਰ ਜਿਹੜੇ
ਛੋਟੇ ਵਾਲੇ ਸੂਬੇ ਦੇ ਵਿੱਚ, ਹੈਨਾਨ ਸੂਬੇ ਦੇ ਵਿੱਚ ਬਣੇ ਹੋਏ ਸੀ। ਕੁਝ ਬੰਨ ਵੀ ਟੁੱਟ ਗਏ ਨੇ ਤੇ ਲੋਕ ਜ਼ਖਮੀ ਵੀ ਹੋਏ ਨੇ। ਹਾਲਾਂਕਿ ਜਿਹੜੀਆਂ ਹੁਣ ਤੱਕ ਦੀਆਂ ਮੌਤਾਂ ਦਾ ਅੰਕੜਾ ਸਿਰਫ 12 ਤੋਂ 14 ਹੀ ਦੱਸਿਆ ਜਾ ਰਿਹਾ ਹੈ, ਪਰ ਜਦੋਂ ਪਾਣੀ ਘਟੂਗਾ ਉਦੋਂ ਗਿਣਤੀ ਅਸਲ ਦੇ ਵਿੱਚ ਸਾਹਮਣੇ ਆਊਗੀ। ਹਲੇ ਤਾਂ ਤਾਜ਼ਾ ਮੀਂਹ ਪੈ ਕੇ ਹਟਿਆ। ਯੂਰਪ ਦੇ ਵਿੱਚ ਆਪਾਂ ਦੇਖਿਆ ਸੀ ਲੋਕ ਕਾਰਾਂ ਦੇ ਵਿੱਚ ਬੈਠੇ, ਈਵਨ ਕਿ ਟਰੱਕਾਂ ਦੇ ਵਿੱਚ ਬੈਠੇ ਰੁੜ ਗਏ ਸੀ। ਉਹ ਜਿਹੜੀਆਂ ਉਹਨਾਂ ਦੀਆਂ ਡੈੱਡ ਬੋਡੀ ਸੀ ਉਹ ਬਾਅਦ ਦੇ ਵਿੱਚ 2 ਦਿਨ ਬਾਅਦ ਕੱਢੀਆਂ ਜਾ ਸਕੀਆਂ, ਫਿਰ ਕਿਤੇ ਜਾ ਕੇ ਸਹੀ ਅੰਕੜਾ ਸਾਹਮਣੇ ਆਇਆ ਸੀ। ਹੁਣ ਅਚਾਨਕ ਜਦੋਂ ਮੋਹਲੇਧਾਰ ਬਾਰਿਸ਼ ਹੁੰਦੀ ਹੈ, ਲਗਾਤਾਰ ਮੀਂਹ ਪੈਂਦਾ 24 ਘੰਟੇ ਦੇ ਅੰਦਰ, ਜਦੋਂ 1.5 ਫੁੱਟ ਬਾਰਿਸ਼ ਪੈ ਜੇ ਤਾਂ ਉਸ ਨੂੰ ਅਬਜ਼ੌਰਬ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਤੇ ਫਿਰ ਇਹ ਹਾਲਾਤ ਆਪਾਂ ਦੇਖ ਹੀ ਰਹੇ ਹਾਂ ਕਿ ਨੀਵੇਂ ਇਲਾਕੇ ਤਾਂ ਤਕਰੀਬਨ ਡੁੱਬ ਗਏ ਤੇ ਬਾਕੀ ਇਲਾਕਿਆਂ ਦੇ ਵਿੱਚ ਪਾਣੀ ਨੇ ਜਿਹੜਾ ਕਹਿਰ ਵਰਾ ਦਿੱਤਾ। ਤੇ ਕੁਦਰਤੀ ਕਰੋਪੀ ਦੀ ਇੱਕ ਹੋਰ ਘਟਨਾ ਜਿਹਦੇ ਵਿੱਚ ਜਿਹੜੀ ਚੀਨ ਦੇ ਵਿੱਚ ਸਾਹਮਣੇ ਆਈ ਹੈ ਯੂਰਪ ਤੋਂ ਬਾਅਦ। ਬਿਲਕੁਲ ਜੀ। ਦਰਸ਼ਕਾਂ ਨੂੰ ਬੇਨਤੀ ਹੈ ਜੀ 10 ਮਿੰਟ ਬਸ ਦਿਓ ਜੀ, ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਤੁਹਾਡੇ ਨਾਲ ਅਸੀਂ ਜਾਰੀ ਕਰਾਂਗੇ। 2-4 ਖਬਰਾਂ ਹੋਰ ਮੇਨ ਹੈਗੀਆਂ। ਅਭਿਜੀਤ ਜੀ ਲੱਗਦੇ ਹੱਥੋਂ ਨਾਲ ਆਪਾਂ ਕਿਸਾਨਾਂ ਦੀ ਗੱਲ ਕਰ ਲਈਏ। ਕਿਸਾਨਾਂ ਵੱਲ ਅੱਜ ਤੋਂ ਜਿਹੜਾ ਸ਼ੁਰੂ ਹੋ ਰਿਹਾ ਕਿਸਾਨਾਂ ਦਾ, ਇੱਕ ਤਾਂ ਜੰਤਰ ਮੰਤਰ ਦੀ ਖਬਰ ਆਈ ਹੈ ਕਿ ਜੰਤਰ ਮੰਤਰ ਤੇ ਕਿਸਾਨ ਜਿਹੜੇ ਹੁਣ ਉੱਥੇ ਆਪਣਾ ਪ੍ਰਦਰਸ਼ਨ ਕਰ ਸਕਦੇ ਆ। ਪ੍ਰਦਰਸ਼ਨ ਤਾਂ ਚਲੋ ਪਿਛਲੇ 7-8 ਮਹੀਨਿਆਂ ਤੋਂ ਬੈਠੇ ਹੀ ਹੈ। ਜੰਤਰ ਮੰਤਰ ਤੇ ਜਿਹੜੀ ਇਜਾਜ਼ਤ ਦਿੱਤੀ ਹੈ, ਇਹਦਾ ਚ ਕੀ ਨਵਾਂ ਇੱਕ ਵੇਖਣ ਨੂੰ ਮਿਲੂਗਾ ਅਭਿਜੀਤ ਜੀ? ਕਿਸਾਨਾਂ ਨੇ ਤਾਂ ਵਿਚਾਰੇ ਆਪਦੇ ਤੰਬੂਆਂ 'ਚ ਵੀ ਬੈਠੇ, ਜੰਤਰ ਮੰਤਰ ਤੇ ਵੀ ਜਾਣਾ ਨਹੀਂ। ਉੱਧਰ ਵੀ ਹੁਣ ਸੂਤਰਾਂ ਦੇ ਹਵਾਲੇ ਨਾਲ ਖਬਰ ਆ ਰਹੀ ਹੈ ਕਿ ਦਿੱਲੀ ਪੁਲਿਸ ਦੀ ਨਿਗਰਾਨੀ ਹੇਠ, ਦਿੱਲੀ ਪੁਲਿਸ ਦੀ ਐਸਕੌਰਟ ਦੇ ਹੇਠ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ, ਜਿਨ੍ਹਾਂ ਦੀ ਨਿਗਰਾਨੀ ਹੇਠ 200 ਕਿਸਾਨਾਂ ਦਾ ਜਥਾ ਹੈ ਜਿਹੜਾ ਸੰਸਦ ਦੇ ਬਾਹਰ ਜਾ ਕੇ ਮੁਜ਼ਾਹਰਾ ਕਰੂਗਾ, ਜਾਂ ਆਪਾਂ ਕਹਿ ਸਕਦੇ ਹਾਂ ਰੋਸ ਧਰਨਾ ਦੇਊਗਾ। ਪੁਲਿਸ ਵਾਲੇ ਨਾਲ ਹੋਣਗੇ। ਹਾਂ, ਪੁਲਿਸ ਵਾਲੇ ਨਿਗਰਾਨੀ ਕਰਨਗੇ, ਨਾਲ ਰਵਾਨਾ ਹੋਣਗੇ। 200 ਕਿਸਾਨਾਂ ਦੇ ਜਥੇ ਨੂੰ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ ਪਹਿਲਾਂ ਇਹੀ ਗੱਲ ਕਹੀ ਗਈ ਸੀ, ਜਿਹੜੀਆਂ ਪਹਿਲੀਆਂ ਮੀਟਿੰਗਾਂ ਹੋਈਆਂ ਨੇ ਕਿ ਜੰਤਰ ਮੰਤਰ ਵਿਖੇ ਤੁਸੀਂ ਚਲੇ ਜਾਓ, ਉੱਥੇ ਜਾ ਕੇ ਧਰਨਾ ਲਾ ਲਓ, ਤੁਸੀਂ ਸੰਸਦ ਵੱਲ ਨਾ ਆਓ। ਦਿੱਲੀ ਪੁਲਿਸ ਲਗਾਤਾਰ ਇਹ ਇਨਸਿਸਟ ਕਰ ਰਹੀ ਸੀ, ਪਰ ਦਿੱਲੀ ਸਰਕਾਰ, ਦੋਵੇਂ ਪਾਸਿਓਂ ਇਹ ਖਬਰ ਮਿਲੀ ਹੈ, ਦਿੱਲੀ ਦੀ ਜਿਹੜੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਹੈ ਇਸ ਵੱਲੋਂ ਤੇ ਦਿੱਲੀ ਪੁਲਿਸ ਵੱਲੋਂ, ਦੋਹਾਂ ਵੱਲੋਂ ਸ਼ਰਤਾਂ ਦੇ ਆਧਾਰ ਤੇ ਪ੍ਰਵਾਨਗੀ ਦਿੱਤੀ ਗਈ ਹੈ। ਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਕਿਸਾਨ ਸੰਸਦ ਦੇ ਨੇੜੇ ਜਾ ਕੇ ਉੱਥੇ ਆਪਣਾ ਜਿਹੜਾ ਰੋਸ ਮੁਜ਼ਾਹਰਾ ਸ਼ਾਂਤਮਈ ਤਰੀਕੇ ਨਾਲ ਕਰ ਸਕਦੇ ਨੇ। ਪਰ ਦੂਜੇ ਪਾਸੇ ਇਹ ਆਪਾਂ ਗੱਲ ਕਰਾਂਗੇ ਕਿ ਬਲਦੇਵ ਸਿੰਘ ਸਿਰਸਾ ਨੇ ਮਰਨ ਵਰਤ ਜਿਹੜਾ ਸ਼ੁਰੂ ਕਰ ਦਿੱਤਾ ਹੈ। ਮਰਨ ਵਰਤ ਉਹਨਾਂ ਦਾ ਅੱਗੇ ਵੱਧ ਰਿਹਾ ਹੈ ਕਿ ਜਿਹੜੇ ਕਿਸਾਨਾਂ ਦੇ ਵਿਰੁੱਧ, ਸਿਰਸਾ ਦੇ ਕਿਸਾਨਾਂ ਦੇ ਵਿਰੁੱਧ ਰਾਜ ਧਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ, ਉਹ ਤੁਰਤ ਵਾਪਸ ਲਿਆ ਜਾਵੇ। ਤਸਵੀਰਾਂ ਆਪਾਂ ਇੱਕ ਵਾਰ ਮਰਨ ਵਰਤ ਤੇ ਜਿਹੜੇ ਬਲਦੇਵ ਸਿੰਘ ਸਿਰਸਾ ਬੈਠੇ ਆ ਜੀ, ਉਹਨਾਂ ਦੀਆਂ ਆਪਾਂ ਦਿਖਾ ਦਿੰਦੇ ਹਾਂ ਅਭਿਜੀਤ ਜੀ। ਇਹ ਤਸਵੀਰਾਂ ਹੈਗੀਆਂ ਜੀ, ਆਪਣੇ ਅਪਡੇਟ ਜਿਹੜੀ ਪਿਛਲੇ 24 ਘੰਟਿਆਂ ਦੀ ਅਸੀਂ ਤਾਜ਼ਾ ਤਸਵੀਰਾਂ ਦਿਖਾ ਰਹੇ ਹਾਂ ਜੀ। ਅਭਿਜੀਤ ਜੀ ਇਹਦੇ ਵਿੱਚ ਮੰਗ ਇੱਕ ਇਹੀ ਹੈ ਜਾਂ ਬਿਲਕੁਲ ਨਹੀਂ? ਇਹੀ ਬਿਲਕੁਲ ਬਲਦੇਵ ਸਿੰਘ ਸਿਰਸਾ ਦੀ ਮੰਗ ਇਹੀ ਹੈ। ਹਾਲਾਂਕਿ ਕਿਸਾਨ ਮੋਰਚਾ ਇੱਕ ਵੱਖਰਾ ਪੈਟਰਨ ਹੈ, ਉਹ ਠੀਕ ਹੈ, ਉਹ ਉਹਦੇ ਨਾਲ ਜੁੜੇ ਹੋਏ ਨੇ, ਪਰ ਜਿਹੜੇ ਰਾਜ ਧਰੋਹ ਦੇ ਕੇਸ ਦਰਜ ਕਰਕੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਸਿਰਸਾ ਦੇ ਵਿੱਚ, ਉਹਦੇ ਵਿੱਚ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਜਾਂ ਤਾਂ ਕਿਸਾਨਾਂ ਦੀ ਰਿਹਾਈ ਹੋਊਗੀ ਜਾਂ ਫਿਰ ਮੇਰੀ ਵਿਦਾਈ ਹੋਊਗੀ। ਇਹ ਇੱਥੋਂ ਤੱਕ ਗੱਲ ਬਲਦੇਵ ਸਿੰਘ ਸਿਰਸਾ ਨੇ ਕਹੀ ਹੈ। ਮਰਨ ਵਰਤ ਉਹਨਾਂ ਦਾ ਚੱਲ ਰਿਹਾ ਹੈ। ਤੇ ਹੁਣ ਹਾਲਾਂਕਿ ਜੇ ਆਪਾਂ ਪਿਛਲੇ ਕੁਝ ਜਿਹੜੇ ਘਟਨਾਕ੍ਰਮ ਦੇਖੀਏ ਤਾਂ ਕਈ ਥਾਵਾਂ ਤੇ ਕਿਸਾਨਾਂ ਦੇ ਵਿਰੁੱਧ ਮਾਮਲੇ ਦਰਜ ਕੀਤੇ ਗਏ ਸੀ। ਕਰਨਾਲ ਵੀ ਉਹਨਾਂ ਦੇ ਵਿੱਚੋਂ ਇੱਕ ਸੀਗਾ, ਤੇ ਹੋਰ ਕਈ ਥਾਵਾਂ ਤੇ ਜਿਹੜੇ ਉਹ ਕਿਸਾਨਾਂ ਦੇ ਰੋਸ ਵਿਖਾਵਿਆਂ ਤੋਂ ਬਾਅਦ ਉਹਨਾਂ ਨੂੰ ਵਾਪਸ ਲੈ ਲਿਆ ਗਿਆ। ਸਾਰੇ ਮੁਕੱਦਮੇ ਜਿਹੜੇ ਮਾਮਲੇ ਰੱਦ ਕਰ ਦਿੱਤੇ ਗਏ ਤੇ ਜਿਹੜੇ ਗ੍ਰਿਫਤਾਰ ਕਿਸਾਨ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ। ਪਰ ਇਸ ਮਾਮਲੇ ਦੇ ਵਿੱਚ ਕਾਫੀ ਜਿਹੜਾ ਅੜਿੱਕੇ ਦੇਖਣ ਨੂੰ ਮਿਲ ਰਹੇ ਨੇ। ਸੋ ਇਸੇ ਕਰਕੇ ਬਲਦੇਵ ਸਿੰਘ ਸਿਰਸਾ ਨੂੰ ਮਰਨ ਵਰਤ ਸ਼ੁਰੂ ਕਰਨਾ ਪਿਆ, ਖਾਸ ਤੌਰ ਤੇ ਕਿਸਾਨਾਂ ਦੀ ਰਿਹਾਈ ਵਾਸਤੇ, ਔਰ ਜਿਹੜੇ ਦੇਸ਼ ਧਰੋਹ ਜਾਂ ਕਹਿ ਲਓ ਆਪਾਂ ਰਾਜ ਧਰੋਹ ਦੇ ਮਾਮਲੇ ਦਰਜ ਕੀਤੇ ਗਏ ਨੇ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ। ਦਿੱਲੀ ਦੀ ਅਭਿਜੀਤ ਜੀ ਇੱਕ ਹੋਰ ਖਬਰ ਹੈਗੀ ਹੈ, ਖਬਰ ਆਪਣੇ ਦਰਸ਼ਕਾਂ ਦੇ ਨਾਲ ਵੀ ਸੰਬੰਧਿਤ ਹੈਗੀ ਹੈ, ਕਿਉਂਕਿ ਹਰੇਕ ਬੰਦੇ ਦੇ ਕੋਲੇ ਕਾਰ ਅੱਜ ਕੱਲ੍ਹ ਹੈਗੀ ਹੈ, ਤੇ ਕਾਰ ਇੱਕ ਦੂਜੀ ਗੱਲ ਜਿਹੜੀ ਨਾਲ ਇਹਦੇ ਇਹ ਜੁੜੀ ਆ ਵੀ ਹਰੇਕ ਬੰਦੇ ਕੋਲੇ ਇੰਨੀ ਜਗ੍ਹਾ ਹੈ ਨਹੀਂ ਕਿ ਘਰ ਦੇ ਅੰਦਰ ਉਹਨੂੰ ਪਾਰਕ ਕਰ ਲੇ। ਖਾਸ ਕਰਕੇ ਜਿਨ੍ਹਾਂ ਨੇ ਰੈਂਟ ਤੇ ਰਹਿਣਾ ਹੁੰਦਾ ਅਭਿਜੀਤ ਜੀ, ਉਹਨਾਂ ਵਾਸਤੇ ਖਬਰ ਹੈਗੀ ਹੈ। 2 ਦਿਨਾਂ ਦਾ ਮੀਂਹ ਪਿਆ ਸੀਗਾ ਜੀ ਦਿੱਲੀ ਦੇ ਵਿੱਚ, ਤੇ 2 ਦਿਨਾਂ ਦੇ ਮੀਂਹ ਨੇ ਦਿੱਲੀ ਸਰਕਾਰ ਦੀ ਤੇ ਨਗਰ ਨਿਗਮ ਦੀ ਪੋਲ ਖੋਲ ਕੇ ਰੱਖਤੀ ਹੈ। ਇੱਕ ਦਵਾਰਕਾ ਖੇਤਰ ਦੀਆਂ ਆਪਾਂ ਅਭਿਜੀਤ ਜੀ ਤਸਵੀਰਾਂ ਦਿਖਾ ਦਿੰਨੇ ਆ। ਇੱਕ ਬਾਹਰ ਕਾਰ ਖੜੀ ਸੀਗੀ, ਤੇ ਜਦੋਂ ਮੀਂਹ ਜ਼ਿਆਦਾ ਪੈ ਕੇ ਹਟਿਆ ਉਦੋਂ ਬਾਅਦ ਥੱਲੇ ਪਤਾ ਨਹੀਂ ਤਾਂ ਕੋਈ ਉਹਦੇ ਖੱਡਾ ਆ ਗਿਆ, ਪਤਾ ਨਹੀਂ ਪਹਿਲਾਂ ਹੀ ਕੋਈ ਖੂਹੀ ਵਗੈਰਾ ਉੱਥੇ ਸੀਗੀ ਅਭਿਜੀਤ ਜੀ। ਕਾਰ ਇੱਕਦਮ ਜਿਵੇਂ ਫਿਲਮੀ ਸੀਨ ਤਰ੍ਹਾਂ ਨਾ ਖੱਡਾ ਜਿਹਾ ਪੱਟ ਕੇ ਤੇ ਉਹਦੇ ਵਿੱਚ ਬਹਿਣੀ ਜਿਹੜੀ ਹੈਗੀ ਉਹ ਸ਼ੁਰੂ ਹੋ ਗਈ ਹੈ। ਹੌਲੀ ਹੌਲੀ ਦੇਖਦੇ ਖਿਸਕਦੀ
ਦੀ ਤੇ ਅੱਧਿਓਂ ਵੱਧ ਕਾਰ ਜਿਹੜੀ ਆ ਉਹ ਅੰਦਰਲੇ ਪਾਸੇ ਖੱਡੇ ਦੇ ਵਿੱਚ ਹੀ ਚਲੀ ਗਈ ਹੈ। ਇਹ ਥੋੜਾ ਜਿਹਾ ਸਮਝਾਓ, ਇਹ ਥੱਲੇ ਕੋਈ ਖੂਹ ਵਗੈਰਾ ਸੀਗਾ ਜਾਂ ਕੋਈ ਗੱਲ ਹੋਰ ਸੀ ਜਾਂ ਫਿਰ ਹਿੱਸਾ ਪੱਤੀ ਜ਼ਿਆਦਾ ਚੱਲ ਗਈ ਜੀ ਇੱਥੇ? ਬਿਲਕੁਲ ਉਹੀ ਹੈ ਜੀ। ਦੇਖੋ ਹੁਣ ਜਿਹੜੇ ਸੀਵੇਜ ਦੇ ਜਾਂ ਸੀਵਰੇਜ ਆਪਾਂ ਜਿਹਨੂੰ ਕਹਿ ਦਿੰਦੇ ਆ ਜੀ, ਉਹਨਾਂ ਦੀਆਂ ਪਾਈਪਲਾਈਨਸ ਹੁੰਦੀਆਂ ਨੇ, ਉਹ ਸੜਕਾਂ ਦੇ ਹੇਠਾਂ ਹੀ ਹੁੰਦੀਆਂ ਜ਼ਿਆਦਾਤਰ ਥਾਵਾਂ ਤੇ। ਹੁਣ ਇੰਨੀ ਜਗ੍ਹਾ ਕਿਹੜੇ ਵੱਡੇ ਮੈਟਰੋ ਸ਼ਹਿਰਾਂ ਦੇ ਵਿੱਚ ਨਹੀਂ ਬਚੀ ਕਿ ਉਹ ਅੱਡ ਜਿਹੜੀਆਂ ਸੜਕ ਤੋਂ ਹਟ ਕੇ ਬਣਾਈਆਂ ਜਾਣ। ਤੇ ਉਹ ਉਹਨਾਂ ਥਾਵਾਂ ਤੇ ਜਦੋਂ ਫਿਰ ਲਗਾਤਾਰ ਪਾਣੀ, ਖਾਸ ਤੌਰ ਤੇ ਬਾਰਿਸ਼ ਦੇ ਮੌਸਮ 'ਚ ਜਦੋਂ ਓਵਰਫਲੋ ਹੁੰਦਾ ਤਾਂ ਮਿੱਟੀ ਜਿਹੜੀ ਹੈ ਖਿਸਕਦੀ ਹੈ, ਗਰਕਦੀ ਹੈ, ਤੇ ਜਿਹੜਾ ਉੱਪਰੋਂ ਫਿਰ ਜਦੋਂ ਵਜ਼ਨ ਲਗਾਤਾਰ ਪੈਂਦਾ ਰਹਿੰਦਾ ਤਾਂ ਉਹ ਦਬਣੀ ਵੀ ਸ਼ੁਰੂ ਹੋ ਜਾਂਦੀ ਹੈ। ਤੇ ਜਦੋਂ ਦਬਦੀ ਹੈ ਤਾਂ ਫਿਰ ਐਂਡ ਤੇ ਜਾ ਕੇ ਇੱਕ ਬਿਲਕੁਲ ਐਂਡ ਪੁਆਇੰਟ ਤੇ ਜਾ ਕੇ ਜਦੋਂ ਕੋਈ ਗੱਡੀ ਉਸ ਤੇ ਦਬਾਅ ਪਾਉਂਦੀ ਹੈ ਤਾਂ ਉਹ ਨੈਚੁਰਲੀ ਆ ਉਹੀ ਗੱਡੀ ਗਰਕ ਜਾਂਦੀ ਹੈ। ਇਸ ਮਾਮਲੇ ਦੇ ਵਿੱਚ ਇਹੀ ਦੇਖਿਆ ਗਿਆ, ਕਿਉਂਕਿ ਇਹ ਤਾਂ ਹੈ ਨਹੀਂਗਾ ਕਿ ਇਹ ਰਾਤੋਂ ਰਾਤ ਕੋਈ ਮੇਨ ਹੋਲ ਇੱਥੇ ਬਣ ਗਿਆ। ਹੌਲੀ ਹੌਲੀ ਜਦੋਂ ਮੀਂਹ ਦਾ ਪਾਣੀ ਰਿਸਦਾ ਰਹਿੰਦਾ, ਲਗਾਤਾਰ ਮਿੱਟੀ ਖੁਰਦੀ ਰਹਿੰਦੀ ਹੈ, ਤਾਂ ਉਹ ਉਸ ਜਗ੍ਹਾ ਤੇ ਜਿਹੜੀ ਹੈ ਸੜਕ ਦਾ ਟਿਕੇ ਰਹਿਣਾ ਮੁਸ਼ਕਲ ਹੋ ਜਾਂਦਾ ਹੈ। ਤੇ ਖਾਸ ਤੌਰ ਤੇ ਜਦੋਂ ਥੱਲੇ ਪਾਈਪਲਾਈਨ ਕੋਈ ਪਈ ਹੋਵੇ, ਕੋਈ ਹੋਰ ਚੀਜ਼ ਦੀ ਕਿਸੇ ਦੀ ਨਿਰਮਾਣ ਕੀਤਾ ਹੋ ਗਿਆ ਹੋਵੇ, ਉਸ ਦੇ ਵਿੱਚ ਕਮੀਆਂ ਹੋਣ, ਉਹਨਾਂ ਹਾਲਾਤ ਦੇ ਵਿੱਚ ਫਿਰ ਜਿਹੜੀ ਹੈ ਜਾਨ ਮਾਲ ਦੀ ਜਿਹੜੀ ਖਤਰਾ ਜ਼ਿਆਦਾ ਪੈਦਾ ਹੋ ਜਾਂਦਾ। ਬਿਲਕੁਲ ਜੀ। ਅਗਲੇ ਪਾਸੇ ਵਜੀਦ ਜੀ ਖਬਰ ਵੱਲ ਜਿਹੜੀ ਆਪਾਂ ਵੱਧਦੇ ਆਂ, ਭਾਰਤ ਦੀਆਂ ਕਹਿ ਲਈਏ ਕਿ ਭਾਰਤ ਦੀਆਂ ਹੁਣ ਸਭ ਤੋਂ ਸੋਹਣੀਆਂ ਤਸਵੀਰਾਂ ਤੇ ਸੋਹਣੀ ਖਬਰ ਤੁਹਾਨੂੰ ਸੁਣਾਉਣ ਜਾ ਰਹੇ ਆਂ। ਕੱਲ ਮੁਸਲਮਾਨਾਂ ਦਾ ਇੱਕ ਤਿਉਹਾਰ, ਪਵਿੱਤਰ ਤਿਉਹਾਰ ਮੰਨਿਆ ਜਾਂਦਾ ਵਜੀਦ ਜੀ, ਬਕਰੀਦ, ਉਹ ਕੱਲ ਪੂਰੇ ਦੇਸ਼ ਦੇ ਵਿੱਚ ਲੋਕਾਂ ਨੇ ਮਨਾਇਆ, ਪੰਜਾਬ ਦੇ ਵਿੱਚ ਵੀ ਮਨਾਇਆ। ਪਰ ਜਿਹੜੇ ਭਾਰਤ ਪਾਕ ਸਰਹੱਦ ਤੇ, ਇਹ ਰਾਜਸਥਾਨ ਦੀ ਸਰਹੱਦ ਦੀ ਵੀ ਗੱਲ ਹੁਣ ਆਪਾਂ ਕਰਾਂਗੇ, ਜੰਮੂ ਕਸ਼ਮੀਰ ਦੀ ਵੀ ਕਰਾਂਗੇ, ਉੱਥੇ ਜਿਹੜੇ ਇਧਰਲੇ ਪਾਸੇ ਆਪਣੀ ਇੰਡੀਅਨ ਆਰਮੀ ਤੇ ਪਾਕਿਸਤਾਨ ਆਰਮੀ ਨੇ ਇੱਕ ਦੂਜੇ ਨੂੰ ਵਜੀਦ ਜੀ ਮਿਠਾਈਆਂ ਦਿੱਤੀਆਂ, ਮਿਠਾਈਆਂ ਦੇ ਕੇ ਨਾਲ ਫੋਟੋਆਂ ਵੀ ਖਿਚਾਈਆਂ ਬਕਾਇਦਾ ਤੌਰ ਤੇ। ਔਰ ਕੋਈ ਉਪਜੀਤ ਜੀ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਕੋਈ ਇਹੋ ਜਿਹੀ ਸਟੇਜ ਨਹੀਂ ਅਰੇਂਜਮੈਂਟ ਕੀਤਾ ਗਿਆ ਸੀ ਜਿੱਥੇ ਜਿਹਦੀਆਂ ਡਿਊਟੀਆਂ। ਆਪਾਂ ਜੰਗਲਾਤ ਦੇਖ ਸਕਦੇ ਹਾਂ ਉਪਜੀਤ ਜੀ, ਥਾਂ ਵੀ ਆਪਾਂ ਨੂੰ ਪਤਾ ਲੱਗਦਾ, ਪਰ ਉੱਥੇ ਹੀ ਇੱਕ ਬਹੁਤ ਸੋਹਣਾ ਪੈਗਾਮ ਹੈਗਾ, ਬਹੁਤ ਸੋਹਣੀਆਂ ਤਸਵੀਰਾਂ ਜਿਹੜੀਆਂ ਪੂਰੀ ਦੁਨੀਆ 'ਚ ਇਹ ਗਈਆਂ। ਔਰ ਹਰੇਕ ਬੰਦਾ ਇਹ ਤਸਵੀਰਾਂ ਦੇਖਣ ਤੋਂ ਬਾਅਦ ਮਨ ਦੇ ਵਿੱਚ ਇੱਕ ਆਈਡੀਆ ਆਉਂਦਾ ਉਪਜੀਤ ਜੀ, ਇੱਕ ਖਿਆਲ ਸਾਰਿਆਂ ਦੇ ਆਉਂਦਾ ਹੈ, ਕਿਉਂ ਨਾ ਯਾਰ ਐਵੇਂ ਹੀ ਬਿਲਕੁਲ ਇੱਕ ਰਿਹਾ ਜਾਵੇ। ਕੁਛ ਕੁ ਗੰਦੇ ਲੋਕ, ਸ਼ਰਾਰਤੀ ਅੰਸਰ ਹੁੰਦੇ ਆ ਜਿਹੜੇ ਆ ਮਾੜਾ ਮੋਟਾ ਕੋਈ ਲੂਤੀ ਲਾ ਦਿੰਦੇ ਆ ਤੇ ਉਦੋਂ ਬਾਅਦ ਮਾਵਾਂ ਦੇ ਪੁੱਤ ਮਰਦੇ ਆ। ਪਰ ਜੇ ਇਸ ਟਾਈਮ ਆ ਤਸਵੀਰ ਨੂੰ ਦੇਖ ਕੇ ਲੱਗੀਏ, ਹੋ ਸਕਦਾ ਕਿ ਇਹ ਸੱਚ ਹੋ ਜੇ। ਇਹੋ ਜਿਹਾ ਪਿਆਰ ਜਿਹੜਾ ਉਪਜੀਤ ਜੀ ਇੱਕ ਬਿਲਕੁਲ ਆਪਾਂ ਤੁਸੀਂ ਗੱਲ ਕਰਦੇ ਹੋ ਨਾ ਜੀ ਕਿ ਇੱਕ ਜਿਹੜਾ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਹੈ, ਜਿਨ੍ਹਾਂ ਨੇ ਭਾਰਤ ਪਾਕਿਸਤਾਨ ਦੀ ਸਰਹੱਦ ਦੇਖੀ ਹੈ ਤੇ ਉਦੋਂ ਬਾਅਦ ਜਾ ਕੇ ਉਹ ਕੈਨੇਡਾ ਅਮਰੀਕਾ ਦੀ ਸਰਹੱਦ ਦੇਖਦੇ, ਉਹ ਤਾਂ ਫਿਰ ਉੱਥੇ ਬਹਿ ਜਾਂਦੇ ਆ 2 ਮਿੰਟ ਵਾਸਤੇ ਕਿ ਯਾਰ ਵਾਕਈ ਇਹਨੂੰ ਵੀ ਕਹਿੰਦੇ ਇਹ ਸਰਹੱਦ ਹੁੰਦੀ ਹੈ। ਇੱਕ ਤਾਰ ਲੱਗੀ ਜਿਵੇਂ ਆਪਾਂ ਡੰਗਰਾਂ ਵਾਲੀ ਤਾਰ ਇੱਕ ਨਾ ਖੇਤਾਂ ਦੇ ਆਲੇ ਦੁਆਲੇ ਬੰਨ ਦਿੰਦੇ ਆ। ਪਰ ਚਲੋ ਬਹੁਤ ਵਧੀਆ ਉਪਜੀਤ ਜੀ, ਤੁਸੀਂ ਆਪਾਂ ਕਹਿ ਸਕਦੇ ਹਾਂ ਕਿ ਰਾਜਸਥਾਨ ਦੇ ਵਿੱਚ ਵੀ BSF ਵਾਲਿਆਂ ਨੇ ਜਿਹੜਾ ਮਠਿਆਈ ਦਿੱਤੀ ਹੈ ਇਹ ਖਾਸ ਬਕਰੀਦ ਦੇ ਮੌਕੇ ਤੇ। ਬਿਲਕੁਲ, ਦੇਖੋ ਇਹ ਤਾਂ ਜਿਹੜੇ ਕੰਡੇ ਬੀਜੇ ਹੋਏ ਨੇ ਉਹ ਤਾਂ ਸਿਆਸਤਦਾਨਾਂ ਦੇ ਬੀਜੇ ਹੋਏ ਨੇ ਜੀ। ਇਹ ਜਿਹੜਾ ਮੁੱਢ ਵੱਜਿਆ ਸੀਗਾ ਆਹ ਹਿੰਦੂ ਮੁਸਲਿਮ ਜਾਂ ਧਾਰਮਿਕ ਵਿਤਕਰੇ ਦਾ, ਇਹ ਸਿਆਸਤਦਾਨਾਂ ਦੇ ਕੰਡੇ ਬੀਜੇ ਹੋਏ ਨੇ। ਪਹਿਲਾਂ ਅੰਗਰੇਜ਼ਾਂ ਨੇ ਬੀਜੇ, ਫਿਰ ਉਸ ਤੋਂ ਬਾਅਦ ਉਸ ਨੂੰ ਅਡਾਪਟ ਕਰ ਲਿਆ ਇੰਡੀਆ ਦੇ ਸਿਆਸਤਦਾਨਾਂ ਨੇ, ਜਿਨ੍ਹਾਂ ਨੇ ਅੱਗੇ ਸੱਤਾ ਸੰਭਾਲੀ। ਉਹ ਇਸ ਦੀ ਸਮੇਂ-ਸਮੇਂ ਤੇ ਵਰਤੋਂ ਕਰਦੇ ਆਏ ਨੇ ਔਰ ਹੁੰਦੀ ਰਹੂਗੀ ਜੇ ਲੋਕ ਨਾ ਸਮਝੇ ਤਾਂ। ਇਹ ਚਲੋ ਇਹ ਹੁਣ ਤਸਵੀਰਾਂ ਆ ਜਾਂਦੀਆਂ ਨੇ, ਮੀਡੀਆ ਵਾਲੇ ਵੀ ਚਲੇ ਜਾਂਦੇ ਨੇ, ਚਲੋ ਆਪਣੀ TRP ਵੱਧਦੀ ਹੈ ਜੀ। ਅੱਜ ਹੁਣ ਕੱਲ ਬਕਰੀਦ ਸੀਗੀ ਜੀ, ਈਦ ਮੌਕੇ ਜੀ ਮਠਿਆਈਆਂ ਦਿੱਤੀਆਂ ਭਾਰਤੀ ਫੌਜ ਵੱਲੋਂ ਜਾਂ ਭਾਰਤ ਦੀ BSF ਵੱਲੋਂ ਜਾਂ ਭਾਰਤ ਦੇ ਰੇਂਜਰਾਂ ਵੱਲੋਂ, ਹਨਾ। ਤੇ ਉਹ ਜਦੋਂ ਦੀਵਾਲੀ ਹੁੰਦੀ ਹੈ ਪਾਕਿਸਤਾਨ ਵਾਲੇ ਪਾਸਿਓਂ ਆਉਂਦੀਆਂ ਨੇ ਮਠਿਆਈਆਂ। ਦੀਵਾਲੀ ਦੇ ਮੌਕੇ ਤੇ ਪਾਕਿਸਤਾਨ ਦੇ ਜਿਹੜੇ ਰੇਂਜਰਸ ਨੇ ਜਾਂ ਉਧਰੋਂ ਵੀ ਕੋਈ ਫੌਜ ਤੈਨਾਤ ਹੈ, ਜੋ ਵੀ ਉੱਥੇ ਤੈਨਾਤੀ ਆ, ਉਹਨਾਂ ਵੱਲੋਂ ਮਠਿਆਈਆਂ ਦਾ ਸਿਲਸਿਲਾ ਦਿੱਤਾ ਜਾਂਦਾ। ਤੇ ਇਹ ਸਿਲਸਿਲਾ ਬਰਕਰਾਰ ਰੱਖਿਆ ਜਾ ਸਕਦਾ ਹੈ, ਰੋਜ਼ਾਨਾ ਕਿਉਂ ਨਹੀਂ ਇੱਕ ਟੋਕਰਾ ਦਿੱਤਾ ਜਾ ਸਕਦਾ? ਐਡੀ ਕਿਹੜੀ ਗੱਲ, ਇੱਕ ਦਿਨ ਬਹੁਤ ਸਾਰੇ ਹੈਗੇ ਤਿਉਹਾਰ ਤਾਂ ਰੋਜ਼ ਹੀ ਨੇ ਜੀ, ਇੱਕ ਦਿਨ ਛੱਡ ਕੇ ਸਾਲ ਤੋਂ ਬਕਰੀਦ ਆਉਣੀ ਹੈ ਵਿੱਚ ਵੀ ਬਹੁਤ ਸਾਰੇ ਹੈਗੇ। ਵਿੱਚ ਜਿਹੜੀ ਆਪਾਂ ਕਹਿ ਸਕਦੇ ਹਾਂ ਦੂਰੀਆਂ ਬਣਾਈਆਂ ਹੋਈਆਂ ਨੇ, ਇਹ ਸਿਆਸਤਦਾਨਾਂ ਦੇ ਕੰਡਿਆਂ ਦੀਆਂ ਨੇ। ਉਹਨਾਂ ਨੇ ਪੈਰਾਂ ਦੇ ਵਿੱਚ ਆਪਣੇ ਕੰਡੇ ਜਿਹੜੇ ਚੋਬੇ ਹੋਏ ਨੇ, ਉਹ ਜਿਹੜੇ ਆਪਣੇ ਪੈਰ ਲਹੂ ਲੁਹਾਨ ਕੀਤੇ ਹੋਏ ਨੇ, ਔਰ ਲੋਕ ਉਹਨਾਂ ਦੀਆਂ ਗੱਲਾਂ ਵਿੱਚ ਆਉਂਦੇ ਵੀ ਨੇ। ਇਹ ਵੀ ਗੱਲ ਵੱਡੀ ਹੈ। ਦੇਖੋ ਆਪਾਂ ਕਹਾਂਗੇ ਕਿ ਹਰ ਜਿਹੜੇ ਤਬਕੇ ਦੇ ਵਿੱਚ ਮਾੜੇ ਚੰਗੇ ਲੋਕ ਹੁੰਦੇ ਨੇ। ਹਰ, ਚਾਹੇ ਆਪਾਂ ਕਿਸੇ ਪਿੰਡ ਦੇ ਵਿੱਚ ਚਲੇ ਜਾਈਏ, ਉੱਥੇ ਕੋਈ ਨਾ ਕੋਈ ਘਟੀਆ ਇਨਸਾਨ ਹੈ ਜਿਹੜਾ ਗੈਰ ਸਮਾਜੀ ਅੰਸਰ, ਕੋਈ ਚੋਰ ਚੱਕਾ ਜਾਂ ਕੋਈ ਹੋਰ ਬਦਮਾਸ਼ ਹੋਊਗਾ ਹੀ ਹੋਊਗਾ। ਜਿਵੇਂ ਪਹਿਲਾਂ ਇੱਕ ਵੈਲੀ ਵੀ ਕਹਿੰਦੇ ਹੁੰਦੇ ਸੀ, ਵੈਲੀ ਚਲੋ ਹੋਰ ਤਰੀਕੇ ਦੀ ਸੀਗੇ, ਤੇ ਉਹ ਹੁੰਦਾ ਹਰ ਪਿੰਡ ਦੇ ਵਿੱਚ। ਤੇ ਜੇ ਆਪਾਂ ਹਰ ਸ਼ਹਿਰ ਦੇ ਵਿੱਚ ਚਲੇ ਜਾਈਏ, ਉੱਥੇ ਕ੍ਰਾਈਮ ਦੀਆਂ ਘਟਨਾਵਾਂ
ਹੁੰਦੀਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਸ਼ਹਿਰ ਦੇ ਸਾਰੇ ਬਸ਼ਿੰਦੇ ਨੇ ਉਹ ਕ੍ਰਿਮੀਨਲਸ ਨੇ। ਤੇ ਜੇ ਆਪਾਂ ਇਸ ਪਾਸੇ ਲੈ ਕੇ ਜਾਈਏ ਕਿ ਹਾਂਜੀ ਦੋ ਗਵਾਂਢੀ ਮੁਲਕਾਂ ਦੇ ਵਿੱਚ ਸ਼ਾਂਤੀ ਕਿਉਂ ਨਹੀਂ ਹੋ ਸਕਦੀ ਹੈਗੀ, ਬਿਲਕੁਲ ਹੋ ਸਕਦੀ ਹੈ, ਪਰ ਇਹਦੇ ਵਾਸਤੇ ਜਿਹੜੀ ਸਿਆਸੀ ਇੱਛਾ ਸ਼ਕਤੀ ਦੀ ਜ਼ਰੂਰਤ ਹੈ। ਇਹ ਬਗੈਰ ਕੰਡਿਆਲੀ ਤਾਰ ਆਪਾਂ ਕੱਲੀ ਜੇ ਕੈਨੇਡਾ ਅਮਰੀਕਾ ਦੀ ਮਿਸਾਲ ਨਹੀਂ ਦੇ ਸਕਦੇ, ਆਪਾਂ ਯੂਰਪ ਦੇ ਕਈ ਮੁਲਕਾਂ ਦੀ ਮਿਸਾਲ ਦੇ ਸਕਦੇ ਹਾਂ। ਫਰਾਂਸ ਦੀ ਲਾ ਲਈਏ, ਜਰਮਨੀ ਦੀ ਲਾ ਲਈਏ, ਜਾਂ ਬੈਲਜੀਅਮ ਦੀ ਲਾ ਲਈਏ। ਹੁਣ ਉੱਥੇ ਹੜ੍ਹ ਆਏ ਨੇ, ਅੱਧਿਆਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਜੇ ਉੱਥੇ ਅਣਜਾਣ ਬੰਦਾ ਚਲਿਆ ਜਾਵੇ ਮੈਂ ਬੈਲਜੀਅਮ 'ਚ ਖੜਾ ਕਿ ਜਰਮਨੀ 'ਚ ਖੜਾ। ਅੱਛਾ ਜੀ। ਇਹ ਉੱਥੇ ਕਿਉਂਕਿ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਹੈਗਾ। ਠੀਕ ਹੈ, ਜਿਹੜੀਆਂ ਸਰਹੱਦਾਂ ਇੱਕ ਤੈਅ ਨੇ ਉਹ ਤੈਅ ਨੇ। ਉਹ ਇਹ ਨਹੀਂ ਹੈਗਾ ਕਿ ਹਾਂਜੀ ਮੈਂ ਇੱਧਰ ਨੂੰ ਚਲੇ ਜਾਣਾ, ਤੂੰ ਇੱਧਰ ਨੂੰ ਕਿਉਂ ਆ ਗਿਆ, ਤੂੰ ਇੱਧਰ ਨੂੰ ਕਿਉਂ, ਜਾਂ ਸਰਹੱਦ ਤੇ ਜੇ ਕੋਈ ਅੰਦਰ ਵੜ ਗਿਆ ਤੇ 20 ਸਾਲ ਉਹ ਜੇਲ੍ਹ 'ਚੋਂ ਨਾ ਬਾਹਰ ਆਵੇ। ਬਿਲਕੁਲ ਇਹੀ ਹੈ। ਇੱਥੇ ਤਾਂ ਜ਼ਿਆਦਾਤਰ ਮਾਮਲਿਆਂ 'ਚ ਇਹੀ ਹੁੰਦਾ, ਜਿਹੜਾ ਇੱਕ ਵਾਰੀ ਕੰਡਿਆਲੀ ਤਾਰ ਇੱਧਰ ਆ ਗਿਆ, ਹਾਂ ਵੀ ਤੂੰ ਕਿਵੇਂ ਆ ਗਿਆ, ਚੱਲ ਅੰਦਰ, ਪਹਿਲਾਂ ਉਹਨੂੰ 100 ਤਰ੍ਹਾਂ ਦੇ ਇੰਟਰੋਗੇਟ ਕਰਨਗੇ। ਸ਼ੱਕੀ ਵੀ ਹੁੰਦੇ ਨੇ, ਬਿਲਕੁਲ ਸ਼ੱਕੀ ਵੀ ਹੁੰਦੇ, ਚਲੋ ਹੁੰਦੇ ਨੇ, ਪਰ ਜ਼ਿਆਦਾਤਰ ਕਈ ਵਾਰ ਅਣਜਾਣ ਬੰਦੇ ਵੀ ਭੁਲੇਖੇ ਨਾਲ ਉਹ ਹੋ ਜਾਂਦੇ ਨੇ ਤੇ ਉਹਨਾਂ ਨੂੰ ਫਿਰ ਇੰਟਰੋਗੇਟ ਕੀਤਾ ਜਾਂਦਾ। ਹਾਂਜੀ ਤੂੰ ਦੱਸ ਕਿਹੜੇ ਉਹਦੇ ਏਜੰਸੀ ਦਾ ਬੰਦਾ, ਤੂੰ ਦੱਸ ਕੀ ਕਰਨ ਆਇਆ ਸੀ, ਕੀ ਕੀਤਾ। ਉਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਨੇ ਬੰਦ ਕੀਤੀਆਂ ਜਾ ਸਕਦੀਆਂ ਨੇ, ਕੋਈ ਵੱਡੀ ਗੱਲ ਨਹੀਂ ਹੈ ਇਹ ਜੀ। ਕੋਈ ਜਿਹੜੀ ਦੁਨੀਆ ਦੀ ਆਪਾਂ ਕਹਾਂਗੇ ਅਜੇ ਤੱਕ ਤਾਂ ਅਭਿਜੀਤ ਜੀ ਇਹ ਬੰਦ ਹੋਈਆਂ ਨਹੀਂ। 1947 ਆਪਾਂ ਪੜ੍ਹਿਆ, 15 ਅਗਸਤ 1947 ਤੋਂ ਸ਼ੁਰੂ ਇਹ ਕੰਮ ਹੋਇਆ, 2021 ਚੱਲਦਾ। ਹੋਰ ਕਿੰਨੇ 10 ਸਾਲ ਹੋਰ ਲਾ ਲਈਏ ਬੰਦ ਹੋ ਜਾਣਗੇ? 10 ਸਾਲ ਨਹੀਂ, ਪਤਾ ਨਹੀਂ। ਜਦੋਂ ਤੱਕ ਸਿਆਸਤਦਾਨਾਂ ਦੀਆਂ ਰੋਟੀਆਂ ਇਸ ਤਵੇ ਤੇ ਸਿੱਕਦੀਆਂ ਰਹਿਣਗੀਆਂ, ਇਹ ਤਵਾ ਮਗਦਾ ਰਹੂਗਾ। ਨਾ ਫਿਰ ਸਿਆਸਤਦਾਨ ਮੁੱਕਣੇ, ਨਾ ਸਿਆਸਤ ਮੁੱਕਣੀ, ਨਾ ਮੈਨੂੰ ਲੱਗਦਾ ਇਹ ਦੇਖੋ ਪੋਲਿਟਿਕਸ ਸ਼ੁਰੂ ਤੋਂ ਹੀ ਹੁੰਦੀ ਆਈ ਆ। ਅੰਗਰੇਜ਼ਾਂ ਵੇਲੇ ਸ਼ੁਰੂਆਤ ਹੋਈ ਸੀ ਵੰਡ ਪਾੜੋ ਤੇ ਰਾਜ ਕਰੋ ਦੀ, ਤੇ ਉਹ ਹੁਣ ਵੀ ਚੱਲਦੀ ਆਈ ਹੈ। ਜਦੋਂ ਤੱਕ ਲੋਕ ਨਹੀਂ ਸਮਝਣਗੇ ਉਦੋਂ ਤੱਕ ਕੁਝ ਨਹੀਂ ਹੋਣਾ। ਆਪਾਂ ਨੂੰ ਪੰਜਾਬ ਦੇ ਮੁੱਦੇ ਤੇ ਵੀ ਆਵਾਂਗੇ, ਇਸੇ ਮੁੱਦੇ ਤੇ ਹੀ ਪਾੜੋ ਤੇ ਰਾਜ ਕਰੋ ਇੱਥੇ ਵੀ ਚੱਲਦਾ ਆਇਆ। ਇਹ ਪਹਿਲਾਂ ਉੱਥੇ ਤਾਂ ਧਰਮ ਦੇ ਆਧਾਰ ਤੇ ਵੰਡਿਆ ਜਾਂਦਾ, ਇੱਥੇ ਸਮਾਜ ਦੇ ਆਧਾਰ ਤੇ ਵੰਡਿਆ ਜਾਂਦਾ, ਜਾਤ ਦੇ ਆਧਾਰ ਤੇ ਵੰਡਿਆ ਜਾਂਦਾ, ਵਰਗਾਂ ਦੇ ਆਧਾਰ ਤੇ ਵੰਡ ਦਿੰਦੇ ਨੇ। ਫਿਰ ਉਸ ਹਿਸਾਬ ਨਾਲ ਵੋਟਾਂ ਲੈ ਲੈਂਦੇ ਨੇ, ਉਸ ਹਿਸਾਬ ਨਾਲ ਹਾਂਜੀ ਸਾਡੇ ਡਿਪਟੀ ਮੁੱਖ ਮੰਤਰੀ ਫਲਾਣਾ ਹੋਊਗਾ ਜੀ, ਇੱਕ ਫਲਾਣਾ ਹੋਊਗਾ ਜੀ, 5 ਡਿਪਟੀ ਮੁੱਖ ਮੰਤਰੀ ਬਣਾ ਦੇਣੇ ਨੇ। ਮੁੱਖ ਮੰਤਰੀ ਪੁੱਛ ਲਓ ਉਹਨਾਂ ਨੂੰ ਕੌਣ ਹੋਊਗਾ, ਉਹ ਹਲੇ ਦੇਖਾਂਗੇ। ਬਿਲਕੁਲ ਜੀ। ਅਗਲੇ ਪਾਸੇ ਅਭਿਜੀਤ ਜੀ ਆਪਾਂ ਗੱਲ ਇੱਕ ਛੋਟੀ ਜੀ ਅਮਰੀਕਾ ਦੀ ਕਰ ਲੈਂਦੇ ਆ, ਤੇ ਫੋਨ ਲਾਈਨ ਵੀ ਆਪਾਂ ਖੋਲ ਦਿੰਦੇ ਆ। ਦਰਸ਼ਕ ਜੇ ਗੱਲਬਾਤ ਕਰਨੀ ਚਾਹੁੰਦੇ ਕਿਸੇ ਮੁੱਦੇ ਤੇ ਕਰ ਸਕਦੇ ਆ ਜੀ। ਹੁਣ ਅਮਰੀਕਾ ਵਾਲਿਆਂ ਨੇ ਚੇਤਾਵਨੀ ਦੇਤੀ ਹੈ ਜੀ, ਆਪਣੇ ਜਿਹੜੇ ਵੀ ਬੰਦੇ ਨਾਗਰਿਕ ਜਿਹੜੇ ਇੱਧਰਲੇ ਪਾਸੇ ਆਏ ਆ, ਘੁੰਮਣ ਫਿਰਨ ਦੇ ਸ਼ੌਕੀਨ ਹੈ, ਤੇ ਉਹ ਕਹਿੰਦੇ ਵੀ ਇੱਕ ਤਾਂ ਜ਼ਿਆਦਾ ਜਿਹੜਾ ਹੈਗਾ ਹੁਣ ਤਵੱਜੋ ਤੁਸੀਂ ਹੋਟਲਾਂ ਨੂੰ ਹੀ ਦੇ ਲਓ, ਥੋੜਾ ਜਿਹਾ ਮਾੜਾ ਮੋਟਾ ਕੋਈ ਇੱਕ ਤਾਂ ਭੀੜ ਭੜੱਕੇ ਵਾਲੇ ਥਾਂ ਤੇ ਬਿਲਕੁਲ ਨਾ ਜਾਓ। ਖਾਸ ਕਰ ਦਿੱਲੀ ਦੀ ਗੱਲ ਕੀਤੀ ਹੈ, ਉੱਥੇ ਨਹੀਂ ਜਾਣਾ। ਤੇ ਨੰਬਰ 2 ਕਹਿੰਦੇ ਵੀ ਥੋੜਾ ਜਿਹਾ ਹੋਟਲ ਨੂੰ ਜ਼ਿਆਦਾ ਤਵੱਜੋ ਦਿਓ, ਤੁਸੀਂ ਉੱਥੇ ਹੀ ਰਹੋ। ਤੇ ਜਿੰਨਾ ਟਾਈਮ ਉਹ ਕਹਿੰਦੇ ਵੀ ਸੈਸ਼ਨ ਚੱਲ ਰਿਹਾ ਇੱਕ ਦਿੱਲੀ ਦੇ ਵਿੱਚ, ਕਿਸਾਨਾਂ ਦਾ ਵੀ ਕੋਈ ਟਕਰਾਅ ਵੀ ਹੋ ਸਕਦਾ। ਚਲ ਆਪਾਂ ਤਾਂ ਉਮੀਦ ਕਰਦੇ ਹਾਂ ਕਿ ਇਹੋ ਜਿਹੀ ਗੱਲ ਕੋਈ ਨਾ ਸਾਹਮਣੇ ਆਵੇ, ਪਰ ਫਿਰ ਵੀ ਉਹਨਾਂ ਨੇ ਇੱਕ ਅਲਰਟ ਕਰਨਾ ਹੁੰਦਾ ਆਪਣੇ ਨਾਗਰਿਕਾਂ ਨੂੰ ਜਿਹੜੇ ਭਾਰਤ ਦੇ ਵਿੱਚ ਆਏ ਆ। ਇਹ 10 ਦਿਨਾਂ ਦਾ ਹੀ ਰਹੂਗਾ, ਜਾਂ ਫਿਰ ਇਹ ਪਹਿਲਾਂ ਤਾਂ ਇਹ ਸਮਝਾਓ ਜੀ ਇੰਨਾ ਟਾਈਮ ਦੀਆਂ ਫਲਾਈਟਾਂ ਵਗੈਰਾ ਵੀ ਬੰਦ ਹੈਗੀਆਂ, ਲੋਕ ਕਰੋਨਾ ਵੀ ਇੰਨੀ ਤਰ੍ਹਾਂ ਹੋਈ ਪਈ ਹੈ, ਹਜੇ ਵੀ ਨਾਗਰਿਕ ਇੱਧਰਲੇ ਪਾਸੇ ਆਏ ਆ ਅਮਰੀਕਾ ਵਾਲੇ। ਦੇਖੋ ਟਰੈਵਲ ਐਡਵਾਈਜ਼ਰੀਜ਼ ਜਾਰੀ ਕੀਤੀਆਂ ਜਾਂਦੀਆਂ ਨੇ ਹਰ ਮੁਲਕ ਵੱਲੋਂ ਆਪੋ ਆਪਣੇ ਨਾਗਰਿਕਾਂ ਨੂੰ ਕਿ ਤੁਸੀਂ ਉਸ ਪਾਸੇ ਨਹੀਂ ਜਾਣਾ। ਅਮਰੀਕਾ ਨੇ ਪਹਿਲਾਂ ਜਿਹੜੀ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਸੀ, ਉਸ ਨੂੰ ਕੱਲ ਪਰਸੋਂ ਪਹਿਲਾਂ ਦਾ ਜਿਹੜੀ ਮਹਾਮਾਰੀ ਨਾਲ ਸੰਬੰਧਿਤ ਸੀ ਉਹਨੂੰ ਲੈਵਲ 4 ਤੋਂ ਲੈਵਲ 3 ਦੇ ਵਿੱਚ ਕਰਤਾ ਕਿ ਬਹੁਤ ਜ਼ਿਆਦਾ ਇੱਥੇ ਕਰੋਨਾ ਵਾਇਰਸ ਦੇ ਕੇਸ ਫੈਲੇ ਹੋਏ ਨੇ, ਤੁਸੀਂ ਨਾ ਜਾਓ। ਬਿਲਕੁਲ ਹੀ ਰੋਕ ਲਾਤੀ ਸੀ ਇੱਕ ਤਰੀਕੇ ਦੀ, ਤੇ ਉਹ ਲੈਵਲ 3 ਕੀਤੀ ਗਈ ਹੈ, ਘਟਾਤਾ। ਮਤਲਬ ਲੈਵਲ ਵੀ ਖਤਰਾ ਘਟ ਗਿਆ ਹੁਣ ਮਹਾਮਾਰੀ ਦਾ, ਵਾਇਰਸ ਦਾ। ਤੇ ਹੁਣ ਦੂਜੇ ਪਾਸੇ ਇਹ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਹਾਲਾਤ ਦੀ। ਇਹਦੇ ਵਿੱਚ ਵਾਇਰਸ ਜਾਂ ਮਹਾਮਾਰੀ ਦਾ ਕੋਈ ਲੈਣਾ ਦੇਣਾ ਨਹੀਂ ਹੈ, ਇਹਦੇ ਵਿੱਚ ਹਾਲਾਤ ਦਾ, ਸਿਚੁਏਸ਼ਨ ਦਾ ਹੈ ਕਿ ਕਿਸਾਨਾਂ ਵੱਲੋਂ ਕਿਸਾਨ ਸੰਸਦ ਕੀਤੀ ਜਾਣੀ ਹੈ ਸੰਸਦ ਦੇ ਬਾਹਰ 22 ਜੁਲਾਈ ਤੋਂ 9 ਅਗਸਤ ਤੱਕ ਜਿਹੜੀ ਇਜਾਜ਼ਤ ਦਿੱਤੀ ਗਈ ਹੈ, ਮੰਨਿਆ ਜਾ ਰਿਹਾ ਹੈ। ਤੇ ਜਿਹੜਾ ਸੈਸ਼ਨ ਹੈਗਾ ਉਹ ਚੱਲਣਾ ਹਾਲਾਂਕਿ 13 ਅਗਸਤ ਤੱਕ। ਚਲੋ ਉਹਦੇ ਵਿੱਚ ਛੁੱਟੀਆਂ ਛੱਟੀਆਂ ਵੀ ਆ ਜਾਂਦੀਆਂ ਨੇ, ਕੋਈ ਸ਼ਨੀਚਰਵਾਰ ਐਤਵਾਰ ਸਮਥਿੰਗ ਹੋਰ। ਤੇ ਉਹ ਹੁਣ ਇਹ ਕਿਹਾ ਗਿਆ ਕਿ ਬਾਈ ਚਾਂਸ ਜੋ ਹੁਣ ਅਮਰੀਕਾ ਵੱਲੋਂ ਜਿਹੜੀ ਐਡਵਾਈਜ਼ਰੀ ਦਿੱਤੀ ਗਈ ਹੈ ਉਹ 26 ਜਨਵਰੀ ਦੀ ਜਿਹੜੀ ਟਰੈਕਟਰ ਰੈਲੀ ਸੀ ਉਸ ਦੇ ਮੱਦੇਨਜ਼ਰ ਦਿੱਤੀ ਗਈ ਹੈ ਕਿ ਤੁਸੀਂ ਜਿਹੜੇ ਆਪਣੇ ਉਹਦੇ ਨਾਗਰਿਕ ਨੇ ਜੇ ਉੱਥੇ ਹੈਗੇ ਨੇ ਤਾਂ ਉਹ ਆਪੋ ਆਪਣੇ ਇਲਾਕਿਆਂ ਦੇ ਵਿੱਚ ਹੀ ਰਹਿਣ, ਬਾਹਰ ਨਾ ਜਾਣ। ਪਰ ਜੇ ਆਪਾਂ ਦੂਜੇ ਪਾਸੇ ਜ਼ਿਕਰ ਕੀਤਾ ਜਾਵੇ ਤਾਂ ਅਮਰੀਕਾ ਦੇ ਆਪਣੇ ਹਾਲਾਤ ਜਿਹੜੇ ਨੇ ਕੋਰੋਨਾ ਵਾਇਰਸ ਕਰਕੇ ਉੱਥੇ ਲੋਕਾਂ ਦੀ ਉਮਰ ਘਟਦੀ ਜਾ ਰਹੀ ਹੈ। ਜਿਹੜੀ ਹੁਣ ਤਾਜ਼ਾ ਜਿਹੜੀ ਰਿਪੋਰਟ ਸਾਹਮਣੇ ਆਈ ਹੈ, ਪਿਛਲੇ 2 ਸਾਲ ਵਿੱਚ ਅਮਰੀਕੀਆਂ ਦੀ ਔਸਤ ਉਮਰ ਹੈ 2 ਸਾਲ ਹੇਠਾਂ ਚਲੀ ਗਈ ਹੈ ਜੀ। ਇਹਦੇ ਵਿੱਚ ਮਹਾਮਾਰੀ ਦਾ ਵੀ ਵੱਡਾ ਯੋਗਦਾਨ ਹੈ, ਹੋਰ ਵੀ ਕਈ ਤੱਥ ਜ਼ਿੰਮੇਵਾਰ ਨੇ। ਆਪਾਂ ਗੱਲਬਾਤ ਕਰਦੇ ਹਾਂ ਜੀ। ਰੱਖੋ ਜੀ ਗੱਲ ਆਉਣੇ ਰਹੋ।
ਨੇ ਮਾਫ ਕਰਤੇ, ਚੌਥਾ ਇਹਨੂੰ ਵੀ ਕਰਾ ਦਿਓ। ਲੋ ਹੋ ਗਿਆ ਇੱਕ ਪ੍ਰਤਾਪ ਸਿੰਘ ਬਾਜਵਾ 3 ਬੰਦੇ ਇਹਨੇ ਬੜਾ ਕੁਛ ਲਿਖਿਆ ਸੀ ਕੈਪਟਨ ਦੇ, ਉਹਨਾਂ ਨੇ 3 ਬੰਦਿਆਂ ਨੇ। ਰਹੀ ਗੱਲ ਆਪਣੇ ਸਿੱਧੂ ਦੀ, ਕੁਰਸੀ ਸੰਭਾਲਣ ਜਾ ਰਿਹਾ ਇਹ ਆਰ ਕੁਰਸੀ ਨੂੰ ਧੋ ਧਾ ਕੇ ਆਪਣੇ ਬਣਾ ਕੇ ਫੁੱਲਾਂ ਨਾਲ ਸ਼ਿੰਗਾਰ ਕੇ ਤਿਆਰੀ ਹੋ ਰਹੀ ਹੈ ਬੜੀ, ਤੁਹਾਨੂੰ ਵੀ ਪਤਾ ਹੋਣਾ। ਜੀ ਤੈਨੂੰ ਬਿਠਾਉਣਾ ਵਾ ਜੀ। ਬਾਕੀ ਰੌਲਾ ਰਹਿ ਗਿਆ ਹੁਣ ਬਾਬੇ ਦੀ ਰੋਟੀ ਦਾ, ਤੇ ਉਹ ਥੋੜਾ ਜਿਹਾ ਕੈਪਟਨ ਸਾਹਿਬ ਨੂੰ ਆਪਾਂ ਬੇਨਤੀ ਕਰ ਦਈਏ। ਖੈਰ ਮੈਨੂੰ ਵੀ ਇੱਕ ਆਫਰ ਆਈ ਸੀਗੀ ਵੀ ਜਿਹੜੀ ਅਸੀਂ ਉਹ ਗਿੱਦੜ ਪਰਚੀ ਦਿੰਨੇ ਆ ਰੇਤੇ ਦੀ ਟਰਾਲੀ ਦੀ, ਮੈਂ ਕਿਹਾ ਜਦੋਂ ਆਵਾਂਗੇ ਤੇ ਦੇਖੀ ਹੋਗੇ ਫਸ ਗਏ ਸੀਗੇ। ਤੁਸੀਂ ਹੁਣ ਮੈਨੂੰ ਤਾਂ ਮਹਿਲ ਛੱਤਣਾ ਜੀ, ਰੇਤੇ ਦੀ ਟਰਾਲੀ ਵਾਲਾ ਤੁਸੀਂ ਹੁਣ ਇਧਰਲੇ ਪਾਸੇ ਕਿਹੜਾ ਮਹਿਲ ਛੱਤਣਾ ਜੀ? ਵੀਰਾ ਏਦਾਂ ਨਾ ਕਰਿਆ ਕਰੋ, ਕੋਈ ਨਾ ਤੇਰੇ ਮੇਰੇ ਵਰਗੇ ਕੋਈ ਨਾ ਕੋਈ ਹੋਰ ਰਿਸ਼ਤੇਦਾਰ ਹੋਊ, ਤੈਨੂੰ ਨਹੀਂ ਲੋੜਦਾ। ਜੀ ਚਲੋ ਵਧੀਆ ਗੱਲ ਹੈ ਜੀ, ਕਿਸੇ ਦਾ ਭਲਾ ਕਿਸੇ ਦੇ ਥਰੂ ਹੀ ਹੋ ਜੇ। ਪਰ ਉਹੀ ਗੱਲ ਹੈ ਫਿਰ ਉਹ NRI ਤੇ ਜ਼ਿਆਦਾ ਜਿਹੜਾ ਵਿਸ਼ਵਾਸ ਜਤਾਉਂਦੇ ਆ ਜੀ, ਪਰ ਸਾਡੀ ਤਾਂ ਹਜੇ ਤੱਕ ਵੀ ਨਹੀਂ ਕੋਈ ਸੁਣਦਾ। ਨਹੀਂ ਥੋੜੀ ਜਿਹੀ ਸਿਫਾਰਿਸ਼ ਮੈਂ ਕਰੂੰਗਾ, ਆਪਣੀ ਬੱਸ ਦੀ ਚੱਲਦੀ ਰਹੇ ਤਾਂ ਬਹੁਤ ਚੰਗੀ ਗੱਲ ਆ, ਅਸੀਂ ਵੀ ਕਿਤੇ ਝੂਠਾ ਲਾਵਾਂਗੇ, ਉਹਦੀ ਮੈਂ ਜ਼ਰੂਰੀ ਸਿਫਾਰਿਸ਼ ਕਰੂੰਗਾ। ਪਰ 3 ਬੰਦਿਆਂ ਨੂੰ ਇਹਨੇ ਮਾਫ ਕਰਤਾ, ਚੌਥੇ ਨੂੰ ਵੀ ਕਰਾ ਦਿਓ। ਮੈਂ ਤਾਂ ਇਹੀ ਗੱਲ ਕਹੂੰਗੀ। ਕਰਦੇ ਆ ਜੀ ਗੱਲ, ਜਿਹੜੀਆਂ ਨਵੀਆਂ ਤਸਵੀਰਾਂ ਅੱਜ ਫੇਰ ਅਸੀਂ 24 ਘੰਟਿਆਂ ਦੀਆਂ ਲਿਆਈਆਂ, ਉਹਦੇ ਤੇ ਗੱਲ ਕਰਾਂਗੇ। 2 ਸਾਲ ਉਪਜੀ ਦੀ ਉਮਰ ਘਟੀ ਹੈ। ਬਿਲਕੁਲ ਜੀ, ਹਾਂ। ਇਹ ਥੋੜਾ ਜਿਹਾ ਕਰੋ ਜੀ ਕਲੀਅਰ। ਅਸਰ ਪਿਆ ਜੀ 6 ਲੱਖ ਪਲੱਸ ਮੌਤਾਂ ਹੋਈਆਂ ਨੇ, ਸਾਰਿਆਂ ਨੂੰ ਪਤਾ ਹੈ ਅੰਕੜਾ, ਤੇ ਇਸ ਦਾ ਅਸਰ ਹੈ ਜਿਹੜਾ ਔਸਤ ਉਮਰ ਤੇ ਪਿਆ। ਅਮਰੀਕਾ ਵਾਲੇ ਜਿਹੜੇ ਗਿਣੇ ਜਾਂਦੇ ਨੇ ਲੰਮੀ ਉਮਰ ਭੋਗਣ ਵਾਸਤੇ, ਆਪਾਂ ਕਹਾਂਗੇ ਉਹਨਾਂ ਦੇ ਟੌਪ ਮੋਸਟ ਜਿਹੜੇ ਟੌਪ 10 ਮੁਲਕ ਨੇ ਉਹਨਾਂ ਦੇ ਵਿੱਚ ਸ਼ਾਮਲ ਨੇ। ਹਾਲਾਂਕਿ ਅਸਰ ਕੈਨੇਡਾ ਤੇ ਵੀ ਪਿਆ, ਪਰ ਉਹਦੇ ਹਾਲੇ ਡਿਟੇਲਡ ਜਿਹੜੇ ਵੇਰਵੇ ਸਾਹਮਣੇ ਨਹੀਂ ਆਏ। ਕੱਲ ਪਰਸੋਂ ਤੱਕ ਜੇ ਸਾਹਮਣੇ ਆਉਂਦੇ ਨੇ ਤਾਂ ਜ਼ਰੂਰ ਸਾਂਝੇ ਕਰਾਂਗੇ। ਇਹਦੇ ਵਿੱਚ ਕਿਹਾ ਗਿਆ ਕਿ ਹੈਲਥ ਕੇਅਰ ਸਹੂਲਤਾਂ ਤੇ ਲੰਮੀ ਬਿਮਾਰੀ ਦੀ ਜਿਹੜੀ ਮੈਨੇਜਮੈਂਟ ਹੈ ਉਹ ਖਿੰਡ ਪੁੰਡ ਗਈ। ਇਹ ਸਮੱਸਿਆ ਕੀ ਸੀ? ਕਿਉਂਕਿ ਸਾਰੇ ਜਿਹੜਾ ਜ਼ੋਰ ਸੀਗਾ, ਸਾਰਾ ਜ਼ੋਰ ਲੱਗ ਗਿਆ ਕਰੋਨਾ ਦੇ ਪ੍ਰਬੰਧਾਂ ਤੇ। ਸ਼ੁਰੂਆਤ ਦੇ ਵਿੱਚ ਕੋਈ ਵੈਕਸੀਨ ਨਹੀਂ ਸੀ, ਲੋਕ ਬਿਮਾਰ ਹੁੰਦੇ ਸੀ, ਹਸਪਤਾਲ ਭਰੇ ਪਏ ਸੀ। ਆਪਾਂ ਦੇਖਿਆ ਨਿਊਯਾਰਕ ਦੇ ਵਿੱਚ ਈਵਨ ਮੰਜਿਆਂ ਦੀ ਕਮੀ ਹੋ ਗਈ, ਜਿਹੜੇ ਆਪਾਂ ਕੋਰੀਡੋਰ ਦੇ ਵਿੱਚ ਮਰੀਜ਼ਾਂ ਨੂੰ ਪਾਇਆ ਗਿਆ ਕਈ ਥਾਵਾਂ ਤੇ। ਸੋ ਉਹਦੇ ਕਰਕੇ ਹੈਲਥ ਕੇਅਰ ਸਿਸਟਮ ਤੇ ਪੂਰਾ ਦਬਾਅ ਪਿਆ, ਤੇ ਜਿਹੜੀ ਬਾਕੀ ਬਿਮਾਰੀਆਂ ਨੇ ਉਹ ਤਾਂ ਖਤਮ ਨਹੀਂ ਸੀ ਹੋਈਆਂ। ਇਹ ਤਾਂ ਹੈ ਨਹੀਂ ਕਿ ਕਰੋਨਾ ਆ ਗਿਆ ਤੇ ਬਾਕੀ ਬਿਮਾਰੀਆਂ ਖਤਮ ਹੋ ਗਈਆਂ ਸੀ, ਉਹ ਤਾਂ ਉਵੇਂ ਬਾਦਸਤੂਰ ਜਾਰੀ ਸੀ। ਤੇ ਉਹਨਾਂ ਕਰਕੇ ਜਿਹੜੀਆਂ ਡੈਥਸ ਹੋਈਆਂ ਨੇ, ਤੇ ਉਹਦੇ ਕਰਕੇ ਜਿਹੜੀ ਐਵਰੇਜ ਆਪਾਂ ਕਹਾਂਗੇ ਉਮਰ ਹੈ, ਔਸਤ ਉਮਰ ਹੈ, ਉਹਦੇ ਵਿੱਚ ਕਮੀ ਆਈ ਹੈ 2 ਸਾਲ ਦੀ। ਜੇ ਇੱਕ ਮੰਨਿਆ ਜਾਂਦਾ ਸੀ ਕਿ ਪਹਿਲਾਂ ਔਸਤ ਅਮਰੀਕੀ ਹੈ ਜਿਹੜਾ 82 ਸਾਲ ਉਮਰ ਭੋਗ ਕੇ ਜਾਂਦਾ ਸੀ, ਤਾਂ ਉਹ 80 ਸਾਲ ਰਹਿ ਗਈ। ਤੇ ਇਹ ਬੜਾ ਵੱਡਾ ਫਰਕ ਹੈ ਜੇ ਦੇਖਿਆ ਜਾਵੇ ਕਿ 2 ਸਾਲ ਇੱਕ ਬੰਦੇ ਦੀ ਜ਼ਿੰਦਗੀ ਔਸਤ, ਹਾਲਾਂਕਿ ਐਵਰੇਜ ਹੈ ਇਹ, ਉਹ ਘਟ ਗਈ। ਇਹਦੇ ਵਿੱਚ ਆਪਾਂ ਕਹਾਂਗੇ ਕਈ ਤਰ੍ਹਾਂ ਦੇ ਡਿਸਆਰਡਰਸ ਜਿਵੇਂ ਡਿਪਰੈਸ਼ਨ ਵਗੈਰਾ। ਹੁਣ ਜਦੋਂ ਕਰੋਨਾ ਫੁੱਲ ਉਹਦੇ ਤੇ ਸੀਗਾ, ਆਪਾਂ ਪੂਰਾ ਪ੍ਰਕੋਪ ਚੱਲ ਰਿਹਾ ਸੀ, ਤਾਂ ਜਿਹੜੇ ਡਿਪਰੈਸ਼ਨ ਦੇ ਵਿੱਚ ਆ ਗਏ ਲੋਕ, ਉਹਨਾਂ ਨੂੰ ਪੂਰੀ ਸਹਾਇਤਾ ਨਹੀਂ ਮਿਲ ਸਕੀ, ਕਿਉਂਕਿ ਸਾਰਾ ਹੈਲਥ ਸਿਸਟਮ ਹੈ, ਸਾਰੇ ਡਾਕਟਰ ਨੇ, ਸਾਰੇ ਜਿਹੜੇ ਸਿਹਤ ਮਾਹਰ ਨੇ ਇੱਕ ਪਾਸੇ ਲੱਗੇ ਹੋਏ ਸੀ। ਉੱਥੇ ਲੋਕਾਂ ਦੇ ਮਾਨਸਿਕ ਤੌਰ ਤੇ ਅਸਰ ਪਿਆ, ਤੇ ਕਈ ਜਿਹੜੀਆਂ ਜਾਨਾਂ ਇਹਦੇ ਕਰਕੇ ਗਈਆਂ ਨੇ। ਤੇ ਜਦੋਂ ਜ਼ਰੂਰਤ ਹੁੰਦੀ ਹੈ ਮਦਦ, ਉਦੋਂ ਨਾ ਮਿਲੇ ਤਾਂ ਫਿਰ ਬਾਅਦ ਦੇ ਵਿੱਚ ਇਹਦਾ ਕੀ ਫਾਇਦਾ? ਇਹ ਜਿਹੜੀਆਂ ਸਮੱਸਿਆਵਾਂ ਆਈਆਂ ਨੇ, ਸਹੂਲਤਾਂ ਤੱਕ ਪਹੁੰਚ ਦੀ ਵੀ ਘਟੀ ਹੈ। ਹੁਣ ਉਹੀ ਹੈ ਕਿ ਲਾਕਡਾਊਨ ਲੱਗ ਗਏ, ਕਈ ਤਰ੍ਹਾਂ ਦੀਆਂ ਸਹੂਲਤਾਂ ਮੌਕੇ ਤੇ ਨਹੀਂ ਮਿਲੀਆਂ, ਜੋ ਆਮ ਤੌਰ ਤੇ ਮੰਨਿਆ ਜਾਂਦਾ ਕਿ ਅਮਰੀਕਾ ਦਾ ਹੈਲਥ ਸਿਸਟਮ ਹੈ ਜਿਹੜਾ, ਜਾਂ ਹੋਰ ਕੱਲਾ ਹੈਲਥ ਸਿਸਟਮ ਨਾ ਵੀ ਲਾ ਕੇ ਚੱਲੀਏ, ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਨੇ ਜਿਹੜੀਆਂ ਉਹ ਲੋਕਾਂ ਤੱਕ ਅਵੇਲੇਬਲ ਨਹੀਂ ਕਰਵਾਈਆਂ ਜਾ ਸਕੀਆਂ। ਉਹਦੇ ਕਰਕੇ ਵੀ ਜਿਹੜਾ ਅਸਰ ਪਿਆ। ਤੇ ਜੇ ਆਪਾਂ ਫਿਰ ਉਹੀ ਆ ਜਾਂਦਾ ਕਿ ਨਸਲ ਦੇ ਆਧਾਰ ਤੇ ਦੇਖਿਆ ਜਾਵੇ, ਨਸਲ ਦੇ ਆਧਾਰ ਤੇ ਜਿਹੜੀ ਹੈ ਸਭ ਤੋਂ ਵੱਧ ਅਸਰ ਕਾਲਿਆਂ ਤੇ ਪਿਆ। ਅੱਛਾ ਜੀ। ਜਿਹੜੀ ਉਮਰ ਉਹਨਾਂ ਦੀ ਘਟੀ ਹੈ, ਉਹ ਕਾਲਿਆਂ ਅਫਰੀਕੀ ਮੂਲ ਦੇ ਜਿਹੜੇ ਅਮਰੀਕੀ ਨੇ ਉਹਨਾਂ ਤੇ ਦੇਖਿਆ ਗਿਆ। ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਫਿਰ ਲੈਟਨ ਅਮਰੀਕਨਸ ਆ ਜਾਂਦੇ ਨੇ, ਜਿਹੜੇ ਉਧਰਲੇ ਪਾਸੇ ਆਉਂਦੇ ਨੇ, ਕੋਲੰਬੀਆ ਬ੍ਰਾਜ਼ੀਲ ਵਾਲੇ ਪਾਸਿਓਂ, ਤੇ ਇਸ ਦੇ ਨਾਲ ਹੀ ਸਾਊਥ ਏਸ਼ੀਅਨਸ ਵੀ ਸ਼ਾਮਲ ਨੇ।
ਜੀ। ਤੇ ਜੇ ਗੱਲ ਕੀਤੀ ਜਾਵੇ ਅਫਰੀਕੀ ਅਮਰੀਕੀਆਂ ਦੀ ਤਾਂ ਇਹਨਾਂ ਦੀ ਉਮਰ ਹੈ 3.5 ਸਾਲ ਘਟੀ ਹੈ ਜੀ। ਅਫਰੀਕੀ ਮੂਲ ਦੇ ਜਿਹੜੇ ਅਮਰੀਕੀ ਨੇ, ਜਦਕਿ ਔਸਤ 2 ਸਾਲ ਘਟੀ ਹੈ, ਡਬਲ ਦੇ ਕਰੀਬ ਅੰਕੜਾ ਜਾ ਰਿਹਾ ਹੈ। ਤੇ ਲੈਟਨ ਅਮਰੀਕੀਆਂ ਦੇ ਮਾਮਲੇ ਦੇ ਵਿੱਚ ਤਕਰੀਬਨ 3.25 ਤੋਂ 3.5 ਸਾਲ ਦਾ ਅੰਕੜਾ ਜਿਹੜਾ ਇਹ ਦੱਸਿਆ ਜਾ ਰਿਹਾ ਹੈ, ਉਹਨਾਂ ਦੀ ਉਮਰ ਦੇ ਵਿੱਚ ਗਿਰਾਵਟ ਆਈ ਹੈ। ਦੂਜੇ ਨਾਲ ਕੁਝ ਜਿਹੜੀਆਂ ਇੱਥੇ ਮਿਸਾਲ ਵੀ ਦਿੱਤੀ ਗਈ ਹੈ ਕਿ ਉਮਰ ਘਟਣ ਦੀ ਜਿਹੜੀ ਇਹ ਪ੍ਰਕਿਰਿਆ ਹੈ ਕੱਲੀ ਅਮਰੀਕਾ ਦੇ ਵਿੱਚ ਸਾਹਮਣੇ ਨਹੀਂ ਆਈ। ਆਸਟਰੀਆ, ਫਿਨਲੈਂਡ, ਯੂਰਪੀ ਮੁਲਕਾਂ ਦੀ ਗੱਲ ਕੀਤੀ ਗਈ, ਨੈਦਰਲੈਂਡਸ ਦੇ, ਬਰਤਾਨੀਆ, ਇੱਥੇ ਵੀ ਉਮਰਦਾਰ ਘਟੀ ਹੈ, ਪਰ ਜਿਹੜੀ ਉਹ ਗਿਰਾਵਟ ਹੈ ਉਹ 0.22 ਹੈ। ਹਾਂ, ਬਹੁਤ ਮਤਲਬ 1 ਸਾਲ ਤੋਂ ਘੱਟ। ਆਪਾਂ ਇਹਦੇ ਵਿੱਚ ਮੰਨ ਕੇ ਚੱਲ ਸਕਦੇ ਹਾਂ ਕਿ ਤਕਰੀਬਨ ਪੌਣਾ ਕੁ ਸਾਲ ਕਹਿ ਸਕਦੇ ਹਾਂ, ਜਾਂ ਸਾਲ ਦਾ ਬਹੁਤ ਘੱਟ ਹਿੱਸਾ। ਤੇ ਉਹ ਇਹਦੇ ਵਿੱਚ ਅਮਰੀਕਾ ਤੇ ਯੂਰਪ ਦੇ ਅੰਕੜੇ ਆਪਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ, ਬਹੁਤ ਜ਼ਿਆਦਾ ਵਕਫਾ ਹੈ, ਕਿਉਂਕਿ ਅਮਰੀਕਾ ਤੇ ਸਭ ਤੋਂ ਜ਼ਿਆਦਾ ਮਾਰ ਪਈ ਹੈ। ਮੌਤਾਂ ਦਾ ਜਿਹੜਾ ਅਸਲ ਅੰਕੜਾ ਹੁਣ ਵੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਅਮਰੀਕਾ ਦੇ ਵਿੱਚ ਹੀ ਬਣਿਆ ਹੋਇਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੈਲਥ ਸਾਇੰਟਿਸਟ ਨੇ, ਮੈਡੀਕਲ ਸਾਇੰਟਿਸਟ ਨੇ ਖਾਸ ਤੌਰ ਤੇ, ਉਹਨਾਂ ਨੇ ਸੁਚੇਤ ਕੀਤਾ ਹੈ ਕਿ ਇਸ ਪਾਸੇ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ, ਤਾਂ ਕਿ ਜਿਹੜੀ ਡਿੱਗ ਰਹੀ ਹੈ ਔਸਤ ਉਮਰ ਹੈ, ਇਸ ਨੂੰ ਦੁਬਾਰਾ ਪੁਰਾਣੇ ਲੈਵਲ ਤੇ ਲਿਆਂਦਾ ਜਾ ਸਕੇ। ਨਹੀਂ ਤਾਂ ਫਿਰ ਅਮਰੀਕਾ ਵਿਕਸਿਤ ਮੁਲਕਾਂ ਦੇ ਵਿੱਚੋਂ ਬਾਹਰ ਹੋ ਜਾਊਗਾ ਇਸ ਮਾਮਲੇ ਦੇ ਵਿੱਚ ਕਿ ਇੱਥੇ ਜਿਹੜੀ ਐਵਰੇਜ ਉਮਰ ਹੈ, ਔਸਤ ਉਮਰ ਹੈ, ਉਹ ਭੋਗਣ ਦੀ ਜਿਹੜੀ ਦਰ ਹੈਗੀ ਉਹ ਕਾਫੀ ਬਹੁਤ ਜ਼ਿਆਦਾ ਹੇਠਾਂ ਚਲੀ ਜਾਊਗੀ। ਤੁਸੀਂ ਕਿਹਾ ਕਿ ਅਮਰੀਕਾ ਦੇ ਵਿੱਚ ਕਰੋਨਾ ਦੇ ਨਾਲ ਜਿਹੜੀਆਂ ਮੌਤਾਂ ਹੋਈਆਂ, ਹਜੇ ਵੀ ਆંકੜਾ ਬਹੁਤ ਉਹਦਾ ਜ਼ਿਆਦਾ ਹੈਗਾ। ਕਿੰਨੀਆਂ ਕੁ ਮੌਤਾਂ ਹੋਈਆਂ, ਅੰਦਾਜ਼ਾ ਕੁਛ ਹੈਗਾ ਜੀ? 6 ਲੱਖ ਪਲੱਸ ਨੇ ਜੀ, 6 ਲੱਖ ਟੋਟਲ ਪਲੱਸ ਨੇ। ਹਾਲਾਂਕਿ ਉੱਥੇ ਵੈਕਸੀਨੇਸ਼ਨ ਬਹੁਤ ਤੇਜ਼ ਹੈ, ਪਰ ਹਲੇ ਵੀ ਕੁਝ ਲੋਕ ਨੇ ਜਿਹੜੇ ਝਿਜਕ ਰਹੇ ਨੇ, ਵੈਕਸੀਨੇਸ਼ਨ ਨਹੀਂ ਕਰਵਾਉਣਾ ਚਾਹੁੰਦੇ, ਟੀਕਾ ਨਹੀਂ ਲਗਵਾਉਣਾ ਚਾਹੁੰਦੇ। 6 ਲੱਖ ਮੌਤਾਂ ਤੁਸੀਂ ਅਮਰੀਕਾ ਦੇ ਵਿੱਚ, ਮੈਂ ਤਾਂ ਕਰਕੇ ਪੁੱਛਿਆ ਸੀ ਕਿਉਂਕਿ ਰਾਹੁਲ ਗਾਂਧੀ ਤੁਹਾਡੇ ਇਸ ਬਿਆਨ ਨਾਲ ਬਿਲਕੁਲ ਸਹਿਮਤ ਨਹੀਂ ਅਭਿਜੀਤ ਜੀ, ਔਰ ਉਹ ਕਹਿੰਦੇ ਆ ਵੀ ਭਾਰਤ ਦੇ ਵਿੱਚ ਕਰੋਨਾ ਮੌਤਾਂ ਦਾ ਜਿਹੜਾ ਆંકੜਾ ਹੈਗਾ 49 ਲੱਖ ਤੋਂ ਉੱਤੇ ਦਾ ਹੈ। ਰਾਹੁਲ ਗਾਂਧੀ ਦਾ ਕੱਲ ਦਾ ਜਿਹੜਾ ਹੈਗਾ ਇਹ ਬਿਆਨ ਹੈ ਵੀ 49 ਲੱਖ ਲੋਕਾਂ ਦੀ ਮੌਤ ਭਾਰਤ ਦੇ ਵਿੱਚ ਕਰੋਨਾ ਕਰਕੇ ਹੋਈ ਹੈ। ਆંકੜੇ ਹੁਣ ਇਹਦੇ ਪਤਾ ਨਹੀਂ ਕਿਉਂ ਨਹੀਂ ਬਾਹਰ ਆਏ, ਜਾਂ ਆਉਣਾ ਨਹੀਂ ਚਾਹੁਣ ਦਿੰਦਾ ਕੋਈ ਬੰਦਾ ਅਭਿਜੀਤ ਜੀ। ਇੱਕ ਆਪਾਂ ਇੱਥੇ ਨਾ ਬਹੁਤ ਅਮਰੀਕਾ ਦੇ ਇੱਕ ਬਹੁਤ ਮੰਨਿਆ ਪ੍ਰਮੰਨਿਆ ਅਖਬਾਰ ਆ, ਉਹਨੇ ਵੀ ਇੱਕ ਰਿਪੋਰਟ ਦਿੱਤੀ ਸੀਗੀ ਵੀ ਇਨਫੈਕਟਡ ਜਿਹੜੇ ਹੈਗੇ ਆ, ਇਨਫੈਕਸ਼ਨ ਜਿਨ੍ਹਾਂ ਨੂੰ ਹੋਈ ਹੈ ਮਰੀਜ਼ਾਂ ਨੂੰ, ਉਹਨਾਂ ਦੀ ਜਿਹੜਾ ਆંકੜਾ ਹੈਗਾ ਉਹ ਤਾਂ ਕਰੋੜਾਂ ਦੇ ਵਿੱਚ ਹੈ, ਤੇ ਮੌਤਾਂ ਵਾਲਾ ਆંકੜਾ ਜਿਹੜਾ ਲੱਖਾਂ ਦੇ ਵਿੱਚ ਹੈ। ਤੇ ਉਹਦੇ ਤਕਰੀਬਨ ਨੇੜੇ ਤੇੜੇ ਰਾਹੁਲ ਗਾਂਧੀ ਨੇ 49 ਲੱਖ ਤੋਂ ਉੱਤੇ ਦਾ ਜਿਹੜਾ ਆંકੜਾ ਕੱਢ ਕੇ ਲਿਆਂਦਾ ਵੀ ਇੰਨੇ ਕੁ ਲੋਕਾਂ ਦੀ ਮੌਤ ਆ ਭਾਰਤ 'ਚ ਹੋ ਚੁੱਕੀ ਹੈ। ਤੇ ਫਿਰ ਅਮਰੀਕਾ ਤਾਂ ਕਿਤੇ ਵੀ ਨਹੀਂ ਆਪਣੇ ਨੇੜੇ ਤੇੜੇ ਜੀ। ਦੇਖੋ ਉਮਰ, ਆਪਾਂ ਉਮਰ ਕਹਿ ਕੇ ਆਬਾਦੀ, ਪਾਪੂਲੇਸ਼ਨ ਹੈ, ਉਹਦੇ ਹਿਸਾਬ ਨਾਲ ਕੋਈ ਵੀ ਇਨਫੈਕਸ਼ਨ ਤੈਅ ਕੀ ਆਪਾਂ कैसे ਮੰਨ ਸਕਦੇ ਹਾਂ। ਇੱਕ ਤਾਂ ਆਪਣੀ ਪਾਪੂਲੇਸ਼ਨ ਡੈਂਸਿਟੀ ਬਹੁਤ ਜ਼ਿਆਦਾ ਸੰਘਣੀ ਆਬਾਦੀ ਹੈਗੀ। ਇਹ ਤਾਂ ਹੈ ਨਹੀਂਗਾ ਇੱਥੇ 500 ਮੀਲ ਤੱਕ ਬੰਦਾ ਨਹੀਂ ਲੱਭਣਾ ਤੁਹਾਨੂੰ ਜੀ। ਆਪਣਾ ਆਕਾਰ ਹੈ, ਇੰਡੀਆ ਦਾ ਆਕਾਰ ਹੈ ਜਿਹੜਾ ਅਮਰੀਕਾ ਤੋਂ ਅੱਧਾ ਹੈ, ਤੇ ਪਾਪੂਲੇਸ਼ਨ ਹੈ ਜਿਹੜੀ 4 ਗੁਣਾ। ਫਰਕ ਤਾਂ ਦੇਖੋ ਨਾ ਤੁਸੀਂ, ਇੱਥੇ ਲੋਕ ਕਿੰਨੇ 1 ਕਿਲੋਮੀਟਰ ਦੇ ਘੇਰੇ ਦੇ ਵਿੱਚ ਕਿੰਨੇ ਵਸਦੇ ਨੇ। ਇਸ ਗੱਲ ਨੂੰ ਤਾਂ ਮੰਨਿਆ ਹੀ ਨਹੀਂ ਗਿਆ ਕਿ ਕੋਰੋਨਾ ਦਾ ਇਨਫੈਕਸ਼ਨ ਰੇਟ ਕਾਫੀ ਹਾਈ ਰਿਹਾ। ਤੇ ਹੁਣ ਜਿਹੜੇ ਰਾਹੁਲ ਗਾਂਧੀ ਨੇ ਵੀ ਅੰਕੜੇ ਪੇਸ਼ ਕੀਤੇ ਨੇ, ਅਮਰੀਕਾ ਦੇ ਇੱਕ ਥਿੰਕ ਟੈਂਕ ਨੇ ਪੇਸ਼ ਕੀਤੇ ਨੇ। ਉਹਨਾਂ ਦੇ ਚੱਕ ਕੇ ਉਹਨਾਂ ਨੇ ਦੱਸਿਆ ਕਿ ਸੰਸਦ ਦੇ ਵਿੱਚ ਜਾਂ ਹੋਰ ਕਿ ਆਹ ਦੇਖੋ ਜੀ ਅਸਲ ਅੰਕੜਾ ਅਮਰੀਕਨ ਥਿੰਕ ਟੈਂਕ ਇਹ ਮੰਨ ਰਿਹਾ ਤਕਰੀਬਨ 50 ਲੱਖ ਦੇ ਨੇੜੇ ਬਣਦਾ ਹੈ। ਤੇ ਸਰਕਾਰ ਕਹਿ ਰਹੀ ਹੈ ਕਿ ਜੀ ਇੱਥੇ ਤਾਂ ਆਕਸੀਜਨ ਦੀ ਕਮੀ ਨਾਲ ਇੱਕ ਵੀ ਮੌਤ ਨਹੀਂ ਹੋਈ। ਸਰਕਾਰ ਇਹ ਆંકੜਾ ਕਿਵੇਂ ਮੰਨ ਲੂਗੀ 49 ਲੱਖ ਵਾਲਾ? ਮੈਂ ਇਹੀ ਕਹਿਣ ਲੱਗਿਆ ਸੀ, ਜੇ ਸਰਕਾਰ ਇਹ ਨਹੀਂ ਮੰਨ ਰਹੀ ਅਭਿਜੀਤ ਜੀ ਵੀ ਆਕਸੀਜਨ ਕਰਕੇ ਇੱਕ ਵੀ ਬੰਦੇ ਦੀ ਮੌਤ ਦਿੱਲੀ ਦੇ ਵਿੱਚ ਨਹੀਂ ਹੋਈ ਜਾਂ ਭਾਰਤ ਦੇ ਵਿੱਚ ਨਹੀਂ ਹੋਈ, ਤਾਂ ਫਿਰ 49 ਲੱਖ ਵਾਲੀ ਗੱਲ ਸਰਕਾਰ ਦੇ ਗਲੇ ਦੇ ਥੱਲੇ ਕਿਵੇਂ ਉਤਰ ਜੂਗੀ? ਨਹੀਂ ਮੰਨਣਾ ਤਾਂ ਹੈ ਨਹੀਂਗਾ, ਪਰ ਜਿਹੜੀ ਤਸਵੀਰ ਤਾਂ ਅਸਲ ਤਸਵੀਰ ਆ ਉਹ ਤਾਂ ਸਾਹਮਣੇ ਆਉਣੀ ਹੈ। ਉਹ ਹੁਣ ਚਾਹੇ ਕੋਈ ਵੀ ਆਪਾਂ ਕਹਾਂਗੇ ਥਿੰਕ ਟੈਂਕ ਪੇਸ਼ ਕਰੇ, ਕੋਈ ਸਮਾਜਿਕ ਜਥੇਬੰਦੀ ਪੇਸ਼ ਕਰੇ, ਕੋਈ ਮੀਡੀਆ ਅਦਾਰਾ ਪੇਸ਼ ਕਰੇ। ਹਾਲਾਂਕਿ ਨਿਊਯਾਰਕ ਟਾਈਮ ਨੇ ਤਾਂ 72 ਲੱਖ ਦਾ ਅੰਕੜਾ ਦੱਸਿਆ ਸੀ, ਜਿਹੜਾ ਉਸ ਤੋਂ ਤਾਂ ਇਹ ਕਾਫੀ ਘੱਟ ਮੰਨਿਆ ਜਾ ਰਿਹਾ ਹੈ। ਜਿਹੜਾ 50 ਲੱਖ ਹੈ 22 ਲੱਖ ਦਾ ਅੰਕੜਾ ਹੈਗਾ, ਤੇ ਜਿਹੜਾ ਸਰਕਾਰੀ ਤੌਰ ਤੇ ਅੰਕੜੇ ਨੇ ਉਹ ਤਾਂ ਨੇੜੇ ਤੇੜੇ ਵੀ ਨਹੀਂ ਖੜਦੇ ਹੈਗੇ ਕਿਤੇ। ਚੌਥਾ ਹਿੱਸਾ ਆਪਾਂ ਇਹ ਕਹਿ ਸਕਦੇ ਹਾਂ, ਚਲੋ ਜੀ ਅੱਧੇ ਨੇ, ਚੌਥਾ ਹਿੱਸਾ ਨੇ, ਪੰਜਵਾਂ ਹਿੱਸਾ ਨੇ, ਇਹ ਤਾਂ ਮਤਲਬ ਟੈਨਸ ਐਂਡ ਉਹਦੇ ਵਿੱਚ ਨੇ 10 ਗੁਣਾ 15 ਗੁਣਾ ਉੱਥੇ ਜਾ ਕੇ ਖੜਦੇ ਨੇ।
ਚੱਲੀਏ ਫਿਰ ਸਿੱਧੂ ਵਾਲੇ ਪਾਸੇ ਵਜੀਦ ਜੀ ਬਿਲਕੁਲ। ਕੈਪਟਨ ਸਾਹਿਬ ਦੇ ਵੀ ਬਿਆਨ ਦੱਸਾਂਗੇ ਜੀ। ਕੈਪਟਨ ਸਾਹਿਬ ਨੇ ਕਹਿਤਾ ਵੀ ਜੇ ਤਾਂ ਬੰਦਾ ਮੇਰੇ ਤੋਂ ਮੰਗ ਲੂਗਾ ਮਾਫੀ, ਫੇਰ ਤਾਂ ਮੈਂ ਜਿੱਥੇ ਜਿੱਥੇ ਉਹ ਸਮਾਗਮ ਕਰੂਗਾ, ਚਾਹੇ ਉਹ ਚੰਡੀਗੜ੍ਹ ਆ ਜੇ, ਚਾਹੇ ਪੰਜਾਬ ਦੇ ਵਿੱਚ ਕਿਤੇ ਕਰਨਾ ਹੋਵੇ, ਮੈਂ ਪਹੁੰਚ ਜਾਊਂਗਾ। ਤੇ ਜੇ ਮਾਫੀ ਮੇਰੇ ਤੋਂ ਨਹੀਂ ਮੰਗਦਾ, ਜੋ ਵੀ ਕੁਛ ਉਹਨੇ ਮੇਰੇ ਖਿਲਾਫ ਬੋਲਿਆ, ਤਾਂ ਫੇਰ ਭਾਈ ਨਾ ਮੈਂ ਉਹਨੂੰ ਮਿਲੂੰਗਾ, ਨਾ ਉਹਦੇ ਕੋਈ ਸਮਾਗਮਾਂ 'ਚ ਜਾਊਂਗਾ। ਇਹਦੇ ਵਿੱਚ ਗੱਲ ਵਜੀਦ ਜੀ ਦੋ ਸਾਹਮਣੇ ਆ ਜਾਂਦੀਆਂ। ਇੱਕ ਤਾਂ ਜਿਹੜੀ ਕੱਲ ਜਿਹੜੀਆਂ ਤਸਵੀਰਾਂ ਜਿਹੜੀਆਂ ਆਈਆਂ, ਇੱਕ ਬੱਸ ਕਰਾ ਲਈ ਜੀ ਨਵਜੋਤ ਸਿੰਘ ਸਿੱਧੂ ਨੇ। ਬੱਸ ਦੇ ਵਿੱਚ ਹੁਣ ਇਹ ਲੱਗਦਾ ਤਾਂ ਹੈ ਕਿਤੇ ਬਰਾਤ ਨੂੰ ਜਾਣਾ ਹੁੰਦਾ ਹੈ, ਪਰ ਇਹ ਵਿਧਾਇਕਾਂ ਕੋਲੇ ਗੱਡੀਆਂ ਵੀ ਸਾਰੀਆਂ ਆਪਦੀਆਂ, ਪਰ ਇਹ ਬੱਸ ਦੇ ਵਿੱਚ ਹੀ ਫਿਰ ਵਜੀਦ ਜੀ ਇੰਨਾ ਪਿਆਰ ਦੇ ਨਾਲ ਕਿਵੇਂ ਬਹਿ ਗਏ। ਤਸਵੀਰਾਂ ਆਪਾਂ ਹੋਰ ਵੀ ਬੜੀਆਂ ਸੋਹਣੀਆਂ ਜੀ ਅਗਲੇ ਪਾਸੇ ਦਿਖਾਉਣੇ ਆ, ਤੇ ਲਾਸਟ ਵਾਲੀਆਂ ਦੋ ਤਸਵੀਰਾਂ ਬੜੀਆਂ ਧਿਆਨ ਦੇਣ ਵਾਲੀਆਂ, ਉਹ ਤੁਸੀਂ ਵੀ ਧਿਆਨ ਦਿਓ ਜੀ। ਉਹਦੇ 'ਚ ਮੇਰੇ ਸਿੱਧ ਕੀ ਕਰਨਾ ਚਾਹੁੰਦੇ ਆ। ਆਹ ਦੇਖੋ ਜੀ, ਜੀਰਾ ਸਾਹਿਬ ਵੀ ਮੇਰੇ ਨਾਲ ਹੈਗੇ ਆ, ਇਹਨਾਂ ਦੇ ਸਿੱਧੂ ਸਾਹਿਬ ਦੇ ਸਰਕਾਰੀਆ ਸਾਹਿਬ, ਮਤਲਬ ਪੂਰਾ ਇੱਕ ਨਾ ਵੇਖੋ ਖੁਸ਼ੀ ਵੇਖੋ ਚਿਹਰਿਆਂ ਤੇ। ਇਹ ਕੈਪਟਨ ਸਾਹਿਬ ਨੂੰ ਤਾਂ ਨਹੀਂ ਹੱਸ ਕੇ ਦਿਖਾ ਰਹੇ ਵੀ ਤੁਸੀਂ ਸਾਨੂੰ ਟਾਈਮ ਨਹੀਂ ਦਿੰਦੇ ਹੁੰਦੇ ਸੀ ਮਿਲਣ ਦਾ, ਤੇ ਸਿੱਧੂ ਸਾਹਿਬ ਵੇਖੋ ਫਿਰ ਸਾਨੂੰ ਆਪਾਂ ਉਹ ਤਾਂ ਕੀ ਕਹਿਣਾ ਵੀ ਇਹ ਹੁਣ ਸਾਡੇ ਕੌਣ ਹੈ। ਆਹ ਦੇਖੋ ਜੀ, ਆਹ ਤਸਵੀਰ ਜਦੋਂ ਦੀ ਕੱਲ ਦੀ ਆਈ ਹੈ ਨਾ ਵਜੀਦ ਜੀ, ਇਹ ਚੰਡੀਗੜ੍ਹ ਤੱਕ ਵੀ ਆਈ ਹੋਊਗੀ। ਕਹਿੰਦੇ ਵੀ ਆਹ ਹੋਈ ਹੈ ਕੈਬਨਿਟ ਇੱਕ। ਆਹ ਦੇਖੋ 60 ਤੋਂ ਵੱਧ ਜਿਹੜੇ ਵਿਧਾਇਕ ਕੱਲ ਸੀ ਵਜੀਦ ਜੀ, 62 ਤੋਂ ਕੋਈ 65 ਕਹੀ ਜਾਂਦਾ, ਕੋਈ 60 ਕੋਈ 55, ਤੇ ਉਹ ਕਹਿੰਦੇ ਸਿੱਧੂ ਸਾਹਿਬ ਦੇ ਕੋਲੇ ਬਹਿ ਕੇ ਜਾ ਕੇ ਕਹਿੰਦੇ ਵੀ ਦੱਸੋ ਜੀ ਕੈਪਟਨ ਆਪਾਂ ਹੁਣ ਕੀ ਕਰੀਏ ਅਗਲੇ ਪਾਸੇ ਨੂੰ। ਤੇ ਸਿੱਧੂ ਸਾਹਿਬ ਨੇ ਫਿਰ ਲਾਏ 15-20 ਮਿੰਟ ਵੀ ਖੜ ਜਾਓ ਥੋੜਾ ਜਿਹਾ, ਹਾਈ ਕਮਾਂਡ ਵੀ ਆਪਣੇ ਵਾਲੇ ਪਾਸੇ, ਕਿਉਂਕਿ ਹੁਣ ਦਿੱਲੀ ਤੱਕ ਵੀ ਤਾਂ ਵਜੀਦ ਜੀ ਫੋਟੋਆਂ ਗਈਆਂ ਹੋਣਗੀਆਂ। ਹੁਣ ਸੀਐਮ ਸਾਹਿਬ ਵਿਚਾਰੇ ਫੋਟੋਆਂ ਨਹੀਂ ਪਹੁੰਚ ਜੋਗੇ, ਕਿਉਂਕਿ ਉਹਨਾਂ ਕੋਲੇ ਬੰਦੇ 5-4 ਹੈਗੇ ਆ। ਖਹਿਰਾ ਸਾਹਿਬ ਦਾ ਵਜੀਦ ਜੀ ਕੋਈ ਬਿਆਨ ਨਹੀਂ ਆਇਆ, ਨਾ ਤਾਂ ਖਹਿਰੇ ਸਾਹਿਬ ਦੀ ਫੋਟੋ ਕੈਪਟਨ ਸਾਹਿਬ ਦੇ ਨਾਲ ਆਈ ਹੈ, ਨਾ ਇਧਰਲੇ ਪਾਸੇ ਤਾਂ ਚਲੋ ਹੁਣ ਆਉਣੋਂ ਰਿਹਾ ਕਾਫਲਾ। ਉਹ ਕੀ ਚੱਕਰ ਬਣਿਆ ਜੀ, ਖਹਿਰਾ ਸਾਹਿਬ ਕਿਉਂ ਨਹੀਂ ਆ ਰਹੇ ਬਾਹਰ ਹਜੇ? ਖਹਿਰਾ ਸਾਹਿਬ ਦੇਖੋ ਜੀ, ਖਹਿਰੇ ਸਾਹਿਬ ਦੇ ਨਾਲ ਦਾ ਬੰਦਾ ਮੈਨੂੰ ਦਿਖ ਨਹੀਂ ਰਿਹਾ ਜੀ ਇੱਥੇ ਆ ਫੋਟੋ ਦੇ ਵਿੱਚ, ਜਾਂ ਕੋਈ ਵੀ ਨਹੀਂ ਆਇਆ ਜੀ। ਖਹਿਰਾ ਸਾਹਿਬ ਦੇ ਜੇ ਬੇਸਿਕਲੀ ਦੇਖਿਆ ਜਾਵੇ ਤਾਂ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ। ਹੁਣ ਛੱਡੋ ਜੀ, ਉਹ ਤਾਂ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ। ਇੱਥੇ ਆ ਨਹੀਂ ਨਾ ਸਕਦੇ ਉਹ। ਹੁਣ ਕੈਪਟਨ ਸਾਹਿਬ ਕੋਲੇ ਤਾਂ ਉਦੋਂ ਬਹਿ ਸਕਦੇ ਸੀ। ਹਾਂ, ਕਾਂਗਰਸ ਦੇ ਵਿੱਚ ਹਾਲਾਂਕਿ ਸ਼ਾਮਲ ਹੋ ਚੁੱਕੇ ਨੇ ਉਹ। ਜੀ ਆਪਣਾ ਦਲ ਬਦਲ ਲਿਆ ਉਹਨਾਂ ਨੇ, ਦੁਬਾਰਾ ਕਾਂਗਰਸ ਦੇ ਵਿੱਚ ਆ ਚੁੱਕੇ ਨੇ। ਪਰ ਇੱਕ ਤਾਂ ਇੱਥੇ ਸਿੱਧੂ ਦੇ ਵਿਰੁੱਧ ਆਪਾਂ ਕਹਾਂਗੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਉਹਨਾਂ ਨੇ ਪਿਛਲੇ ਦਿਨੀ ਕੀਤੀਆਂ ਸੀ ਕਿ ਹਾਂਜੀ ਪ੍ਰਧਾਨਗੀ ਕਿਉਂ ਦਿੱਤੀ, ਨਹੀਂ ਦੇਣੀ ਚਾਹੀਦੀ ਸੀ ਇਹ ਉਹ। ਪਰ ਮਸਲਾ ਇਹ ਹੈ ਕਿ ਇੱਕ ਤਾਕਤ ਦਾ ਮੁਜ਼ਾਹਰਾ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਵੱਲੋਂ। ਹਾਲਾਂਕਿ ਸੱਦਾ ਸਾਰੇ ਵਿਧਾਇਕਾਂ ਨੂੰ ਦਿੱਤਾ ਗਿਆ ਸੀ 80 ਦੇ 80 ਨੂੰ ਕਿ ਪਹੁੰਚੋ ਜੀ, ਆਪਾਂ ਮੱਥਾ ਟੇਕਣ ਜਾਣਾ ਹੈ, ਦਰਬਾਰ ਸਾਹਿਬ ਜਾਵਾਂਗੇ, ਦੁਰਗਿਆਣਾ ਮੰਦਿਰ ਜਾਵਾਂਗੇ, ਰਾਮ ਤੀਰਥ ਸਥਲ ਆ ਉੱਥੇ ਵੀ ਜਾਵਾਂਗੇ। ਤੇ ਉਹਦੇ ਵਿੱਚੋਂ 62 ਵਿਧਾਇਕ ਪਹੁੰਚੇ ਨੇ, 63ਵੇਂ ਆਪ ਹੋ ਗਏ ਨਵਜੋਤ ਸਿੰਘ ਸਿੱਧੂ। ਤੇ ਇਹਦੇ ਵਿੱਚ ਇੱਕ ਮੈਸੇਜ ਦੇਣ ਦਾ ਯਤਨ ਕੀਤਾ ਗਿਆ ਹੈ, ਕਿਹੜਾ ਜੀ? ਭਾਈਚਾਰਕ ਸਾਂਝ ਦਾ। ਹਾਂ ਬਿਲਕੁਲ, ਭਾਈਚਾਰਕ ਸਾਂਝ ਦਾ ਹੀ ਹੈ ਕਿ ਹਾਂਜੀ ਮੈਂ ਮਿਲਣਾ ਨਹੀਂ ਹੈਗਾ ਉਦੋਂ ਤੱਕ ਨਵਜੋਤ ਸਿੰਘ ਸਿੱਧੂ ਨੂੰ, ਜਦ ਤੱਕ ਉਹ ਜਨਤਕ ਤੌਰ ਤੇ ਮਾਫੀ ਨਹੀਂ ਮੰਗਦਾ। ਪਰ ਨਾਲ ਹੀ ਖਬਰ ਆ ਗਈ ਕਿ ਸ਼ੁੱਕਰਵਾਰ ਨੂੰ ਤਾਜਪੋਸ਼ੀ ਹੋ ਰਹੀ ਹੈ ਔਰ ਰਾਹੁਲ ਗਾਂਧੀ ਵੀ ਪਹੁੰਚ ਰਹੇ ਨੇ। ਤੇ ਕੈਪਟਨ ਸਾਹਿਬ ਨੂੰ ਆਉਣਾ ਪੈਣਾ। ਹਾਂ, ਉੱਥੇ ਇਹੀ ਤਾਂ ਮਸਲਾ ਹੈ ਹੁਣ ਕਿ ਜਦੋਂ ਰਾਹੁਲ ਗਾਂਧੀ ਪੰਜਾਬ ਦੌਰੇ ਤੇ ਆਉਣ ਤੇ ਕੈਪਟਨ ਅਮਰਿੰਦਰ ਸਿੰਘ ਉੱਥੇ ਨਹੀਂ ਪਹੁੰਚਣਗੇ, ਇਹ ਬੜੀ ਵੱਡੀ ਆਪਣੇ ਆਪ ਦੇ ਵਿੱਚ ਗੱਲ ਹੈ। ਤੇ ਫਿਰ ਇੱਕ ਇਹ ਕੰਸੂਆਂ ਵੀ ਉੱਭਰਨੀਆਂ ਸ਼ੁਰੂ ਹੋ ਗਈਆਂ ਕਿ ਵੱਡੀ ਸਿਆਸੀ ਉਥਲ ਪੁਥਲ ਹੋ ਸਕਦੀ ਹੈ ਜੀ, ਮੁੱਖ ਮੰਤਰੀ ਦਾ ਐਲਾਨ ਹੋ ਸਕਦਾ। ਹਾਂ, 62 ਤਾਂ ਦੇਖੋ ਪਹੁੰਚੇ ਹੋਏ ਨੇ। 63ਵੇਂ ਨਵਜੋਤ ਸਿੰਘ, 5 ਇਹੋ ਜਿਹੇ ਵੀ ਹੈਗੇ ਜਿਹੜੇ ਬਿਲਕੁਲ ਕਹਿੰਦੇ ਹੁੰਦੇ ਕੋਈ ਨਹੀਂ ਇੱਕ ਵਾਰ ਫੋਟੋ ਨਹੀਂ ਖਿਚਾਉਂਦੇ, ਬਾਕੀ ਗੱਲ ਆਪਣੀ ਕੋਈ ਹੈ। 5 ਇਹੋ ਜਿਹੇ ਵੀ ਹੈਗੇ, ਬਿਲਕੁਲ 5 ਨਹੀਂ 10 ਹੋਣਗੇ ਘੱਟੋ ਘੱਟ। 5 ਇੱਕ ਬ੍ਰਹਮ ਮਹਿੰਦਰਾ ਹੋਣਾ ਦੀ ਗੱਲ ਕਰ ਲਈ ਆਪਾਂ, ਜਿਹੜੇ ਇੱਥੇ ਆਪਣੇ ਬਲਬੀਰ ਸਿੱਧੂ ਨੇ ਸਿਹਤ ਮੰਤਰੀ, ਓਪੀ ਸੋਨੀ ਨੇ, ਉਹਨਾਂ ਦੀ ਗੱਲ ਕਰ ਲਈਏ। ਇਹ ਜੇ 5-6 ਬੰਦੇ ਹੋਣਗੇ ਜਿਹੜੇ ਕੱਟੜ ਆਸ਼ੂ ਨੇ, ਜਿਹੜੇ ਲੁਧਿਆਣਾ ਤੋਂ ਸਾਹਮਣੇ ਆ ਗਏ, ਉਹਨਾਂ ਨੇ ਤਾਂ ਰਹਿਣਾ ਹੀ ਰਹਿਣਾ ਜੀ। ਉਹ ਜਿਹੜੇ ਲੁਧਿਆਣਾ ਤੋਂ ਨੇ ਉਹ ਵੀ ਨਹੀਂ ਨਜ਼ਰ ਆਏ ਹੈਗੇ। ਚਲੋ ਆਪਾਂ ਮੰਨ ਕੇ ਚੱਲਦੇ ਹਾਂ 10 ਬੰਦੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਖੜੇ ਨੇ, ਤੇ ਬਾਕੀ 70 ਕਿੱਥੇ ਨੇ? 62 ਤਾਂ ਇੱਕ ਪਾਸੇ ਹੋ ਗਏ, ਠੀਕ ਹੈ ਜੀ। 5-7 ਦਬੀ ਆਵਾਜ਼ ਦੇ ਵਿੱਚ ਕਿ ਨਹੀਂ ਜੀ ਅਸੀਂ ਤਸਵੀਰ ਨਹੀਂ ਖਿਚਾਉਂਦੇ, ਪਰ ਹੈਗੇ ਤੁਹਾਡੇ ਨਾਲ ਹੀ ਆ। ਇਹਦੇ ਵਿੱਚ ਜੀ ਇੱਕ ਗੱਲ ਹੋਰ ਹੈ, ਸਭ ਤੋਂ ਵੱਧ ਗਾਈਡਲਾਈਨਾਂ ਦਾ ਵੀ ਇੱਥੇ ਪਾਲਣ ਜਿਹੜੇ ਮੇਰੇ ਹਿਸਾਬ ਦੇ ਨਾਲ ਜਾਖੜ ਸਾਹਿਬ ਤੇ ਰਾਜਾ ਵੜਿੰਗ ਜੀ ਕਰ ਰਹੇ ਆ ਜੀ। ਬਾਕੀਆਂ ਨੇ ਤਾਂ ਚਲੋ ਮਾਸਕ ਹੀ ਲਾਉਣਾ ਸੀ, ਖੁਸ਼ੀ ਬਹੁਤ ਹੁੰਦੀ ਹੈ। ਕੱਲ ਫਿਰ ਇੱਕ ਤਾਂ ਦਰਬਾਰ ਸਾਹਿਬ ਮੱਥਾ ਟੇਕ ਲਿਆ ਜੀ, ਮੰਦਿਰ ਵੀ ਜਾਇਆ ਹੈ ਜੀ। ਤੇ ਅਗਲੇ ਪਾਸੇ ਫਿਰ ਉਹ ਮੋੜ ਤੋੜ ਕੇ ਹੁਣ ਗੱਲ ਉੱਥੇ ਹੀ ਆ ਵੀ ਜਾਂ ਤਾਂ ਕੈਪਟਨ ਸਾਹਿਬ ਜੀ ਵਿਚਲਾ ਰਾਹ ਕੱਢ ਲੈਣਗੇ। ਹੁਣ ਕਹਿੰਦੇ ਆ ਵੀ ਚਲੋ ਜੱਫੀ ਪਾਉਣੀ ਇੱਕ ਵਾਰ ਪਾ ਲਓ ਯਾਰ, ਘੱਟੋ ਘੱਟ ਸੀਐਮ ਦਾ ਇੱਕ ਅਹੁਦਾ ਹੈਗਾ, ਉਹ ਤਾਂ ਬਰਕਰਾਰ ਹੋਊਗਾ। ਜੇ ਅਗਲੇ ਨੇ ਐਲਾਨ ਹੀ ਕਰਤਾ
ਵੀ ਦੇਖੋ ਹੁਣ ਉੱਤੋਂ ਪਾਸੋਂ ਵੀ ਤਾਂ ਇੱਕ ਫੋਨ ਆ ਸਕਦਾ ਨਾ ਕਿ ਮਿਸਟਰ ਕੈਪਟਨ ਕਿਆ ਕੀਆ ਜਾਏ। ਸੁਖਜਿੰਦਰ ਦੇਖੋ ਸੁਖਜਿੰਦਰ ਰੰਧਾਵਾ ਹੋਣਾ ਨੇ ਇਹ ਗੱਲ ਸਾਫ਼ ਲਫ਼ਜ਼ਾਂ ਦੇ ਵਿੱਚ ਕਹੀ ਹੈ ਕਿ ਜਦੋਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਜਦੋਂ ਤੁਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਗੱਦੀਓਂ ਲਾਹਿਆ ਸੀ ਪ੍ਰਧਾਨਗੀ ਦੀ ਤਾਂ ਮੈਂ ਤੁਹਾਡਾ ਸਾਥ ਦਿੱਤਾ ਸੀ, ਤਾਂ ਕਿ ਤੁਸੀਂ ਪ੍ਰਧਾਨਗੀ ਨਹੀਂ ਸੀ ਲਈ। ਹੁਣ ਜੇ ਨਵਜੋਤ ਸਿੰਘ ਸਿੱਧੂ ਲੈ ਰਿਹਾ ਹੈ ਪ੍ਰਧਾਨਗੀ ਤਾਂ ਕੀ ਇਹਦੇ ਵਿੱਚ ਗਲਤ ਹੈ? ਕੀ ਇਹਦੇ ਵਿੱਚ ਤੁਸੀਂ ਦੱਸੋ ਹੁਣ ਤੁਸੀਂ ਕਿਉਂ ਰੇੜਕਾ ਪਾਇਆ ਹੈ ਕਿ ਮਾਫੀ ਮੰਗ ਪਹਿਲਾਂ, ਮਾਫੀ ਮੰਗ, ਸਹੀ ਗੱਲ ਤੇ ਇਹਦੇ ਤੇ ਬਾਕੀ ਮਾਫੀ ਦੀ ਗੱਲ ਹੈ ਤੇ 3 ਬੰਦਿਆਂ ਤੋਂ ਪਹਿਲਾਂ ਜਿਵੇਂ ਆਪਣੇ ਢੱਟ ਸਾਹਿਬ ਕਹਿ ਕੇ ਗਏ ਨੇ ਕਿ ਬਾਕੀਆਂ ਨੂੰ ਛੱਡੋ, ਸੁਖਪਾਲ ਖਹਿਰਾ ਨੇ ਤਾਂ ਪਰਸਨਲ ਕਮੈਂਟਸ ਕਰੇ ਸੀਗੇ, ਗਾਲ ਤਾਂ ਕੱਢਤੀ ਸੀ ਕੈਪਟਨ ਸਾਹਿਬ ਦੀ ਕੋਠੀ 'ਚ ਬੰਦੇ ਤੱਕ ਦਾ ਜ਼ਿਕਰ ਕਰਤਾ ਸੀ ਜੀ। ਫਿਰ ਆਪਾਂ ਨਾਮ ਨਹੀਂ ਲੈ ਸਕਦੇ, ਪਰ ਮਤਲਬ ਉਸ ਹੱਦ ਤੱਕ ਤਾਂ ਨਵਜੋਤ ਸਿੰਘ ਸਿੱਧੂ ਨੇ ਕੀਤਾ ਹੀ ਨਹੀਂ। ਨਵਜੋਤ ਸਿੰਘ ਸਿੱਧੂ ਨੇ ਤਾਂ ਵਿਚਾਰਾ ਰੇਤੇ ਉੱਤੇ ਦੀਆਂ ਗੱਲਾਂ ਕਰਦਾ ਰਹਿ ਗਿਆ, ਟਰਾਂਸਪੋਰਟ ਦੀ ਗੱਲ ਕੀਤੀ ਖੁੱਲ ਕੇ ਇਹਨਾਂ ਨੇ। ਹਾਂ, ਇਹ ਬੜਾ ਫਰਕ ਹੈ। ਜਦੋਂ ਇੱਕ ਬੰਦਾ ਤੁਹਾਡੇ ਤੇ ਪਰਸਨਲ ਅਟੈਕ ਕਰਦਾ ਤੁਸੀਂ ਉਹਨੂੰ ਬਗੈਰ ਮਾਫੀ ਤੋਂ ਜੱਫੀ ਪਾ ਲੈਂਦੇ ਹੋ। ਦਿੱਲੀ ਜਾਣ ਤੋਂ ਪਹਿਲਾਂ, ਹੈਲੀਕਾਪਟਰ ਚੜਨ ਤੋਂ ਪਹਿਲਾਂ ਤੁਹਾਡੇ ਨਾਲ ਤਸਵੀਰਾਂ ਖਿਚਵਾਉਂਦਾ ਹੈ। ਉਹ ਵਿਚਾਰੇ 3 ਵਿਧਾਇਕ ਵੀ ਉਧਰੋਂ ਲੈ ਕੇ ਆਉਂਦਾ ਆਮ ਆਦਮੀ ਪਾਰਟੀ ਵਾਲੇ, ਉਹ ਤਾਂ ਵਿਚਾਰੇ ਠੱਗੇ ਗਏ, ਮਹਿਸੂਸ ਕਰ ਰਹੇ ਹੋਣੇ ਵੀ ਅਸੀਂ ਕਿੱਧਰ ਨੂੰ ਜਾਈਏ। ਉਹ ਮੇਰੇ ਹਿਸਾਬ ਨਾਲ ਬੱਸ ਨੂੰ ਹੱਥ ਦੇ ਲੈਂਦੇ ਜੀ, ਰਾਹ ਕਿੱਥੇ। ਸਹੀ ਗੱਲ ਆ, ਉਹਨਾਂ ਨੂੰ ਤਾਂ ਦੁਬਾਰੇ ਆਪਣੇ ਹਲਕੇ ਦੀ ਬੱਸ ਚੜ ਜਾਣਾ ਚਾਹੀਦਾ। ਨਹੀਂ ਆਹ ਬੱਸ ਦੀ ਗੱਲ ਕਰਦਾ ਜਿਹੜੀ ਇੰਡੋ ਕੈਨੇਡੀਅਨ ਫਿਰਦੀ ਹੈ ਜੀ, ਇਹ ਪਰ ਇੰਡੋ ਕੈਨੇਡੀਅਨ ਤਾਂ ਚੱਲ ਨਹੀਂ ਹੋਣੀਗੀ, ਤੇ ਇਹਦੇ ਹੱਥ ਕਰਦਾ ਵੀ ਸਿੱਧੂ ਸਾਹਿਬ ਨਾਲ ਹੀ ਚੜ ਜਾਣ ਜਦੋਂ। ਵਾਕਈ ਉਹ ਤਾਂ ਨਾ ਘਰਦੇ ਰਹੇ ਵਿਚਾਰੇ ਨਾ ਘਾਟਦੇ ਰਹੇ। ਹੁਣ ਟਿਕਟਾਂ ਦੀ ਗੱਲ ਕੀਤੀ ਹੋਣੀ ਆ ਕਾਂਗਰਸ ਵੱਲੋਂ, ਖਹਿਰਾ ਸਾਹਿਬ ਨੇ, ਕੈਪਟਨ ਸਾਹਿਬ ਨੇ ਥਾਪੜਾ ਦਿੱਤਾ ਹੋਣਾ ਵੀ ਕੋਈ ਨਹੀਂ ਦੇਵਾਂਗੇ ਜੀ ਟਿਕਟਾਂ ਆਮ ਆਦਮੀ ਪਾਰਟੀ ਵਾਲੇ, ਤੁਸੀਂ ਸਾਡੇ ਕੰਨੀ ਆ ਜਾਓ, ਕੋਈ ਗੱਲ ਨਹੀਂ। ਬਿਲਕੁਲ। ਤੇ ਹੁਣ ਪਤਾ ਲੱਗੂ ਵੀ ਹੁਣ ਟਿਕਟ ਮਿਲਦੀ ਹੈ ਕਿ ਨਹੀਂ ਮਿਲਦੀ। ਪਰਮਲ ਸਿੰਘ ਖਾਲਸਾ ਵਰਗੇ ਹਨਾ, ਕਮਾਲੂ ਸਾਹਿਬ ਵਿਚਾਰੇ, ਤੇ ਉਹ ਕੀ ਹੈਗਾ ਸਿਆਸਤ ਦੇ ਵਿੱਚ ਦੇਖੋ ਘਟਨਾਕ੍ਰਮ ਕਿੰਨੀ ਤੇਜ਼ੀ ਨਾਲ ਬਦਲਦੇ ਨੇ। ਕੁਝ ਸਮਾਂ ਪਹਿਲਾਂ ਤੱਕ ਜਿਹੜੀ ਹਾਈ ਕਮਾਂਡ ਡਰ ਰਹੀ ਸੀ ਕਿ ਫੈਸਲਾ ਕੀ ਲਈਏ ਯਾਰ, ਕਿਤੇ ਪਾਸਾ ਹੀ ਨਾ ਪਲਟ ਜੇ, ਕੈਪਟਨ ਸਾਹਿਬ ਕਿਤੇ ਆਪਣੇ 60-70 ਵਿਧਾਇਕ ਲੈ ਕੇ ਪਾਸੇ ਹੀ ਨਾ ਉੱਡ ਜਾਣ, ਅਸੀਂ ਕੀ ਕਰਾਂਗੇ ਫਿਰ। ਉਹ ਹੁਣ 60-70 ਇੱਕ ਪਾਸੇ ਉਧਰੋਂ ਦੀ ਬਜਾਏ ਤਸਵੀਰ ਹੋਰ ਪਾਸੇ ਨਜ਼ਰ ਆ ਰਹੀ ਹੈ। ਸਾਰੇ ਪਾਸੇ ਜਿਹੜੀ ਹੈ ਬਦਲਾਅ ਦੇ ਸੰਕੇਤ ਨਜ਼ਰ ਆ ਰਹੇ ਨੇ। ਤੇ ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਵਡੱਪਣ ਦਿਖਾ ਕੇ, ਸਹੀ ਗੱਲ ਹੈ ਜੀ, ਵਡੱਪਣ ਦਿਖਾਉਣਾ ਚਾਹੀਦਾ ਹੈ, ਕਿਉਂਕਿ ਜੇ ਆਪਸੀ ਭਾਈਚਾਰੇ ਦੇ ਵਿੱਚ ਰਹਿਣਾ, ਜੇ ਹਾਂ ਪੱਕੀ ਕਾਟੀ ਫੇਰਨੀ ਹੈ ਕਿ ਨਾ ਅਸੀਂ ਤਾਂ ਫੈਸਲੇ ਦੀ ਉਡੀਕ ਹੀ ਕਰਨੀ ਹੈ ਵੀ ਮੈਂ ਤਾਂ ਕਰਦਾ, ਤੁਸੀਂ ਦੱਸੋ ਜੀ ਕੀ ਕਹਿਣਾ। ਤੇ ਉਹ ਫਿਰ ਜਿਹੜਾ ਉਹਨਾਂ ਵਾਸਤੇ ਵੀ ਸੁਖਜਿੰਦਰ ਰੰਧਾਵਾ ਨੇ ਵੀ ਕਿਹਾ ਕਿ ਅਸੀਂ ਪਾਰਟੀ ਨਹੀਂ ਟੁੱਟਣ ਦੇਵਾਂਗੇ, ਚਾਹੇ ਟੁੱਟਣ ਵਾਲਾ ਕੈਪਟਨ ਅਮਰਿੰਦਰ ਸਿੰਘ ਹੀ ਕਿਉਂ ਨਾ ਹੋਵੇ, ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਰੱਖੋ ਜੀ ਗੱਲ ਆਉਨੇ ਨੂੰ। ਹਾਂਜੀ, ਨੋਟ ਕਰ ਲਿਓ 22 ਦੇ ਵਿੱਚ ਹੁਣ ਸਿੱਧੂ ਹੀ ਸਿੱਧੂ ਹੋਣੀ ਆ। ਇਹ ਹੁਣ ਗਿਆ ਇੱਕ ਪਾਸੇ। ਅਜੇ ਕਹਿੰਦੇ ਕੁਛ ਨਾ ਕੁਛ ਅੜਿੱਕੇ ਹੈਗੇ ਆ ਜੀ ਵਿੱਚ, ਏਡੀ ਛੇਤੀ ਤਾਂ ਨਹੀਂ ਕੈਪਟਨ ਸਾਹਿਬ। ਨਹੀਂ ਮੈਂ ਕਹਿੰਦਾ ਇੱਥੇ ਹੀ ਤੁਸੀਂ ਰਹਿਣਾ, ਇੱਥੇ ਹੀ ਮੈਂ ਰਹਿਣਾ। ਜੇ ਕਾਂਗਰਸ ਬਣੂਗੀ ਤਾਂ ਮੁੱਖ ਮੰਤਰੀ ਸਿੱਧੂ ਬਣੂਗਾ, ਨਹੀਂ ਤਾਂ ਕੈਪਟਨ ਨੂੰ ਹੁਣ ਕਿਸੇ ਨੇ ਨਹੀਂ ਪੁੱਛਣਾ ਜੀ। ਇਹ ਤਾਂ 6 ਮਹੀਨੇ ਜਿਹੜੇ ਰਹਿ ਗਏ ਜੀ ਉਹ ਕੱਟਣੇ ਔਖੇ ਲੱਗਦੇ ਆ। ਤੇ ਉਹ 6 ਮਹੀਨਿਆਂ ਦੇ ਵਿੱਚ ਵਜੀਦ ਜੀ ਕੁਛ ਸਿੱਧੂ ਸਾਹਿਬ ਨੂੰ ਫਿਰ ਐ ਨਹੀਂ, ਹੁਣ ਤਾਂ ਚਲੋ ਠੀਕ ਹੈ ਵੀ ਨਵਾਂ ਚਾਹ ਹੁੰਦਾ, ਨਵੀਂ ਵਿਆਹੀ ਨੂੰ ਵੀ ਚਾਹ ਹੁੰਦਾ ਵਜੀਦ ਜੀ, ਕੰਮ ਕੋਈ ਮਾੜੇ ਮੋਟੇ 2-3 ਤਾਂ ਕਰਕੇ ਵਿਖਾਉਣੇ ਪੈਣਗੇ ਨਾ ਵੱਡੇ। ਬਿਲਕੁਲ। 4 ਮਹੀਨੇ 5 ਹੈਗੇ ਆ, 2-3 ਵੱਡੇ ਕੰਮ ਵੀ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਆ ਕਿ ਲੋਕਾਂ ਨੂੰ ਲੱਗੇ ਕਿ ਅਗਲੇ ਵਾਰ ਜੇ ਬੰਦਾ ਇਹ ਬਣ ਗਿਆ। ਦੇਖੋ ਪਹਿਲਾਂ ਤਾਂ ਸਿੱਧੂ ਸਾਹਿਬ ਕੋਲੇ ਵਿਚਾਰੇ ਕੋਲੇ 2 ਆਪਸ਼ਨ ਸੀ, ਜਾਂ ਤਾਂ ਦੂਜੇ ਪਾਸੇ ਛਾਲ ਮਾਰ ਲਗੇ, ਉਧਰਲੇ ਪਾਸੇ ਚਲੋ ਤਕਰੀਬਨ ਤੈਅ ਹੀ ਸੀਗਾ ਵੀ ਬੰਦੇ ਨੂੰ ਵੱਡਾ ਅਹੁਦਾ ਮਿਲੂਗਾ। ਇੱਕ ਬੰਦਾ ਜਿੱਥੇ ਹੈਗਾ ਅਗਲਾ ਕਹਿੰਦਾ ਯਾਰ ਇੱਥੇ ਹੁਣ ਆਪਾਂ ਨੂੰ ਉਹ ਚੀਜ਼ ਮਿਲ ਰਹੀ ਜਿਹੜੀ ਆਪਾਂ ਦੂਜੇ ਪਾਸੇ ਝਾਕ ਕਰਦੇ ਸੀ, ਤੇ ਕਿਉਂ ਨਾ ਹੁਣ ਇੱਥੇ ਆਪਾਂ ਭਜਾਉਣਾ ਹੀ ਹੈ, ਕਾਫਲੇ ਭਜਾਈ ਫਿਰਦੇ ਆ। ਰੱਖੋ ਜੀ ਗੱਲ। ਆ ਵੀਰੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਖਬਰਾਂ ਬਹੁਤ ਵਧੀਆ ਹੁੰਦੀਆਂ, ਸ਼ੁਕਰੀਆ ਜੀ, ਜਿਉਂਦੇ ਬਾਦ ਰਹੋ। ਸ਼ੁਕਰੀਆ। ਬਾਕੀ ਖਹਿਰੇ ਦਾ ਉਹ ਹਾਲ ਹੋ ਗਿਆ ਨਾ, ਤੁਹਾਨੂੰ ਕਿਸੇ ਪਾਸੇ ਜੁਗਾ ਰਿਹਾ ਹੀ ਨਹੀਂ। ਉਹ ਇੱਕ ਵੀਡੀਓ ਆਈ ਸੀਗੀ ਜੀ, ਉਹ ਕੇਜਰੀਵਾਲ ਤੋਂ ਖੋ ਕੇ ਦੂਜਾ ਕੈਪਟਨ ਭੱਜ ਗਿਆ, ਉਹ ਕੇਜਰੀਵਾਲ ਤੋਂ ਖੋ ਕੇ ਦੂਜਾ ਭੱਜ ਗਿਆ ਕੈਪਟਨ, ਉਹਨੇ ਜਾ ਕੇ ਗਾਰਵੇ ਛੱਡਤਾ ਇੱਕ ਡੱਬਾ ਜਿਹਾ ਜੀ। ਜਿਹੜੇ ਹੁਣ ਕੇਜਰੀਵਾਲ ਨੇ ਸੁਖਪਾਲ ਕਹਿੰਦਾ 10 ਵਜੇ ਕਰਨ ਵਾਲਾ ਬੈਠਾ ਸੀ ਨਾ ਹਾਈ ਕਮਾਂਡ ਚ, ਉਹ ਫਿਰ ਕਹਿੰਦੇ ਨਾ ਐਵੇਂ ਨੀ ਵੀ ਕਾਂ ਕਿੱਥੇ ਡਿੱਗਦਾ ਪਤਾ ਨੀ, ਲੰਮੀ ਸਟੋਰੀ ਹੈ। ਬਾਕੀ ਉਹ ਗਲਤ ਹੋ ਜਾਂਦੀ ਗੱਲ ਨਾ, ਫਿਰ ਤੁਸੀਂ ਨੀਰ ਦੀ ਗੱਲ ਨਾ ਬੋਲਿਆ ਕਰ। ਬਾਕੀ ਦਾ ਕੱਖ ਨਹੀਂ ਰਹਿਣਾ, ਕਹਿ ਰਿਹਾ ਕਿਸੇ ਪਾਸੇ ਜੁਗਾ ਰਿਹਾ। ਨਾ ਆਪਾਂ ਸਿੱਧੂ ਵਾਲੀ ਨਾ ਕਿਸੇ ਲਈ ਜੀ। ਬਾਕੀ ਆਪਾਂ ਤਾਂ ਵੀ
ਕਹਿੰਦੇ ਪੰਜਾਬ ਦਾ ਭਲਾ ਹੋਵੇ ਵੀਰੇ, ਬਸ ਬਿਲਕੁਲ ਸਹੀ ਗੱਲ ਕੋਈ ਹੈ। ਚੰਗਾ ਲੀਡਰ ਆਵੇ। ਬਿਲਕੁਲ ਜੀ, ਮੁੱਖ ਦੀ ਗੱਲ ਜੇ ਭਗਵੰਤ ਮਾਨ ਨੂੰ ਕਹਿੰਦਾ ਤੁਸੀਂ ਸ਼ਰਾਬ ਪੀਣਾ ਪੈਣਾ, ਮੈਂ ਹੈਰਾਨ ਆ, ਉਹ ਮੁੱਦੇ ਦਾ ਉਠਾਉਂਦਾ ਯਾਰ। ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਸਿੱਧੂ ਸੱਚ ਹੈ ਜੀ। ਸਿੱਧੂ ਦਾ ਤਾੜੀ ਮਾਰੀ ਜਾਂਦੇ, ਚੱਕ ਦੇ ਫੱਟੇ ਕਿਸਾਨਾਂ ਬਾਰੇ ਤਾਂ ਬੋਲੇ ਹੀ ਨਹੀਂ। ਹੁਣ ਸਾਰੇ ਜਿਹੜੀਆਂ ਬਾਹਰ ਤੇਰੇ ਭੇਡਾਂ ਮਗਰ ਭੱਜ ਲੀਆਂ, ਪਹਿਲਾਂ ਕੈਪਟਨ ਮਗਰ ਉਧਰ ਨੂੰ ਭੱਜ ਲੀਆਂ, ਫਿਰ ਭੇਡ ਜਾ ਰਹੀ ਹੈ ਵੀਰੇ। ਬਿਲਕੁਲ ਬਾਕੀ ਜਿਉਂਦੇ ਬਾਦਰੋਂ ਚੜ੍ਹਦੀ ਕਲਾ, ਜਦੋਂ ਪੱਕੇ ਰਹੋ, ਕੱਚੇ ਨਹੀਂ ਨੀਂਦਾ। ਬਹੁਤ ਬਹੁਤ ਧੰਨਵਾਦ ਬਲਦੇਵ ਸਿੰਘ ਜੀ, ਤੁਸੀਂ ਸਾਡੀ ਵੀ ਮੰਨ ਲੈਂਦੇ ਹੋ, ਸਾਨੂੰ ਬਹੁਤ ਖੁਸ਼ੀ ਹੈ। ਵਜੀਦ ਜੀ ਇਹ ਕਹਿੰਦੇ ਆ ਵੀ ਇੱਕ ਗੱਲ ਹੈ ਵਜੀਦ ਜੀ, ਪਹਿਲਾਂ ਤਾਂ ਇੱਕ ਬਿਆਨ ਆ ਜਾਂਦਾ ਹੁੰਦਾ ਸੀ ਸਾਲਕ ਤੋਂ ਵੀ ਹੁਣ ਕਾਂਗਰਸ ਦੇ ਵਿੱਚ ਨਵੀਂ ਜਾਨ ਪੈ ਗਈ। ਜਾਨ ਮੇਰੇ ਹਿਸਾਬ ਨਾਲ ਹੁਣ ਪਈ ਹੈ। ਇੱਕ ਵਾਰੀ ਲੋਕਾਂ ਦਾ ਜਿਹੜਾ ਮਨ ਚ ਉਤਰ ਗਿਆ ਸੀਗਾ, ਗੁਟਕੇ ਸਾਹਿਬ ਦੀ ਸਹੁੰ ਖਾਧੀ, ਬੇਅਦਬੀ ਵਾਲਿਆਂ ਦਾ ਕੁਝ ਨਹੀਂ ਕੀਤਾ। ਹੁਣ ਅਗਲਿਆਂ ਨੇ ਕਾਂਗਰਸ ਨੇ ਚਿਹਰਾ ਨਵਾਂ ਇੱਕ ਪੇਸ਼ ਕਰਤਾ। ਹੁਣ ਲੋਕਾਂ ਦੇ ਮਨ ਵੀ ਇਹ ਆ ਵੀ ਥੋੜਾ ਜਿਹਾ ਬਲਾਕੜਾ ਹੈਗਾ ਬੰਦਾ, ਹੋ ਸਕਦਾ ਕੁਝ ਕਰ ਸਕੇ। ਇਹਦਾ ਮਤਲਬ ਹੁਣ ਟੱਕਰ ਦੇ ਦੇਣਗੇ ਫਿਰ ਜੀ ਇਹ ਦੁਬਾਰੇ ਆਮ ਆਦਮੀ ਪਾਰਟੀ। ਦੇਖੋ ਆਪਾਂ ਆਮ ਆਦਮੀ ਪਾਰਟੀ ਦੀ ਕਾਲਰ ਲਾਈਨ ਤੇ ਜੇ ਬਹੁਤ ਬਾਤ ਕਰਦੇ ਹਾਂ ਗੱਲ। ਰੱਖੋ ਜੀ ਗੱਲ ਆਉਂਦੇ ਨੂੰ। ਸਤਿ ਸ੍ਰੀ ਅਕਾਲ ਜੀ ਭਾਜੀ। ਹੁਣ ਸਿੱਧੂ ਦੇ ਆਉਣਾ ਭਗਵੰਤ ਮਾਨ ਦਾ ਔਖਾ ਹੋ ਗਿਆ ਲੱਗਦਾ। ਨਹੀਂ, ਉਹਨੂੰ ਕੀ ਫਰਕ ਪਿਆ ਜੀ ਸਿੱਧੂ ਨਾਲ ਭਗਵੰਤ ਮਾਨ ਨੂੰ ਜੀ? ਲੋਕਾਂ ਨੇ ਭਾਜੀ ਹੁਣ ਇੱਧਰ ਹੀ ਵੋਟਾਂ ਪਾਉਣੀਆਂ। ਹੁਣ ਤੁਹਾਡੇ ਕਹਿਣ ਦਾ ਮਤਲਬ ਸਿੱਧੂ ਸਾਹਿਬ ਨੂੰ ਵੋਟ ਜਾਊਗੀ ਜ਼ਿਆਦਾ ਜੀ? ਨਹੀਂ ਜੀ, ਜੇ ਦੇਖੋ ਭਗਵੰਤ ਮਾਨ ਦਾ ਤਾਂ ਆਪਣਾ ਅਕਸ ਹੈਗਾ। ਭਗਵੰਤ ਮਾਨ ਇੱਕ ਇਮਾਨਦਾਰ ਵਿਧਾਇਕ ਆਗੂ ਹੈ। ਚਲੋ ਜਿਹੜੇ ਦੋਸ਼ ਨਹੀਂ, ਮੈਂ ਮੰਨਦਾ ਭਗਵੰਤ ਮਾਨ ਬੇਦਾਗ ਆ, ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਜੀ। ਪਰ ਭਗਵੰਤ ਮਾਨ ਸਿਰਫ ਮਾਲਵੇ ਚ ਜਾਂ ਦੁਆਬੇ ਚ ਮਾਝੇ ਚ ਕੱਢਿਆ। ਓਕੇ, ਪਰ ਇਹ ਗੱਲ ਤਾਂ ਫਿਰ ਸਿੱਧੂ ਸਾਹਿਬ ਤੇ ਵੀ ਲੋਕ ਕਹਿੰਦੇ ਆ ਜੀ, ਪਿਛਲੇ 1.5 ਸਾਲ ਤੋਂ ਕਹਿੰਦੇ ਗਏ ਹੀ ਕਿਤੇ ਨਹੀਂ ਉਹ ਤਾਂ। ਦੇਖ ਲਿਓ ਯਾਰ, ਪਾਰਟੀ ਬਦਤਰ ਦੇਖ ਲਓ। ਬਾਕੀ ਚਲੋ ਜੀ, ਸ਼ੁਕਰੀਆ ਜੀ, ਬਹੁਤ ਗੱਲ ਪੈਣ ਇੱਕ ਉਸਾਰੂ ਵਿਰੋਧੀ ਧਿਰ ਹੋਣੀ ਚਾਹੀਦੀ ਹੈ ਵਿਧਾਨ ਸਭਾ ਦੇ ਵਿੱਚ, ਜਿਹੜੀ ਪੰਜਾਬ ਦੇ ਮਸਲਿਆਂ ਨੂੰ ਉਠਾ ਸਕੇ ਜ਼ੋਰਦਾਰ ਤਰੀਕੇ ਨਾਲ, ਚਾਹੇ ਆਦਮੀ ਪਾਰਟੀ ਹੋਵੇ ਚਾਹੇ ਕੋਈ ਵੀ ਪਾਰਟੀ ਹੋਵੇ। ਇੱਕ ਤਕੜੀ ਧਿਰ ਚਾਹੀਦੀ ਹੈ। ਤੇ ਬਾਕੀ ਜਿਹੜੀ ਗੱਲ ਕੀਤੀ ਜਾਂਦੀ ਹੈ ਕਿ ਮਾਝੇ ਮਾਲਵੇ ਦੁਆਬੇ ਦੇ ਵਿੱਚੋਂ ਇਕੱਲੇ ਮਾਲਵੇ 'ਚ ਹੀ ਭਗਵੰਤ ਮਾਨ ਦਾ ਅਸਰ ਰਸੂਖ ਹੈ, ਜਾਂ ਨਵਜੋਤ ਸਿੰਘ ਸਿੱਧੂ ਦਾ ਕਿੰਨਾ ਮਾਲਵੇ ਦੇ ਵਿੱਚ ਰਸੂਖ ਹੈ ਜਾਂ ਨਹੀਂ ਹੈ, ਕਿਉਂਕਿ ਉਹ ਅੰਮ੍ਰਿਤਸਰ ਤੋਂ ਇਲੈਕਸ਼ਨ ਲੜਦੇ ਨੇ। ਤਾਂ ਇਹ ਤਾਂ ਚਲੋ ਦੇਖਣ ਵਾਲੀ ਗੱਲ ਹੋਊਗੀ। ਪਰ ਪੰਜਾਬ ਵਾਸਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਵੱਡਾ ਫੈਸਲਾ 1 ਜਾਂ 2 ਜਾਂ 3 ਲੈਂਦੇ ਨੇ ਤਾਂ ਹੀ ਪਤਾ ਲੱਗ ਜਾਊਗਾ ਉਹਨਾਂ ਦੀ ਨੀਅਤ ਦਾ, ਨੀਅਤ ਕਿੰਨੀ ਕੁ ਵਧੀਆ ਹੈ ਕਿ ਉਹ ਸਿਆਸਤਦਾਨ ਦੇ ਤੌਰ ਤੇ ਇੱਥੇ ਇੱਕ ਸਿਰਫ ਕੁਰਸੀ ਲੈਣ ਆਏ ਨੇ ਜਾਂ ਪੰਜਾਬ ਦਾ ਕੋਈ ਭਲਾ ਕਰਨਾ ਚਾਹੁੰਦੇ ਨੇ। ਰੱਖੋ ਜੀ ਗੱਲ ਆਉਂਦੇ ਨੂੰ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸੁਣੀ ਚਲੋ, ਤੁਸੀਂ ਵੀ ਨਿਊਜ਼ਾਂ ਦੇਈ ਜਾਣੀਆਂ। ਅਜੇ ਦੇਖੋ ਵੀ ਭਲਵਾਨੀ ਕੁਸ਼ਤੀ ਤੇ ਕਿਹਨੇ ਨਿਤਰਨਾ, ਤੇ ਛੋਟੀ ਛੋਟੀਆਂ ਕੁਸ਼ਤੀਆਂ ਜਿੱਦਾਂ ਦੁਨੀਆ ਵੀ ਪਹਿਲਾਂ ਕਰਾਈ ਜਾਂਦੀ ਆ। ਦੇਖਣ ਦੀ ਗੱਲ ਆ ਭਾਜੀ, ਤੁਹਾਨੂੰ ਦੇਖਿਓ ਇਹ ਤਮਾਸ਼ਾ ਆ। ਛੋਟੀ ਛੋਟੀਆਂ ਕੁਸ਼ਤੀਆਂ ਪਿੰਡ ਚ ਸਾਰੀ ਪੰਚਾਇਤ ਪਹਿਲਾਂ ਘਲਾਉਂਦੀ ਰਹਿੰਦੀ ਹੈ। ਏਦਾਂ ਹੀ ਆ ਪਬਲਿਕ ਵਾ। ਇਹ ਤੁਸੀਂ ਸੁਣੀ ਚਲੋ, ਤੁਸੀਂ ਬਿਲਕੁਲ ਤੁਸੀਂ ਤਾਂ ਸਾਂਝੇ ਬੰਦੇ ਆ। ਤੁਸੀਂ ਪਬਲਿਕ ਦੀ ਵੀ ਸੁਣਦੇ ਆ, ਗੌਰਮੈਂਟ ਦੀ ਵੀ ਸੁਣਨੀ ਆ। ਇਹਨਾਂ ਨੂੰ ਦੁਨੀਆ ਨੂੰ ਦੇਖੀ ਚਲੋ, ਕੁਸ਼ਤੀਆਂ ਕਿਹੜੀਆਂ ਘਲਾਈ ਜਾਂਦੇ ਛੋਟੀਆਂ ਛੋਟੀਆਂ। ਦੇਖਿਓ ਪਾਕਿਸਤਾਨ ਦੀ ਕੁਸ਼ਤੀ ਤੇ ਕਿਹੜਾ ਨਿੱਤਰਦਾ ਭਾਈ। ਸੁਣਦੇ ਆ ਸਾਰੇ ਮੇਰੇ ਸੱਜਣ ਵੀਰ। ਤੇ ਤੁਸੀਂ ਅੱਜ ਸਮਝ ਨਹੀਂ ਸਕਦੇ ਪੰਜਾਬੀਓ, ਸਮਝ ਜਾਓ ਜੇ ਵੀ ਟਾਈਮ ਹੈਗਾ। ਟਾਈਮ 10-15 ਸਾਲ ਬਾਅਦ ਆਣਾ ਜੇ ਪੁਆਲੀ ਆ, ਜਿਹਨੇ ਅਜੇ ਆ ਸਕਦਾ। ਤੁਸੀਂ ਮੰਨਦੇ ਹੋ ਜੀ ਵੀ ਹਲੇ ਟਾਈਮ ਨਹੀਂ ਆਇਆ? ਸਾਰੇ ਸਰੋਤੇ ਵੀਰਾਂ ਨੂੰ ਵੀ ਜਿੰਨੇ ਸਾਰੇ ਸੁਝਾਅ ਦਿੰਦੇ ਆ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਹਿਲਾਂ ਵੱਡੀ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ। ਰੱਖੋ ਜੀ ਗੱਲ ਆਉਨੇ ਨੂੰ। 306 ਹੈ ਜੀ ਲਾਸਟ ਤੇ ਨੰਬਰ ਤੁਹਾਡਾ। ਜੀ ਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੈਂ ਮਨਜੀਤ ਸਿੰਘ ਬੋਲ ਰਿਹਾ ਯੂਐਸਏ ਤੋਂ। ਮੈਂ ਸ਼ਾਰਟ 'ਚ ਆਪਣੀ ਗੱਲ ਰੱਖਣੀ ਚਾਹੂੰਗਾ ਵੀ ਜੀ ਬਹੁਤ ਵਧੀਆ ਹੋਇਆ ਕਾਂਗਰਸ ਵਾਸਤੇ ਵੀ, ਬਹੁਤ ਵਧੀਆ ਹੋਇਆ ਪੰਜਾਬ ਵਾਸਤੇ ਵੀ ਜੀ। ਤੇ ਬਾਕੀ ਕੈਪਟਨ ਸਾਹਿਬ ਤਾਂ ਥੱਕੇ ਪਏ ਸੀਗੇ, ਇਹਨਾਂ ਨੂੰ ਪਾਸੇ ਹਟ ਜਾਣਾ ਚਾਹੀਦਾ। ਇਹ ਤਾਂ ਬੋਝ ਸੀ ਪੰਜਾਬ ਤੇ ਵੀ ਤੇ ਕਾਂਗਰਸ ਦੇ ਉੱਤੇ ਵੀ। ਇਹਨਾਂ ਕੋਲ ਕੁਛ ਨਹੀਂ ਸੀ ਹੁੰਦਾ, ਕੰਮ ਨਹੀਂ ਸੀ ਹੁੰਦਾ। ਦੇਖੋ, ਰਾਜਾਸ਼ਾਹੀ ਨਾਲ ਸਟੇਟਾਂ ਨਹੀਂ ਚੱਲਦੀਆਂ, ਲੋਕਤੰਤਰ ਨਹੀਂ ਚੱਲਦਾ। ਤੇ ਇੱਜ਼ਤ ਨਾਲ ਪਾਸੇ ਹਟ ਜਾਣਾ, ਸਿੱਧੂ ਸਾਹਿਬ ਨੂੰ ਕਬੂਲ ਕਰ ਦੇਣ ਤੇ ਚੰਗਾ ਹੀ ਹੈ ਜੀ। ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ। ਰੱਖੋ ਜੀ ਗੱਲ ਆਉਨੇ ਨੂੰ।
ਹਾਂਜੀ ਰੱਖੋ ਜੀ ਗੱਲ 23 ਜੀ ਲਾਸਟ ਤੇ ਨੰਬਰ ਤੁਹਾਡਾ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ। ਸ਼ੁਕਰੀਆ ਜੀ। ਹਾਂਜੀ ਰੱਖੋ ਜੀ ਗੱਲ ਕੀ ਕਹੋਗੇ? ਬਾਕੀ ਹਾਂਜੀ ਮੈਂ ਕੈਲਗਰੀ ਤੋਂ ਬੋਲਦਾ ਜੀ ਜੀ ਜੀ। ਹਾਂ ਤੇ ਅਭਜੀਤ ਸਿੰਘ ਜੀ ਦਾ ਬਾਲਟਨ ਇੰਨੀ ਤਕੜੀ ਆ, ਇੰਨਾ ਰਸ ਹੈ ਬੋਲ ਦੇ ਵਿੱਚ, ਬਹੁਤ ਧੰਨਵਾਦੀ ਹੈ ਇਸ ਗੱਲ ਦਾ। ਹਾਂ ਬਾਕੀ ਖਬਰਾਂ ਤਾਂ ਚੱਲਦੀਆਂ ਰਹਿੰਦੀਆਂ ਜਿਵੇਂ ਹੈਗੀਆਂ ਨੇ, ਪਰ ਬੋਲ ਦੇ ਵਿੱਚ ਇੰਨਾ ਰਸ ਹੈ। ਅੱਛਾ ਜੀ, ਤਰੀਕਾ ਬੋਲੀ ਨੂੰ ਲੈ ਕੇ ਕਹਿ ਰਹੇ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ। ਹੋਰ ਕੁਝ ਕਹੋਗੇ ਜੀ ਕਿਉਂਕਿ ਵੇਲਾ ਸਮਾਪਤੀ ਦੇ ਵੱਲ ਹੈ ਜੀ। ਹਾਂ ਮੈਂ ਦੱਸ ਰਿਹਾ ਵਾਂ ਵੀ ਨਵਜੋਤ ਸਿੱਧੂ ਦੀ ਗੱਲ ਸੀਗੀ, ਖੇਲਦੇ ਹੁੰਦੇ ਸੀਗੇ ਜੀ ਤੇ ਉਹ ਕੁੱਤੀ ਪੱਟ ਲੈਣੀ, ਬਸ ਲੱਗ ਗਿਆ ਪਤਾ ਜੀ। ਠੀਕ ਹੈ ਜੀ, ਲੱਗ ਗਿਆ ਪਤਾ, ਕਹਾਵਤ ਸਮਝ ਆ ਗਈ ਸਾਨੂੰ। ਬਹੁਤ ਬਹੁਤ ਧੰਨਵਾਦ ਜੀ। ਬਸ ਸ਼ੁਕਰੀਆ ਜੀ, ਸ਼ੁਕਰੀਆ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ। ਰੱਖੋ ਜੀ ਗੱਲ, ਆਉਨੇ ਰਹੋ ਤੁਸੀਂ। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਕਿਹੜੀ ਜਗ੍ਹਾ ਤੋਂ ਜੀ? ਮੈਂ ਬ੍ਰਹਮਪੁਰ ਤੋਂ ਬੋਲ ਰਿਹਾ ਜੀ। ਜੀ ਜੀ ਰੱਖੋ ਗੱਲ। ਬਾਈ ਜੀ ਮੇਰੇ ਹਿਸਾਬ ਮੁਤਾਬਕ ਹੈਲੋ ਹਾਂਜੀ 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 ਬਈ ਮੁੱਖ ਮੰਤਰੀ ਹੁਣੇ ਹੀ ਚੇਂਜ ਹੋਊਗਾ। ਓਕੇ ਕਾਂਗਰਸ ਦਾ ਜੀ? ਬਿਲਕੁਲ ਹੋਊਗਾ, 120% ਹੋਊ। ਕਿਹੜਾ ਬਣੂਗਾ ਜੀ ਫਿਰ ਨਵਾਂ? ਸੁਖਜਿੰਦਰ ਸਿੰਘ ਰੰਧਾਵਾ। ਮੈਨੂੰ ਤੁਹਾਡੀ ਇਹ ਹੱਸਣ ਵਾਲੀ ਗੱਲ ਨਹੀਂ ਹੈਗੀ। ਜੀ ਜੀ। ਤੁਸੀਂ ਤੱਕੜੀ ਨਹੀਂ ਤੁਲਦੀ ਦੇਖੀ ਵੀ ਕਿਵੇਂ ਤੁਲਦੀ ਹੈ। ਬਿਲਕੁਲ ਸਿਆਸਤ ਚ ਕੁਝ ਵੀ ਹੋ ਸਕਦਾ ਜੀ। ਮੈਂ ਉਹੀ ਗੱਲ ਕਰ ਰਿਹਾ ਬਈ ਇਹ ਤੁਹਾਨੂੰ 2 ਦਿਨ ਦੇ ਜਾਂ 3 ਦਿਨ ਚ ਬੰਦਾ ਕੱਲ ਨੂੰ ਹੀ ਪਤਾ ਲੱਗ ਜਾਊਗਾ 23 ਤਰੀਕ ਨੂੰ ਵੀ ਕੀ ਹੋ ਰਿਹਾ। ਅੱਛਾ ਜੀ ਜੀ। ਇਹ ਗੱਲ ਮੇਰੀ ਨੋਟ ਕਰ ਲਿਓ ਜੀ। ਬਿਲਕੁਲ ਜੀ, ਬਿਲਕੁਲ ਕਰ ਲਈ ਜੀ। ਇਸੇ ਮੰਚ ਤੇ ਕਰਾਂਗੇ ਜਦੋਂ ਕੋਈ ਘਟਨਾਕ੍ਰਮ ਨਵਾਂ ਸਾਹਮਣੇ ਆਉਂਦਾ ਤਾਂ ਤੁਹਾਡੀ ਮਿਸਾਲ ਸਭ ਤੋਂ ਪਹਿਲਾਂ ਦਿੱਤੀ ਜਾਊਗੀ ਜੀ। ਦੇਖੋ ਤੁਹਾਡਾ ਅਸੀਂ ਨਾਂ ਨਹੀਂ ਪੁੱਛਿਆ, ਜੋ ਪਰ ਨੰਬਰ ਸਾਡਾ ਲਾਸਟ ਵਾਲਾ ਨੰਬਰ ਨੋਟ ਕਰ ਲਿਆ। ਅਸੀਂ ਬਿਲਕੁਲ ਤੁਹਾਡੀ ਮਿਸਾਲ ਦੇਵਾਂਗੇ ਵੀ ਇਹ ਬੰਦੇ ਨੇ ਲਾਸਟ ਤੇ ਨੰਬਰ ਇਹ ਸੀਗਾ, ਇੱਕ ਹਿੰਟ ਦੇਤਾ ਸੀਗਾ। ਉਧਰ ਹੀ ਫਿਰ ਗੱਲ ਤੁਹਾਡੇ ਨਾਲ ਕਰਾਂਗੇ ਵੀ ਤੁਹਾਡੇ ਮਨ ਦੇ ਵਿੱਚ ਕੀ ਕੀ ਇਹੋ ਜਿਹੀਆਂ ਗੱਲਾਂ ਆਈਆਂ ਸੀਗੀਆਂ ਜਿਹਦੇ ਕਰਕੇ ਲੱਗਿਆ ਵੀ ਰੰਧਾਵਾ ਸਾਹਿਬ ਮੁੱਖ ਮੰਤਰੀ ਦਾ ਇੱਕ ਐਲਾਨ ਹੋ ਸਕਦਾ ਜਾਂ ਨਾਮ ਆ ਸਕਦਾ ਅੱਗੇ। ਬਿਲਕੁਲ ਹੋਊਗਾ, ਦੇਖ ਲਿਓ ਤੁਸੀਂ। ਜੀ ਜੀ ਬਿਲਕੁਲ, ਸ਼ੁਕਰੀਆ ਜੀ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਉਜੀਤ ਜੀ ਆ ਇੱਕ ਨਵੇਕਲੀ ਗੱਲ ਸਾਹਮਣੇ ਆ ਗਈ ਹੈ। ਰਾਜਨੀਤੀ ਦੇ ਵਿੱਚ ਪਤਾ ਨਹੀਂ ਲੱਗਦਾ, ਕੁਝ ਵੀ ਹੋ ਸਕਦਾ ਜੀ। ਜਿਹੜਾ ਬੰਦਾ ਕਿਵੇਂ ਜ਼ੋਰ ਲਾ ਰਿਹਾ ਕਿਵੇਂ ਨਹੀਂ। ਦੇਖੋ ਰੰਧਾਵਾ ਸਾਹਿਬ ਵੀ ਹੁਣ ਆਪਾਂ ਦੇਖ ਰਹੇ ਹਾਂ, ਰੰਧਾਵਾ ਸਾਹਿਬ ਖੁਦ ਕਹਿੰਦੇ ਨੇ ਕਿ ਬ੍ਰਹਮ ਮਹਿੰਦਰੇ ਨਾਲ ਜਿਹੜਾ ਵੈਰ ਖਤਮ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਦਾ, ਉਹ ਉਹਨਾਂ ਨੇ ਕਰਵਾਇਆ ਸੀ। ਫਿਰ ਪ੍ਰਤਾਪ ਸਿੰਘ ਬਾਜਵਾ ਨੂੰ ਹਟਾਇਆ ਜਦੋਂ, ਕੈਪਟਨ ਅਮਰਿੰਦਰ ਸਿੰਘ ਵਾਸਤੇ ਕੰਡਿਆਂ ਦਾ ਰਾਹ ਜਿਹੜਾ ਬਣਿਆ ਹੋਇਆ ਸੀ ਉਸ ਨੂੰ ਸਾਫ਼ ਕੀਤਾ, ਉਹ ਉਹਨਾਂ ਨੇ ਕੀਤਾ। ਉਹ ਹੁਣ ਇਸ ਮੌਕੇ ਵੱਡੀ ਭੂਮਿਕਾ, ਅਹਿਮ ਭੂਮਿਕਾ ਅਦਾ ਕਰ ਰਹੇ ਨੇ, ਬਿਨਾਂ ਸ਼ੱਕ ਕਰ ਰਹੇ ਨੇ, ਕਿਉਂਕਿ ਉਹਨਾਂ ਦੇ ਘਰ ਹੀ ਮੀਟਿੰਗਾਂ ਹੋਈਆਂ ਨੇ ਨਵਜੋਤ ਸਿੰਘ ਸਿੱਧੂ ਦੀਆਂ। ਦੇਖੋ ਸਿਆਸਤ ਦੇ ਵਿੱਚ ਕੁਝ ਵੀ ਸੰਭਵ ਹੈ। ਚਲੋ ਆਪਾਂ ਕੋਈ ਟਿੱਪਣੀ ਇਸ ਮੁੱਦੇ ਤੇ ਡੂੰਘਾਈ ਨਾਲ ਨਹੀਂ ਕਰਾਂਗੇ, ਪਰ ਸੰਭਵ ਹੈ। ਜੀ ਜੀ ਬਿਲਕੁਲ। ਉਪਜੀਤ ਜੀ 1 ਮਿੰਟ ਰਹਿ ਗਿਆ ਜੀ, ਕੋਈ ਖਾਸ ਖਬਰ ਰਹਿੰਦੀ ਹੋਵੇ ਤਾਂ ਦੱਸੋ, ਫਿਰ ਵੇਲਾ ਸਮਾਪਤੀ ਵਾਲੇ ਇੱਕ ਦਰਸ਼ਕ ਵੀ ਜੀ ਬਿਲਕੁਲ ਆਪਾਂ ਦਰਸ਼ਕ ਦੀ ਰਾਏ ਸੁਣ ਲੈਂਦੇ ਆ। ਤਕਰੀਬਨ ਰੱਖੋ ਜੀ ਥੋੜੀ ਜਿਹੀ ਗੱਲ ਜਲਦੀ ਨੇ ਰੱਖਿਓ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ ਸਿੱਧੂ ਵਰਗੇ ਤਾਂ 36 ਆਉਣੇ ਨੇ, 36 ਜਾਣੇ ਨੇ। ਤੁਸੀਂ ਉਹਦੇ ਜਿਹੜੀ ਆਪਣੀ ਜਿਹੜਾ ਸੈਸ਼ਨ ਚੱਲ ਰਿਹਾ ਉਹਦੀ ਕੋਈ ਗੱਲਬਾਤ ਦੱਸੋ ਕਿ ਉੱਥੇ ਕੀ ਹੋ ਰਿਹਾ? ਵਾਕਆਊਟ ਕਰ ਰਹੇ ਆ ਜਾਂ ਉੱਥੇ ਕੁਝ ਉਹ ਕਰ ਰਹੇ ਨੇ, ਕੁਝ ਹੋ ਰਿਹਾ? ਕਿਸਾਨਾਂ ਦੀ ਅਪਡੇਟ ਦੇ ਵਿੱਚ ਅਸੀਂ ਜੀ ਪ੍ਰੋਗਰਾਮ ਦੇ ਸ਼ੁਰੂ ਚ ਦੇ ਦਿੱਤੇ ਸੀ। ਇਹ ਸੈਸ਼ਨ ਦੀ ਗੱਲ ਕਰ, ਦੇਖੋ ਜੀ ਮੌਨਸੂਨ ਸੈਸ਼ਨ ਦੇ ਵਿੱਚ ਤਾਂ ਰੌਲਾ ਹੀ ਪੈ ਰਿਹਾ ਹੈ। ਦਾ ਜਿਹੜਾ ਜਸੂਸੀ ਕਾਂਡ ਸੀ ਉਹ ਛਾਇਆ ਰਿਹਾ। ਦੂਜੇ ਦਿਨ ਕੰਮ ਰੋਕੂ ਮਤੇ ਲਿਆਂਦੇ ਗਏ ਤੇ ਫਿਰ ਸਰਕਾਰ ਨੇ ਇਸੇ ਦੌਰਾਨ ਕਹਿਤਾ ਕਿ ਜੀ ਆਕਸੀਜਨ ਨਾਲ ਕੋਈ ਮੌਤ ਨਹੀਂ ਹੋਈ। ਪਰ ਹੁਣ ਕਾਂਗਰਸ ਵਾਲੇ ਤੇ ਹੋਰ ਵਿਰੋਧੀ ਧਿਰਾਂ ਲਗਾਤਾਰ ਕਹਿ ਰਹੀਆਂ ਨੇ ਕਿ 43 ਦਿਨ ਦੇ ਅੰਦਰ 650 ਮੌਤਾਂ ਦਾ ਅੰਕੜਾ ਤਾਂ ਮੀਡੀਆ ਨੇ ਪੇਸ਼ ਕਰਤਾ ਤੇ ਤੁਸੀਂ ਕਿਹੜੇ ਮੂੰਹ ਨਾਲ ਕਹਿ ਰਹੇ ਹੋ ਕਿ ਕੋਈ ਮੌਤ ਨਹੀਂ ਹੋਈ? ਉੱਥੇ ਟਕਰਾਅ ਦਾ ਅਸਲ 'ਚ ਆਪਾਂ ਕਹਾਂਗੇ ਕੋਈ ਜਿਹੜਾ ਕੰਮਕਾਜ ਉਸ ਤਰੀਕੇ ਨਾਲ ਨਹੀਂ ਹੋ ਰਿਹਾ। ਉਸਾਰੂ ਬਹਿਸ ਜਿਹਨੂੰ ਆਪਾਂ ਕਹਿੰਦੇ ਆ, ਉਸਾਰੂ ਬਹਿਸ ਨਹੀਂ ਹੋ ਰਹੀ ਮੁੱਦਿਆਂ ਤੇ, ਰੌਲਾ ਰੱਪਾ ਹੀ ਜ਼ਿਆਦਾ ਪੈ ਰਿਹਾ ਹੈ। ਸ਼ੁਕਰੀਆ ਜੀ। ਤੁਹਾਨੂੰ ਲੱਗਦਾ ਜੀ ਕੁਝ ਕੀ ਕਿਸਾਨਾਂ ਦਾ ਕੁਝ ਬਣੂਗਾ ਜੀ ਉੱਥੇ? ਦੇਖੋ ਅੱਜ ਪੁਲਿਸ ਦੇ ਤੈਨਾਤੀ ਦੇ ਹੇਠ
ਉਹਨਾਂ ਨੇ ਖੁਦ ਕਿਹਾ ਕਿਸਾਨਾਂ ਨੇ ਕਿ ਅਸੀਂ ਬਕਾਇਦਾ ਤੌਰ ਤੇ ਆਈ ਕਾਰਡ ਜਾਰੀ ਕਰਾਂਗੇ, ਸ਼ਨਾਖਤੀ ਕਾਰਡ ਜਾਰੀ ਕਰਾਂਗੇ ਤੇ ਸ਼ਾਂਤਮਈ ਤਰੀਕੇ ਨਾਲ ਧਰਨਾ ਦੇ ਕੇ ਮੁੜਨਗੇ। ਦੇਖੋ ਨਤੀਜਾ ਕੀ ਨਿਕਲੂਗਾ ਅਸੀਂ ਅੱਜ ਨਹੀਂ ਕਹਿ ਸਕਦੇ, ਪਰ ਜਿਹੜਾ ਉਦਮ ਨੇ ਉਹ ਬੰਦੇ ਨੂੰ, ਕਿਸੇ ਜਥੇਬੰਦੀ ਨੂੰ, ਕਿਸੇ ਵਰਗ ਨੂੰ ਕਰਨੇ ਚਾਹੀਦੇ ਨੇ। ਆਪਣੇ ਹੱਕਾਂ ਦੀ ਖਾਤਰ ਆਵਾਜ਼ ਉਠਾਉਣੀ ਚਾਹੀਦੀ ਹੈ। ਜੇ ਆਪਾਂ ਪਹਿਲਾਂ ਹੀ ਮੰਨ ਕੇ ਚੱਲਾਂਗੇ ਕਿ ਪਤਾ ਨਹੀਂ ਕੀ ਰਿਜ਼ਲਟ ਨਿਕਲੂਗਾ, ਫਿਰ ਉਸ ਚੀਜ਼ ਦਾ, ਹੰਬਲੇ ਦਾ ਕੋਈ ਫਾਇਦਾ ਨਹੀਂ ਹੁੰਦਾ। ਸਵਾਗਤ ਹੈ ਜੀ, ਰੱਖੋ ਗੱਲ। ਹਾਂਜੀ 5407 ਹੈ ਜੀ ਲਾਸਟ ਤੇ ਨੰਬਰ ਤੁਹਾਡਾ। ਹੈਲੋ ਜੀ। ਜੀ ਜੀ ਸਵਾਗਤ ਹੈ ਜੀ, ਰੱਖੋ ਗੱਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਰਾਵਾਂ, ਬਸ ਅਸੀਂ ਤਾਂ ਇਹੀ ਗੱਲ ਕਰਨੀ ਸੀ ਸਿੱਧੂ ਸਾਹਿਬ ਬਾਰੇ। ਸਿੱਧੂ ਸਾਹਿਬ ਨੇ ਜਾਂਦੀ ਇੱਕ ਕੰਮ ਚੰਗਾ ਕੀਤਾ, ਵਧੀਆ ਪ੍ਰਧਾਨ ਬਣ ਕੇ ਉਹਨੇ ਕੈਪਟਨ ਸਾਹਿਬ ਨੂੰ ਬਾਹਰ ਕੱਢ ਲਿਆ। ਅੱਗੇ ਕੈਪਟਨ ਸਾਹਿਬ ਨਾਲ ਉਹਦੇ ਮਹਿਲ ਚੋਂ ਬਾਹਰ ਨਹੀਂ ਸੀ ਨਿਕਲਦਾ। ਓਕੇ। ਉਹ ਕਿਸੇ ਨੂੰ ਮਿਲਦਾ ਨਹੀਂ ਸੀ, ਨਾ ਸੁਨੀਲ ਜਾਖੜ ਨੂੰ, ਨਾ ਪ੍ਰਤਾਪ ਬਾਜਵਾ ਨੂੰ, ਨਾ ਸ਼ਮਸ਼ੇਰ ਦੁੱਲੋਂ, ਨਾ ਹੋਰ ਨੂੰ। ਨਾ ਸ਼ਮਸ਼ੇਰ ਸਿੰਘ ਦੁੱਲੋਂ ਕੁਝ ਕਰ ਸਕੇ, ਨਾ ਪ੍ਰਤਾਪ ਸਿੰਘ ਬਾਜਵਾ ਕੁਝ ਕਰ ਸਕੇ। ਸੁਨੀਲ ਜਾਖੜ ਵੀ ਮਸਾਂ ਹੀ ਮਿਲਦਾ ਸੀ। ਤੇ ਸਿੱਧੂ ਸਾਹਿਬ ਨੇ ਹੁਣ ਮੈਂ ਤਾਂ ਕਹਿੰਦਾ ਵਧੀਆ ਕੀਤਾ, ਹੁਣ ਕੈਪਟਨ ਸਾਹਿਬ ਨੂੰ ਘਰੋਂ ਬਾਹਰ ਕੱਢ ਲਿਆ। ਇਕੱਲੇ ਨੂੰ ਮਿਲਣ ਨੂੰ ਕਰਦਾ, ਪਹਿਲਾਂ ਉਹਦਾ ਅਪਾਇੰਟਮੈਂਟ ਲੈਣੀ ਪੈਂਦੀ ਸੀ। ਮੈਂ ਤਾਂ ਕਹਿੰਦਾ ਸਿੱਧੂ ਸਾਹਿਬ ਨੇ ਹੁਣ ਬਹੁਤ ਸੋਹਣਾ ਕੰਮ ਕੀਤਾ। ਚਲੋ ਸ਼ੁਕਰੀਆ। ਤੇ ਬਹੁਤ ਮੈਂ ਸਿੱਧੂ ਸਾਹਿਬ ਨੇ ਤਕੜਾ ਰਿਹਾ। ਹੋਰ ਸਾਰੇ ਕਲ ਚੱਲੇ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਜੀ ਸ਼ੁਕਰੀਆ ਜੀ। ਉਹਨਾਂ ਤੋਂ ਕੁਝ ਨਹੀਂ ਹੋਇਆ ਜੀ ਕਿਤਾਬੋਂ ਕੀ ਨਾ। ਸ਼ੁਕਰੀਆ ਜੀ, ਸ਼ੁਕਰੀਆ। ਇਹਨੇ ਅੜੀ ਕਰਕੇ 2 ਸਾਲ ਅੜੀ ਕਰਕੇ ਇਹਨੇ ਬਾਹਰ ਕੱਢ ਲਿਆ। ਮੈਂ ਕਹਿੰਦਾ ਬਹੁਤ ਸੋਹਣੀ ਗੱਲ ਕੀਤੀ। ਚਲੋ ਸ਼ੁਕਰੀਆ ਜੀ। ਅਭਜੀਤ ਜੀ ਲਾਸਟ ਖਬਰ ਕੋਈ ਕਰੋ ਸਾਡੀ। ਬਿਲਕੁਲ ਜੀ, ਹੁਣ ਆਪਾਂ ਇਜਾਜ਼ਤ ਲਈਏ, ਵਕਤ ਹੋ ਗਿਆ, ਵੇਲਾ ਹੋ ਗਿਆ ਇਜਾਜ਼ਤ ਲੈਣ ਦਾ। delhihamda.com ਜੀ ਇੱਕ ਵਾਰ ਮਾਰਿਆ ਕਰੋ ਜੀ, ਇਹਦੇ ਤੇ ਸਰਚ ਜ਼ਰੂਰ। ਜੇ ਕੋਈ ਐਡਵਰਟਾਈਜ਼ਮੈਂਟ ਸੰਬੰਧਿਤ ਜਾਂ ਕੋਈ ਹੋਰ ਜਾਣਕਾਰੀ ਕਿਸੇ ਵੀ ਤਰੀਕੇ ਦੀ ਤੁਸੀਂ ਲੈਣੀ ਚਾਹੁੰਦੇ ਹੋ ਤਾਂ ਇੱਥੇ ਸਾਰਾ ਕੁਝ ਸਾਡਾ ਮਿਲਦਾ ਹੈ ਜੀ। ਟੀਵੀ ਸੈੱਟ ਤੇ ਕਦੇ ਜੇ ਕੋਈ ਫਾਲਟ ਆ ਜਾਂਦਾ ਹੈ ਤਾਂ ਇੱਧਰਲੇ ਪਾਸੇ ਜੀ ਜ਼ਰੂਰ ਕੋਈ ਆਪਣੇ ਬਿਜ਼ਨਸ ਨੂੰ ਤੁਸੀਂ ਵਧਾਉਣਾ ਚਾਹੁੰਦੇ ਹੋ, ਕੋਈ ਐਡਵਰਟਾਈਜ਼ਮੈਂਟ ਦੇਣਾ ਚਾਹੁੰਦੇ ਹੋ ਤਾਂ ਇੱਥੇ ਜ਼ਰੂਰ ਇੱਕ ਵਾਰ ਸੰਪਰਕ ਕਰੋ ਜੀ। ਦਿਓ ਇਜਾਜ਼ਤ, ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਕੱਲ੍ਹ ਨੂੰ ਫੇਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।